फतेह। हम रुलते फिरते कोई बात ना पूछता, हम रुलते फिरते कोई बात ना पूछता, हम रुलते फिरते कोई बात ना पूछता। गुर साथी गुर संग, गुर साथी गुर संग कीरे हम धापे। हम रुलते फिरते कोई बात ना पूछता, हम रुलते फिरते कोई बात ना पूछता। जो हमारी बिद होती मेरे सतगुरा, जो हमारी बिद होती मेरे सतगुरा, साबित तुम हार, साबित तुम हार जानो आपे। हम रुलते फिरते कोई बात ना पूछता, हम रुलते फिरते कोई बात ना पूछता। गुर साथी गुर संग, गुर साथी गुर संग कीरे हम धापे। हम रुलते फिरते कोई बात ना पूछता, हम रुलते फिरते कोई बात ना पूछता। तन तन गुरु नानक जन केरा, तन तन गुरु नानक जन केरा। जित मिले छूके, जित मिले छूके सब सोग संधापे। हम रुलते फिरते कोई बात ना पूछता, हम रुलते फिरते कोई बात ना पूछता। गुर साथी गुर संग, गुर साथी गुर संग कीरे हम धापे। हम रुलते फिरते कोई बात ना पूछता, हम रुलते फिरते कोई बात ना पूछता, कोई बात ना पूछता, कोई बात ना पूछता। वाहिगुरु जी का खालसा, वाहिगुरु जी की फतेह। मेरे सतगुरा साबित तुम हर जानो आपे। हम रुलते फिरते कोई बात ना पूछता, गुर सतगुर संग कीरे हम थापे।
ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਦੀਨ ਦੁਨੀਆ ਦੇ ਤਖਤ ਦੇ ਉੱਤੇ ਬੈਠੇ, ਉਸ ਸਮੇਂ ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਜਿਹੜੀਆਂ ਪਹਿਲੀਆਂ ਪੰਕਤੀਆਂ ਨਿਕਲੀਆਂ ਉਹ ਇਹੀ ਸਨ ਜਿਹਦੇ ਵਿੱਚ ਉਹਨਾਂ ਨੇ ਆਪਣੇ ਬਚਪਨ ਦੇ ਹਾਲਾਤਾਂ ਤੋਂ ਸੰਸਾਰ ਨੂੰ, ਦੁਨੀਆ ਨੂੰ ਜਾਣੂ ਕਰਵਾਇਆ ਅਤੇ ਨਾਲ ਹੀ ਗੁਰੂ ਦੀ ਕੀ ਵਡਿਆਈ ਹੈ, ਗੁਰੂ ਦੇ ਦਰ ਤੋਂ ਕੀ ਕੁਝ ਪ੍ਰਾਪਤ ਹੁੰਦਾ। ਉਹਦੇ ਵਿੱਚ ਇਹ ਵੀ ਦੱਸ ਦਿੱਤਾ ਵੀ ਜੇ ਤਾਂ ਕੋਈ ਨਹੀਂ ਉਹਦੀ ਗੁਰੂ ਬਾਂਹ ਫੜ ਕੇ, ਜਿਹਨੂੰ ਕਿਤੇ ਟਿਕਾਣਾ ਨਹੀਂ, ਉਹਦੀ ਗੁਰੂ ਬਾਂਹ ਫੜ ਕੇ ਕਿੱਥੋਂ ਤੱਕ ਲਿਜਾ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਪੰਕਤੀਆਂ ਦੇ ਵਿੱਚ ਜਿੱਥੇ ਬਚਪਨ ਦੇ ਹਾਲਾਤਾਂ ਨੂੰ ਬਿਆਨ ਕਰ ਰਹੇ ਨੇ, ਨਾਲ ਹੀ ਗੁਰੂ ਦੀ ਸ਼ੋਭਾ, ਗੁਰੂ ਦੀ ਵਡਿਆਈ ਨੂੰ ਵੀ ਦੱਸ ਰਹੇ ਨੇ। ਸੋ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਪੁਰਬ ਜੋ ਪਿਛਲੇ ਸਮੇਂ ਦੇ ਅੰਦਰ ਸਮੁੱਚੇ ਸੰਸਾਰ ਅੰਦਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਨੇ, ਉੱਥੇ ਮਨਾਏ ਗਏ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪੁਰਬ। ਔਰ ਇੱਥੇ ਵੀ ਇੱਥੋਂ ਦੀ ਪ੍ਰਬੰਧਕ ਟੀਮ ਨੇ ਬਹੁਤ ਸਤਿਕਾਰਯੋਗ ਵੀਰ ਜੀ ਰਾਜਵੀਰ ਸਿੰਘ ਜੀ, ਸਮੁੱਚੇ ਹੀ ਪ੍ਰਬੰਧਕਾਂ ਦੇ ਨਾਲ ਮਿਲ ਕੇ, ਸਭਨਾਂ ਨਾਲ ਮਿਲ ਕੇ ਵਿਸ਼ੇਸ਼ ਉਪਰਾਲਾ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜੀਵਨੀ ਦੇ ਬਾਰੇ ਕਿਉਂ ਤੋਂ ਅਸੀਂ ਜਾਣੂ ਹੋਈਏ। ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਲੈਣ ਵਾਸਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਪਾਈਏ ਜੀ। ਪਿਆਰ ਸਤ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਦੀ ਵਡਿਆਈ ਜਿਹੜੀ ਹੈ, ਉਹਦੇ ਬਾਰੇ ਜਦੋਂ ਆਪਾਂ ਭੱਟਾਂ ਨੂੰ ਪੜ੍ਹਦੇ ਹਾਂ, ਭੱਟ ਸਾਹਿਬਾਨ ਜਿਨ੍ਹਾਂ ਦੀ ਪਵਿੱਤਰ ਬਾਣੀ 11 ਭੱਟਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਭੱਟ ਸਾਹਿਬਾਨ ਨੇ 122 ਸਵਈਏ ਗੁਰੂਆਂ ਦੀ ਉਸਤਤ ਵਿੱਚ ਉਚਾਰਨ ਕੀਤੇ ਨੇ। 122 ਦੇ ਵਿੱਚੋਂ 60 ਸਵਈਏ ਜਿਹੜੇ ਨੇ ਉਹ ਕੇਵਲ ਅਤੇ ਕੇਵਲ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਸਿਫਤ ਸਵਾਲੀ। ਉਹਨਾਂ ਨੇ ਤਕਰੀਬਨ 19 ਕੁ ਰਾਗਾਂ ਦੇ ਵਿੱਚ ਬਾਣੀ ਨੂੰ ਉਚਾਰਨ ਕੀਤਾ। ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ 30 ਰਾਗਾਂ ਵਿੱਚੋਂ ਬਾਣੀ ਉਚਾਰੀ ਹੈ। 30 ਰਾਗਾਂ ਦੇ ਵਿੱਚ 2 ਗੁਰੂ ਸਾਹਿਬਾਨ ਦੀ ਹੀ ਬਾਣੀ ਹੈ। ਇੱਕ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ, ਇੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ। 22 ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਉਹਦੇ ਵਿੱਚੋਂ 8 ਵਾਰਾਂ ਕੇਵਲ ਗੁਰੂ ਰਾਮਦਾਸ ਜੀ ਪਾਤਸ਼ਾਹ ਦੀਆਂ ਨੇ। 22 ਦੇ ਵਿੱਚੋਂ 8 ਵਾਰਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਜਿਹੜੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਾਰੇ ਜਦੋਂ ਭੱਟ ਜ਼ਿਕਰ ਕਰਦੇ ਨੇ, ਸਤਿਗੁਰ ਮਤ ਗੂੜ ਬਿਮਲ ਸਤ ਸਾਗਰ, ਆਤਮ ਰੰਗ ਚਲੂਲ ਪਿਆ, ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ, ਅਭੈ ਨਿਰੰਜਨ ਘਰੇ ਲਹਾ। ਸਤਿਗੁਰ ਮਤ ਗੂੜ ਬਿਮਲ ਸਤ ਸਾਗਰ, ਸਤਿਗੁਰੂ ਦੀ ਜਿਹੜੀ ਮੱਤ ਹੈ ਗੁਰੂ ਰਾਮਦਾਸ ਦੀ ਬਹੁਤ ਡੂੰਘੀ ਹੈ, ਬਹੁਤ ਡੂੰਘੀ, ਬਹੁਤ ਡੂੰਘੀ। ਜਿੱਥੇ ਗੁਰੂ ਪਾਤਸ਼ਾਹ ਦੀ ਸੋਚ ਹੈ, ਮੱਤ ਹੈ, ਵਿਚਾਰਧਾਰਾ, ਸਤਿਗੁਰ ਮਤ ਗੂੜ ਬਿਮਲ ਸਤ ਸਾਗਰ, ਉੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਜਿਹੜੀ ਹੈ ਬੜੇ ਪਵਿੱਤਰ ਲੋਕਾਂ ਦੇ ਨਾਲ ਹੈ। ਉੱਠਣੀ ਬੈਠਣੀ ਅਤੇ ਉਹਨਾਂ ਦੇ ਨਾਲ ਸਤ ਸੰਗੀ ਜਿਹੜੇ ਨੇ ਉਹ ਬੜੇ ਪਵਿੱਤਰ ਨੇ। ਨਾਲ ਦੀ ਨਾਲ ਆਤਮ ਰੰਗ ਚਲੂਲ ਪਿਆ, ਗੁਰੂ ਰਾਮਦਾਸ ਜੀ ਦਾ ਆਤਮਿਕ ਅਵਸਥਾ ਦਾ ਜ਼ਿਕਰ ਕਰਦੇ ਨੇ ਕਿ ਅੰਦਰੋਂ ਰੱਬ ਦੇ ਨਾਲ ਇੱਕ ਮਿੱਕ ਅਤੇ ਆਤਮਿਕ ਰੰਗ ਦੇ ਵਿੱਚ ਗੂੜ੍ਹੇ ਰੰਗ ਵਿੱਚ ਰੰਗੇ ਹੋਏ। ਗੂੜ੍ਹੇ ਰੰਗ, ਚਲੂਲ ਦਾ ਭਾਵ ਹੈ ਗੂੜ੍ਹੇ ਰੰਗ ਵਿੱਚ ਚੰਗੀ ਤਰ੍ਹਾਂ ਰੰਗੇ ਹੋਣਾ। ਅਗਲੀ ਗੱਲ ਜਿਹੜੀਆਂ ਸਮਝਣ ਵਾਲੀਆਂ ਗੱਲਾਂ ਹੁੰਦੀਆਂ ਨੇ ਗੁਰੂ ਪਾਤਸ਼ਾਹ ਦੀਆਂ, ਉਹ ਭੱਟ ਜਨਾਂ ਨੇ ਬੜੀਆਂ ਡੂੰਘਾਈ ਦੇ ਵਿੱਚ ਇੱਕ ਇੱਕ ਗੱਲ ਦੇ ਉੱਤੇ ਖਲੋਈਏ ਅਤੇ ਬੜਾ ਕੁਝ ਉਹਦੇ ਵਿੱਚੋਂ ਮਿਲਦਾ ਹੈ। ਆਪਾਂ ਬਾਣੀ ਪੜ੍ਹ ਕੇ ਸਾਰੀ ਦੀ ਸਾਰੀ ਅੱਗੇ ਚਲੇ ਜਾਈਏ, ਇੱਕ ਵੱਖਰੀ ਗੱਲ ਹੈ, ਕਿਉਂਕਿ ਪੜ੍ਹਦੇ ਤਾਂ ਆਪਾਂ ਰੋਜ਼ਾਨਾ ਹੀ ਹਾਂ।
ਪਰ ਜੇ ਗੁਰੂ ਪਾਤਸ਼ਾਹ ਦੀ ਨਿਮਰਤਾ ਨੂੰ ਸਮਝਣਾ ਹੋਵੇ ਵੀ ਉਹਦੇ ਵਿੱਚ ਨਿਮਰਤਾ ਕਿੰਨੀ, ਉਹਦੇ ਵਿੱਚੋਂ ਸਾਨੂੰ ਰਹਿ ਰਾਸਤੇ ਵਿੱਚੋਂ ਵੀ ਪਤਾ ਲੱਗ ਜਾਂਦਾ। ਜਦੋਂ ਸ਼ਾਮ ਨੂੰ ਸੋਧਾ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ। ਆਪਣੇ ਆਪ ਨੂੰ ਬਹੁਤ ਜ਼ਿਆਦਾ ਨਿਮਰਤਾ ਵਿੱਚ ਦੱਸ ਰਹੇ ਨੇ, ਗੁਰੂ ਦੇ ਘਰ ਦੀ ਵਡਿਆਈ ਨੂੰ ਬਿਆਨ ਕਰਦੇ ਨੇ, ਔਰ ਆਪਣੇ ਆਪ ਨੂੰ ਕੀਟ ਦੱਸ ਰਹੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿ ਜੇ ਰੱਬ ਦੇ ਘਰ ਵਿੱਚੋਂ ਕੁਝ ਮਿਲਿਆ ਏ ਤੇ ਉਸ ਗੁਰੂ ਦੇ ਅੰਦਰ ਨਿਮਰਤਾ ਕਿੰਨੀ ਕੁ ਸੀ। ਹੁਣ ਅਗਲੀ ਗੱਲ ਮੈਂ ਕਹਿ ਰਿਹਾ ਸੀ, ਜਾਗਿਆ ਮਨ, ਉਹਨਾਂ ਦਾ ਮਨ ਜਿਹੜਾ ਸੀ, ਭੱਟ ਜਨ ਕਹਿੰਦੇ ਨੇ ਜਾਗਿਆ ਹੋਇਆ। ਬਹੁਤੇ ਅਸੀਂ ਸੰਸਾਰ ਦੇ ਜੀਵ ਜਿਹੜੇ ਹਾਂ, ਭਾਵੇਂ ਦੁਨੀਆ ਦੀਆਂ ਗਿਆਨ ਦੀਆਂ ਗੱਲਾਂ ਪੜ੍ਹਦੇ ਹਾਂ, ਦੁਨੀਆ ਵਿੱਚ ਵਿਚਰਦੇ ਹਾਂ, ਪਰ ਜਿੱਥੋਂ ਤੱਕ ਸਾਡੇ ਮਨ ਦੀ ਗੱਲ ਹੈ ਉਹਦੇ ਬਾਰੇ ਤੇ ਗੁਰੂ ਅਮਰਦਾਸ ਜੀ ਸਾਨੂੰ ਰੋਜ਼ਾਨਾ ਹੀ ਦੱਸਦੇ ਨੇ, ਤੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਕਿ ਸਾਰਾ ਸੰਸਾਰ ਹੀ ਮੋਹ ਮਾਇਆ ਦੀ ਨੀਂਦ ਵਿੱਚ ਇਹੋ ਜਿਹਾ ਸੁੱਤਾ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਜੋ ਕਿਸੇ ਕਹਿ ਸਕਦਾ ਕਿ ਜਾਣ ਪਹਿਚਾਣ ਦੀ ਮੁਹਤਾਜ ਨਹੀਂ, ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ ਸਾਹਿਬ, ਉਹ ਸਾਡੇ ਕੋਲ ਆਏ ਨੇ ਵਿਸ਼ੇਸ਼ ਸੱਦੇ ਦੇ ਉੱਤੇ ਜਿਹੜਾ ਪ੍ਰੋਗਰਾਮ ਲਿਖਿਆ। ਮੈਂ ਉਹਨਾਂ ਦੇ ਸਾਹਮਣੇ ਤੇ ਕੀ ਵਿਚਾਰਧਾਰਾ ਆਪਣੀ ਰੱਖ ਸਕਦਾ। ਮੈਂ ਤੇ ਗੁਰੂ ਦੀਆਂ ਗੱਲਾਂ ਮੈਂ ਸਾਂਝੀਆਂ ਜਿਹੜੀਆਂ ਤੁਹਾਡੇ ਨਾਲ ਕਰ ਰਿਹਾ ਸੀ ਕਿ ਜਿਤਨਾ ਮਰਜ਼ੀ ਅਸੀਂ ਸੰਸਾਰ ਦੀ ਦੁਨੀਆ ਦਾ ਗਿਆਨ ਪੜ੍ਹਦੇ ਵਿਚਰਦੇ, ਉਹ ਵੀ ਉਹ ਗੱਲਾਂ ਬੈਠੀਆਂ ਹੋਇਆਂ ਅੰਦਰ ਵੀ ਕੁਝ ਮਿੰਟ ਕੁਝ ਸਮੇਂ ਦੇ ਵਿੱਚ ਗੱਲਾਂ ਕੀਤੀਆਂ ਨੇ, ਤੇ ਉਹਦੇ ਵਿੱਚ ਕਿ ਅਸੀਂ ਪੰਜਾਬ ਕਿਵੇਂ ਸੁੱਤਾ ਹੈ, ਪੰਜਾਬ ਦੇ ਲੋਕ ਕਿਵੇਂ ਸੁੱਤੇ ਨੇ, ਜਿੰਨਾ ਚਿਰ ਤੱਕ ਸਾਡੇ 'ਤੇ ਵੱਡੀਆਂ ਵਿਪਤਾਵਾਂ ਨਹੀਂ ਪੈਂਦੀਆਂ, ਮੁਸ਼ਕਿਲਾਂ ਨਹੀਂ ਆਉਂਦੀਆਂ, ਸਿਰ ਤੋਂ ਪਾਣੀ ਨਹੀਂ ਲੰਘ ਜਾਂਦਾ, ਅਸੀਂ ਉਹਨਾਂ ਚਿਰ ਤੱਕ ਜਾਗਦੇ ਨਹੀਂ। ਸਾਡੀ ਜਾਗ ਜਿਹੜੀ ਹੈ ਉਹ ਖੁੱਲ੍ਹਦੀ ਨਹੀਂ। ਅਸੀਂ ਮੋਹ ਮਾਇਆ ਵਿੱਚ ਮਸਤ ਹਾਂ। ਏਸੀ ਕਮਰੇ ਮਿਲ ਗਏ ਨੇ, ਵੱਡੀਆਂ ਗੱਡੀਆਂ ਮਿਲ ਗਈਆਂ ਨੇ, ਤੇ ਅਸੀਂ ਉੱਥੋਂ ਤੱਕ ਸਾਡੀ ਸੋਚ ਦਾ ਦਾਇਰਾ ਜਿਹੜਾ ਸੁੱਤਿਆਂ ਹੋਇਆਂ ਦਾ ਸੀਮਤ ਹੈ ਕਿ ਬਸ ਇੱਥੋਂ ਤੱਕ ਠੀਕ ਹੈ। ਦੇਸ਼ ਦਾ ਕੀ ਹੋ ਰਿਹਾ, ਸਾਡੇ ਧਰਮ ਦਾ ਕੀ ਹੋ ਰਿਹਾ, ਸਾਡੇ ਨਾਲ ਕੀ ਹੋ ਰਿਹਾ, ਕਿਹੋ ਜਿਹੀ ਗੁਲਾਮੀ ਦੇ ਵਿੱਚ ਅਸੀਂ ਤੁਰੇ ਜਾ ਰਹੇ ਹਾਂ। ਸਾਨੂੰ ਇਸ ਗੱਲ ਦਾ ਅਹਿਸਾਸ ਕਿਉਂ ਨਹੀਂ? ਕਿਉਂਕਿ ਅਸੀਂ ਜਾਗੇ ਹੋਏ ਨਹੀਂ। ਇਹੀ ਸਭ ਤੋਂ ਵੱਡਾ ਕਾਰਨ ਹੈ। ਤੇ ਜਿਹੜਾ ਜਾਗਿਆ ਮਨ ਹੈ ਉਹ ਕਹਿੰਦਾ ਏ ਕਿ ਸਾਡਾ ਭਲਾ ਉਦੋਂ ਹੋ ਸਕਦਾ ਹੈ ਕਿ ਜਦੋਂ ਅਸੀਂ ਇਹੋ ਜਿਹੀ ਰਾਜਨੀਤੀ ਦੇ ਘੇਰੇ ਦੇ ਵਿੱਚੋਂ ਨਿਕਲ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ ਨਾ। ਕਹਿੰਦੇ ਮੈਂ ਜੁੜਿਆ ਹਾਂ, ਕਿਉਂਕਿ ਜਿਹੜਾ ਜਾਗਿਆ ਮਨ ਹੈ ਉਹ ਉਧਰਲੇ ਪਾਸੇ ਜੁੜਿਆ ਹੋਇਆ ਹੈ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਇਹ ਸਾਰੇ ਸੁੱਤੇ ਹੋਏ ਲੋਕ ਨੇ ਜਿਹੜੇ ਧੜੇਬੰਦੀ ਦੇ ਵਿੱਚ ਵੰਡੇ ਨੇ, ਔਰ ਅਸੀਂ ਵੰਡੇ ਹੋਏ ਹਾਂ, ਜਿਸ ਕਰਕੇ ਸਾਡੀਆਂ ਮੁਸ਼ਕਿਲਾਂ ਦਿਨੋਂ ਪ੍ਰਤੀ ਦਿਨ ਜਿਹੜੀਆਂ ਨੇ ਵੱਧਦੀਆਂ ਪਈਆਂ ਨੇ। ਜਦੋਂ ਅਸੀਂ ਜਾਗ ਜਾਵਾਂਗੇ ਤਾਂ ਸਾਡੇ ਅੰਦਰ ਇੱਕ ਕ੍ਰਾਂਤੀ ਆਵੇਗੀ, ਇੱਕ ਇਨਕਲਾਬ ਆਵੇਗਾ। ਜਿਸ ਇਨਕਲਾਬ ਨਾਲ ਇਹ ਧੜੇਬੰਦੀ ਖਤਮ ਹੋਵੇਗੀ ਤੇ ਸਾਡਾ ਇੱਕ ਹੀ ਧੜੇ ਹੋਵੇਗਾ। ਜਿਵੇਂ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਮਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਮੇਰਾ ਜੇ ਧੜਾ ਹੈ ਤੇ ਉਹ ਵਾਹਿਗੁਰੂ ਪਰਮਾਤਮਾ ਵਾਲੇ ਪਾਸੇ, ਰੱਬ ਨਾਲ ਮੇਰੀ ਸਾਂਝ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ। ਤੇ ਜਦੋਂ ਰੱਬ ਨਾਲ ਸਾਂਝ ਹੋ ਜਾਂਦੀ ਹੈ ਨਾ, ਉਹ ਫਿਰ ਬੜੀ ਬਖਸ਼ਿਸ਼ ਕਰਦਾ ਏ, ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਏ, ਉਹ ਸਭ ਨੂੰ ਨਾਲ ਲੈ ਕੇ ਚੱਲਦਾ। ਖੈਰ ਮੈਂ ਬਹੁਤਾ ਵਿਸਥਾਰ ਦੇ ਵਿੱਚ ਨਹੀਂ ਜਾਂਦਾ, ਪਰ ਗੁਰੂ ਪਾਤਸ਼ਾਹ ਮਹਾਰਾਜ ਦੀ ਅਵਸਥਾ ਜਿਹੜੀ ਹੈ, ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ, ਉਹਦਾ ਮਨ ਭੱਟ ਜਨ ਕਹਿੰਦੇ ਨੇ ਗੁਰੂ ਰਾਮਦਾਸ ਜੀ ਪਾਤਸ਼ਾਹ, ਤੇਰਾ ਜਾਗਿਆ ਹੋਇਆ ਏ, ਤੇਰੇ ਅੰਦਰ ਦਾ ਕਵਲ ਹੈ ਜਿਹੜਾ ਹਿਰਦਾ ਰੂਪੀ ਕਵਲ। ਕਹਿੰਦੇ ਉਹ ਕਵਲ ਜਿਹੜਾ ਹੈ ਉਹ ਖਿੜਿਆ ਹੋਇਆ ਕਵਲ ਹੈ, ਨਾ ਕਿ ਮੂਧਾ ਪਿਆ ਹੋਇਆ ਕਵਲ ਹੈ। ਮੂਧੇ ਦੇ ਵਿੱਚ ਤੇ ਕੁਛ ਵੀ ਨਹੀਂ ਪੈਣਾ। ਕਹਿੰਦੇ ਉਹਦੇ ਭਾਂਡੇ ਕਛ ਨਾ ਪਸਮਾਵੇ ਸੀ ਤੇ ਅੰਮ੍ਰਿਤ ਭਰੇ ਨਿਹਾ। ਸਿੱਧੇ ਦੇ ਵਿੱਚ ਤੇ ਕੁਝ ਨਾ ਕੁਝ ਪਵੇਗਾ, ਤੇ ਮੂਧੇ ਭਾਂਡੇ ਵਿੱਚ ਕੀ ਪਵੇਗਾ? ਕੁਝ ਨਹੀਂ ਪੈਣਾ। ਜੇ ਸਾਡੇ ਅੰਦਰ ਪ੍ਰਕਾਸ਼ ਹੋਵੇਗਾ, ਸਿੱਧਾ ਹੋਵੇਗਾ, ਤੇ ਤਾਂ ਗੱਲ ਜਾ ਕੇ ਬਣਨੀ ਹੈ। ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਿਰਪਾ ਕਰਦਿਆਂ ਹੋਇਆਂ ਇਹ ਸਾਰੀਆਂ ਜਿਹੜੀਆਂ ਬਖਸ਼ਾਂ ਨੇ
ਉਹ ਮੈਨੂੰ ਕਿੱਥੋਂ ਮਿਲਦੀਆਂ ਨੇ, ਉਹ ਕਿੱਥੋਂ ਮੈਨੂੰ ਪ੍ਰਾਪਤ ਹੋਈਆਂ, ਉਹ ਸਾਰੀ ਖੇਡ ਜਿਹੜੀ ਸੀ ਉਹ ਜਾ ਕੇ ਕਿੱਥੋਂ ਵਰਤੀ ਏ। ਸਤਿਗੁਰ ਪ੍ਰਸਾਦ ਪਰਮ ਪਦ ਪਾਇਆ। ਉੱਥੇ ਉਹਨਾਂ ਨੇ ਇੱਕ ਬਚਨ ਕੀਤਾ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਪਰਮ ਪਦਵੀ ਜਿਹੜੀ ਏ ਉਹ ਹਾਸਲ ਹੋਈ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੂੰ ਭੱਟ ਜਾਣੇ ਕਹਿੰਦੇ ਨੇ। ਇੱਕ ਗੱਲ ਉਹਨਾਂ ਨੇ ਹੋਰ ਬੜੀ ਬਰੀਕੀ ਦੀ ਲਿਖੀ, ਅਨਭਉ ਅਨੁਮਾਨ ਅਕਲ ਲਿਵ ਲਾਗੀ। ਅਨਭਉ ਆਪਾਂ ਕਹਿੰਦੇ ਜਿੱਥੇ ਗਿਆਨ ਹੋ ਜਾਂਦਾ, ਕਿਸੇ ਨੂੰ ਸੋਝੀ ਹੋ ਜਾਂਦੀ ਹੈ ਗਿਆਨ। ਇੱਕ ਗਿਆਨ ਪੜ੍ਹ ਲੈਣਾ ਹੋਰ ਗੱਲ ਹੈ, ਇੱਕ ਗਿਆਨ ਦਾ ਹੋ ਜਾਣਾ, ਉਹ ਦੋਨੋਂ ਵੱਖਰੇ ਵੱਖਰੇ ਵਿਸ਼ੇ। ਅਸੀਂ ਸਾਰੇ ਇਹ ਗਿਆਨ ਦੀ ਗੱਲ ਪੜ੍ਹਦੇ ਹਾਂ ਕਿ ਝੂਠ ਨਹੀਂ ਬੋਲਣਾ ਚਾਹੀਦਾ। ਟੀਚਰ ਸਾਹਿਬਾਨ ਸਾਡੇ ਇਹ ਸਿਖਾਉਂਦੇ ਨੇ, ਟੀਚਰ ਵੀ ਪੜ੍ਹਾਉਂਦੇ ਨੇ, ਪਰ ਜਿੰਨਾ ਚਿਰ ਤੱਕ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਤੱਕ ਬੰਦਾ ਗਿਆਨ ਦੀ ਗੱਲ ਸੁਣ ਕੇ ਵੀ, ਗਿਆਨ ਦੀ ਗੱਲ ਪੜ੍ਹ ਕੇ ਵੀ, ਪੜ੍ਹਾਉਣ ਵਾਲਾ ਅਤੇ ਪੜ੍ਹਨ ਵਾਲਾ ਦੋਨੋਂ ਹੀ ਝੂਠ ਬੋਲੀ ਜਾਂਦੇ ਨੇ। ਮਾਫ਼ ਕਰਨਾ। ਪਰ ਜਦੋਂ ਗਿਆਨ ਹੋ ਗਿਆ ਉਦੋਂ ਭਾਵੇਂ ਚਰਖੜੀਆਂ 'ਤੇ ਚੜ੍ਹ ਜਾਵੇ, ਭਾਵੇਂ ਬੰਦ ਕੱਟਿਆ ਜਾਵੇ, ਭਾਵੇਂ ਆਰਿਆਂ ਨਾਲ ਚੀਰਿਆ ਜਾਵੇ, ਨਾ ਤਾਂ ਕੋਈ ਝੂਠ ਬੁਲਾ ਸਕਦਾ ਹੈ ਅਤੇ ਨਾ ਉਹ ਬੋਲ ਸਕਦਾ ਹੈ। ਉਹ ਸੱਚ 'ਤੇ ਪਹਿਰਾ ਦਿੰਦਾ। ਦੇਖੋ ਇਹ ਗਿਆਨ ਜਦੋਂ ਹੋ ਜਾਂਦਾ, ਉੱਥੇ ਭੱਟ ਜਨ ਕਹਿੰਦੇ ਨੇ ਅਨਭਉ ਉਨਮਾਨ। ਅਗਲੇ ਪਾਸੇ ਉਨਮਾਨ ਦੀ ਗੱਲ ਕੀਤੀ, ਜਿਵੇਂ ਕਹਿੰਦੇ ਮੈਂ ਇਸ ਚੀਜ਼ ਦਾ ਅਨੁਮਾਨ ਲਗਾਉਂਦਾ। ਉਹ ਕਿੱਥੋਂ ਲਾਉਂਦਾ? ਅਨੁਮਾਨ ਬੰਦਾ ਲਾਉਂਦਾ ਹੈ ਵਿਦਿਆ ਦੇ ਵਿੱਚੋਂ, ਗਿਆਨ ਦੇ ਵਿੱਚੋਂ। ਉਹਨੂੰ ਅਨੁਮਾਨ ਲਾਉਣਾ ਆ ਜਾਂਦਾ ਹੈ। ਜਿੰਨੇ ਕਿਸੇ ਨੇ ਵਿਦਿਆ ਪੜ੍ਹੀ ਵੀ ਮੈਂ ਇਸ ਚੀਜ਼ ਦੀ ਮਿਣਤੀ ਕਰ ਦਊਂਗਾ, ਗਿਣਤੀ ਕਰ ਦਊਂਗਾ, ਉਹ ਕਹਿੰਦੇ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਨੂੰ ਆਤਮਿਕ ਗਿਆਨ ਹੋਇਆ, ਪਰ ਉਹਨਾਂ ਨਾਲ ਨਾਲ ਗਿਆਨ ਦੀ ਵਿਚਾਰ ਵੀ ਕੀਤੀ। ਉਹ ਵਿਚਾਰ ਕਰਦੇ ਰਹੇ, ਗਿਆਨ ਨੂੰ ਵਿਚਾਰਦੇ ਰਹੇ ਵੀ ਇਹ ਜੋ ਗੁਰੂ ਮਹਾਰਾਜ ਗੱਲਾਂ ਕਹਿ ਰਹੇ ਨੇ ਉਹ ਕੀ ਨੇ। ਉਹਨੀ ਵਿਚਾਰ ਕਰਦੇ ਰਹੇ। ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਦੇ, ਬਾਣੀ ਬਿਰਲੋ ਵਿਚਾਰ ਸੀ। ਪੜ੍ਹਦੇ ਸਾਰੇ ਨੇ ਪਰ ਵਿਚਾਰ ਜਿਹੜੇ ਨੇ ਉਹ ਵਿਰਲੇ ਕਰਦੇ ਨੇ ਕਿ ਸਤਿਗੁਰੂ ਜੀ ਨੇ ਬਾਣੀ ਵਿੱਚ ਮੈਨੂੰ ਕੀ ਕਿਹਾ ਹੈ। ਦੇਖੋ ਇਹ ਦੋਨੋਂ ਵੱਖਰੀਆਂ ਗੱਲਾਂ ਨੇ। ਜਿਹੜਾ ਹੁਣ ਵਿਚਾਰ ਕਰਦਾ ਬਾਣੀ ਕੀ ਕਹਿ ਰਹੀ ਹੈ, ਉਹ ਦੂਜੇ ਨੂੰ ਦੱਸੇਗਾ ਕਿ ਬਾਣੀ ਨੇ ਆਹ ਗੱਲ ਕਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ, ਉਹ ਇਹ ਕਹੇਗਾ। ਹੁਣ ਤੁਸੀਂ ਬਾਣੀ ਸਾਰੇ ਆਪਾਂ ਪੜ੍ਹਦੇ ਹਾਂ, ਪਰ ਜੇ ਬਾਣੀ ਦੀ ਵਿਚਾਰ ਕੀਤੀ ਹੋਵੇਗੀ ਤਾਂ ਅਸੀਂ ਆਪਣੇ ਬੱਚੇ ਨੂੰ ਉਹ ਵਿਚਾਰ ਦੱਸਾਂਗੇ ਕਿ ਗੁਰੂ ਪਾਤਸ਼ਾਹ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਵੀ ਪ੍ਰਸ਼ਾਦਾ ਛਕਣ ਤੋਂ ਪੁੱਤਰ ਆਪਾਂ ਇੱਦਾਂ ਇੱਕ ਅਰਦਾਸ ਕਰੀਏ ਕਿ ਗੁਰਾ ਇੱਕ ਦੇ ਬਜਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿਹੜਾ ਰਿਜ਼ਕ ਦੇਣ ਵਾਲਾ ਨਾ ਬਾਪੂ, ਇਹ ਤੇਰਾ ਦਿੱਤਾ ਹੋਇਆ, ਅਤੇ ਮੇਰੇ 'ਤੇ ਗੁਰੂ ਪਾਤਸ਼ਾਹ ਕਿਰਪਾ ਕਰਕੇ ਆਹ ਰਿਜ਼ਕ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਮੈਨੂੰ ਨਾ ਭੁੱਲੇ। ਉਹ ਆਪਣੇ ਬੱਚੇ ਨੂੰ ਸਮਝਾਵੇਗਾ ਵੀ ਗੁਰੂ ਪਾਤਸ਼ਾਹ ਮਹਾਰਾਜ ਆਹ ਗੱਲ ਕਹਿ ਰਹੇ ਨੇ। ਉਹਨੇ ਗਿਆਨ ਨੂੰ ਵਿਚਾਰਿਆ, ਅੱਗੇ ਗਿਆਨ ਜਿਹੜਾ ਸੀ ਅੱਗੇ ਦੇ ਦਿੱਤਾ। ਪਰ ਜਿਹਨੇ ਜਪਜੀ ਸਾਹਿਬ ਪੜ੍ਹਿਆ ਹੈ ਪਰ ਗਿਆਨ ਦੀ ਵਿਚਾਰ ਕੋਈ ਨਹੀਂ ਕੀਤੀ, ਉਹਨੇ ਇਹ ਗੱਲ ਅਗਲੇ ਪਾਸੇ ਆਪਣੇ ਬੱਚੇ ਨੂੰ ਨਹੀਂ ਕਹੀ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਆਪਾਂ ਇੱਕ ਬੇਨਤੀ ਕਰ ਲਈਏ ਵਾਹਿਗੁਰੂ ਜੀ ਨੂੰ ਕਿ ਤੇਰਾ ਦਿੱਤਾ ਹੋਇਆ ਵਾਹਿਗੁਰੂ ਜੀ ਖਾਣ ਲੱਗੇ ਹਾਂ। ਉਹ ਇਹ ਵੀ ਨਹੀਂ ਗੱਲ ਕਹਿ ਸਕਿਆ ਕਿਉਂਕਿ ਉਹਨੇ ਗਿਆਨ ਪੜ੍ਹਿਆ ਹੀ ਪਰ ਗਿਆਨ ਦੀ ਵਿਚਾਰ ਨਹੀਂ ਕੀਤੀ ਹੋਈ। ਜਿਹੜਾ ਵਿਚਾਰ ਕਰ ਲਵੇਗਾ ਉਹਦੇ ਅੰਦਰ ਜਦੋਂ ਵਿਚਾਰ ਆਣ ਕੇ ਵਸੇਗੀ, ਉਹ ਦੂਜੇ ਨੂੰ ਵੀ ਉਹ ਅਗਲੇ ਪਾਸੇ ਦੱਸੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਕੁਝ ਜਿੱਥੋਂ ਮਿਲਿਆ ਇੱਕ ਤੇ ਉਹ ਵਿਚਾਰ ਕੀਤੀ, ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਨੇ ਜੋ ਕੁਝ ਗਿਆਨ ਸੀ ਉਹਨਾਂ ਦੇ ਅੰਦਰ ਅਨਭਉ, ਉਹ ਸੰਸਾਰ ਦੀ ਝੋਲੀ ਦੇ ਵਿੱਚ ਵੀ ਗੁਰੂ ਪਾਤਸ਼ਾਹ ਮਹਾਰਾਜ ਨੇ ਪਾਇਆ। ਅਤੇ ਕੁਝ ਜਿਹੜਾ ਸੀ ਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੋਂ ਤੱਕ ਵੀ ਵਿਚਾਰ ਜਦੋਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਉਹ ਇਹ ਵੀ ਬਖਸ਼ਿਸ਼ ਕਰਦੇ ਨੇ ਕਿ ਮੇਰੇ ਅੰਦਰ ਰੱਬ ਦਾ ਜੇ ਨਾਮ ਵਸਿਆ ਏ ਤੇ ਗੁਰੂ ਕਰਕੇ ਵਸਿਆ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਤੇ ਜਿਦ ਕੋ ਰੱਬ ਦਾ ਨਾਮ ਨਹੀਂ, ਨਾਮ ਦੇ ਉੱਤੇ ਗੁਰੂ ਪਾਤਸ਼ਾਹ ਜੀ ਬਹੁਤ ਜ਼ਿਆਦਾ ਆਪਣੀ ਵਿਚਾਰਧਾਰਾ ਕੇਂਦਰਿਤ ਕਰਦੇ ਨੇ। ਜਿੱਥੇ ਮੰਗਦੇ ਨੇ ਗੁਰੂ ਦੇ ਕੋਲੋਂ ਕੀਟ ਬਣ ਕੇ ਨਾਮ ਦੀ ਗੱਲ ਮੰਗਦੇ ਨੇ ਕਿ ਮੇਰੇ ਅੰਦਰ ਪ੍ਰਕਾਸ਼ ਹੋ ਜਾਵੇ ਤੇਰੇ ਨਾਮ ਦਾ ਵਾਹਿਗੁਰੂ ਸੱਚੇ ਪਾਤਸ਼ਾਹ, ਉੱਥੇ ਨਾਲ ਨਾਮ ਦੇ ਉੱਤੇ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਇੰਨੀ ਜ਼ਿਆਦਾ ਹੈ ਤੇ ਇੰਨੀ ਗੁਰੂ ਪਾਤਸ਼ਾਹ ਮਹਾਰਾਜ ਕਈ ਵਾਰ ਸਟਰੋਂਗ ਗੱਲ ਕਰ ਦਿੰਦੇ ਨੇ
ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਨੇ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ। ਉਹਦੇ ਵਿੱਚ ਇਹ ਤਾਂ ਮਤਲਬ ਇਹ ਵੀ ਦੱਸ ਰਹੇ ਨੇ ਕਿ ਮਾਤਾ ਦਾ ਵੀ ਇੱਕ ਰੋਲ ਹੈ ਕਿ ਪੁੱਤਰ ਨੂੰ ਰੱਬ ਵਾਲੇ ਪਾਸੇ ਜੋੜਨ ਵਾਸਤੇ ਮਾਤਾ ਦੇ ਰੋਲ ਵੀ ਬਣਦਾ ਹੈ, ਮਾਤਾ ਦਾ ਵੀ ਕੁਝ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਨੂੰ ਕਿਵੇਂ ਰੱਬ ਨਾਲ ਜੋੜੇ, ਪਰਮੇਸ਼ਰ ਦੇ ਨਾਲ। ਜੇ ਨਹੀਂ ਉਹਦਾ ਬੱਚਾ ਜੁੜਿਆ ਹੋਇਆ ਤੇ ਵਾਹਿਗੁਰੂ ਪਰਮਾਤਮਾ ਫਿਰ ਤੂੰ ਭਾਵੇਂ ਇਹਨੂੰ ਜਨਮ ਦੇਣ ਦਾ ਅਧਿਕਾਰ ਨਾ ਦਿੰਦਿਆਂ ਤੇ ਵਾਹਿਗੁਰੂ ਪਰਮੇਸ਼ਰ ਜੀ ਇਹ ਵੀ ਠੀਕ ਸੀ। ਉਹਦਾ ਕਾਰਨ ਕੀ ਦੱਸਦੇ ਨੇ, ਕਹਿੰਦੇ ਨੇ ਕਿ ਉਹ ਨਿਤ ਨਵੀਂ ਮੌਤ ਮਰਦਾ ਹੈ ਜਿਹਦੇ ਅੰਦਰ ਰੱਬ ਦਾ ਨਾਮ ਨਹੀਂ ਹੁੰਦਾ। ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਣੀ ਦੇਹ ਫਿਰੇ ਬਿਨ ਨਾਵੇਂ ਉਹ ਖੱਪ ਖੱਪ ਮੋਏ ਕਰਾਂਝਾ। ਅੰਦਰੋਂ ਹੀ ਅੰਦਰ ਦੁਖੀ ਹੋ ਕੇ ਖੱਪ ਖੱਪ ਕੇ ਕਰੁੱਜ ਕੇ ਅੰਦਰ ਹੀ ਅੰਦਰ ਉਹ ਰੋਜ਼ਾਨਾ ਮਰ ਰਿਹਾ ਜਿਹਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਹੈਗਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਨਾਮ ਦੀ ਵਿਚਾਰਧਾਰਾ ਨੂੰ ਵੀ ਬੜਾ ਉਜਾਗਰ ਕੀਤਾ, ਪ੍ਰਗਟ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ। ਉਹ ਜਿਵੇਂ ਬੱਚੇ ਹੁਣ ਕੀਰਤਨ ਕਰ ਰਹੇ ਸੀ ਤੇ ਰਾਗ ਦੇ ਵੀ ਧਨੀ ਨੇ ਗੁਰੂ ਪਾਤਸ਼ਾਹ ਮਹਾਰਾਜ, ਤਾਂ ਹੀ 30 ਰਾਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ। ਗੁਰੂ ਰਾਮਦਾਸ ਜੀ ਨੇ 4 ਲਾਵਾਂ ਉਹਨਾਂ ਦੀਆਂ ਬਖਸ਼ਿਸ਼ ਕੀਤੀਆਂ ਨੇ, ਜਿਹੜੀ ਸਿੱਖ ਪੰਥ ਦੀ ਉਹਨਾਂ ਨੇ ਇੱਕ ਵੱਖਰੀ ਮਰਿਆਦਾ ਦੁਨੀਆ ਦੇ ਅੰਦਰ ਕਾਇਮ ਕੀਤੀ ਤੇ ਪੰਥ ਨੂੰ ਸੰਸਾਰ ਦੇ ਅੰਦਰ ਵੱਖਰਾ ਵਿਸ਼ੇਸ਼ ਦਰਜਾ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਨੇ ਦਿਵਾਇਆ ਹੈ। ਕਿਉਂਕਿ ਜਨਮ ਸੰਸਕਾਰ ਤੇ ਆਨੰਦ ਸੰਸਕਾਰ ਤੇ ਇੱਕ ਮਰਨ ਸੰਸਕਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ 3 ਤਰ੍ਹਾਂ ਦੇ ਸੰਸਕਾਰ ਜਿਹੜੇ ਸੰਸਾਰ ਦੇ ਵਿੱਚ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਬਚਪਨ ਵਿੱਚ ਜਨੇਊ ਨਾ ਪਹਿਨ ਕੇ ਉਹ ਆਪਣਾ ਦੁਨੀਆ ਨਾਲੋਂ ਵੱਖਰਾ ਕਰਕੇ ਸਾਬਤ ਕਰਕੇ ਦੱਸ ਦਿੱਤਾ। ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਨੇ, ਵੈਸੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਹਿਲਾ ਆਨੰਦ ਕਾਰਜ ਜਿਹੜਾ ਬਟਾਲੇ ਦੀ ਧਰਤੀ 'ਤੇ ਹੋਇਆ ਉਹ ਮੂਲ ਮੰਤਰ ਦੇ ਦੁਆਲੇ ਪਰਿਕਰਮਾ ਕਰਕੇ ਹੀ ਹੋਇਆ, ਪਰ ਫਿਰ ਵੀ ਉਹਨੂੰ ਪੱਕੇ ਤੌਰ ਦੇ ਉੱਤੇ ਜੇ ਕੀਤਾ ਤੇ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ 4 ਲਾਵਾਂ ਦੀ ਬਖਸ਼ਿਸ਼ ਕਰਕੇ ਸਿੱਖ ਪੰਥ ਨੂੰ ਹੋਰ ਜਿਹੜਾ ਸੀ ਪੱਕਿਆਂ ਪੈਰਾਂ ਦੇ ਉੱਤੇ ਕੌਮ ਨੂੰ ਕਰ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਵਿੱਚ ਵੀ ਨਾਮ ਦੀ ਗੱਲ ਹੀ ਕਰਦੇ ਨੇ। ਪਹਿਲੀ ਲਾਮ ਦੇ ਵਿੱਚ ਹਰ ਪਹਿਲੜੀ ਲਾਮ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਨੇ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਪ੍ਰਵਿਰਤੀ ਕਰਮ ਜਿਹੜਾ ਕਰਨ ਵਾਸਤੇ ਕਹਿ ਰਹੇ ਨੇ, ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ। ਉਹ ਬਾਰ-ਬਾਰ ਰੱਬ ਦੇ ਨਾਮ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮੈਨੂੰ ਗੁਰੂ ਨੇ ਨਾਮ ਦ੍ਰਿੜ ਕਰਵਾਇਆ, ਤੁਸੀਂ ਦੋਨੋਂ ਪਤੀ ਪਤਨੀ ਨੇ ਰੱਬ ਦਾ ਨਾਮ ਦ੍ਰਿੜ ਕਰਵਾਉਣਾ ਹੈ, ਕਰਨਾ ਹੈ। ਕਿਉਂਕਿ ਅਸੀਂ ਅੱਜ ਬੱਚਿਆਂ ਦੀ ਸਿੱਖਿਆ ਦੀ ਗੱਲ, ਉਹ ਐਜੂਕੇਸ਼ਨ ਅਦਾਰੇ ਦੇ ਵਿੱਚ ਬੈਠੇ ਹਾਂ ਜਿੱਥੋਂ ਬੱਚਿਆਂ ਨੂੰ ਗਿਆਨ ਜਾਣਾ, ਬੱਚਿਆਂ ਨੂੰ ਵਿਚਾਰਧਾਰਾ ਜਾਣੀ, ਤੁਸੀਂ ਬੱਚਿਆਂ ਨੂੰ ਸਿਖਾਉਣਾ ਹੈ। ਪਰ ਉਹ ਤੋਂ ਪਹਿਲੋਂ ਜਿਹੜੇ ਮਾਂ-ਬਾਪ ਨੇ ਉਹ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਇਹਨਾਂ ਬਚਨਾਂ ਦੇ ਜਿੰਨਾ ਚਿਰ ਤੱਕ ਧਾਰਨ ਹੀ ਨਹੀਂ ਹੁੰਦੇ ਉਹਨਾਂ ਚਿਰ ਤੱਕ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਆਨੰਦ ਨਹੀਂ ਆਉਣਾ, ਉਹਨਾਂ ਵੀ ਉਸ ਪਾਸੇ ਨਹੀਂ ਲੱਗਣਾ। ਤੇ ਬੱਚੇ ਨੂੰ ਉਹ ਕੀ ਸਿੱਖਿਆ ਦੇਣਗੇ ਵੀ ਤੁਸੀਂ ਉਸ ਪਾਸੇ ਜੁੜੋ। ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਦੀ ਮਾਤਾ ਜੀ, ਮੈਂ 2-4 ਮਿੰਟ ਦੇ ਵਿੱਚ ਸਮਾਪਤੀ ਕਰਾਂ ਕਿਉਂਕਿ ਆਪਾਂ ਜੋ ਬਹੁਤ ਵੱਡੀ ਸ਼ਖਸੀਅਤ ਮੈਂ ਕਹਿ ਸਕਦਾ ਕੌਮ ਦੀ ਇਸ ਸਮੇਂ, ਔਰ ਬਹੁਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਬੜੇ ਲੰਮੇ ਸਮੇਂ ਤੋਂ, ਥੋੜ੍ਹਾ ਜਿਹਾ ਸਮਾਂ ਨਹੀਂ, ਅਸੀਂ ਥੋੜ੍ਹਾ ਜਿਹਾ ਸਮਾਂ ਇਸ ਕਰਕੇ ਕਹਿੰਦੇ ਕਿ ਸੋਸ਼ਲ ਮੀਡੀਆ ਦਾ ਯੁੱਗ ਹੁਣ ਆਇਆ। ਅਸੀਂ ਡਾਕਟਰ ਸਾਹਿਬ ਹੁਣਾਂ ਨੂੰ ਹੁਣ ਜਾਣਨਾ ਸ਼ੁਰੂ ਕੀਤਾ ਜਦੋਂ ਉਹਨਾਂ ਦੀ ਸਪੀਚਾਂ ਸੁਣਦੇ ਹਾਂ। ਹਰ ਥਾਂ ਦੇ ਉੱਤੇ ਅੱਜ ਕੱਲ੍ਹ ਮੋਰਚੇ ਲੱਗ ਰਹੇ ਨੇ, ਉੱਥੇ ਵੀ ਜਾ ਕੇ ਇਹ ਗੱਲਬਾਤ ਕਰਦੇ ਨੇ ਕਿਸਾਨਾਂ ਦੇ ਨਾਲ। ਕੋਈ ਵੀ ਪੰਥ ਦਾ ਮੁੱਦਾ ਹੁੰਦਾ ਤੇ ਡਾਕਟਰ ਸਾਹਿਬ ਦੀ ਹਾਜ਼ਰੀ ਉਹਦੇ ਵਿੱਚ ਜ਼ਰੂਰ ਹੁੰਦੀ ਹੈ, ਕਿਉਂਕਿ ਉਹ ਇੱਕ ਪੰਥ ਦਰਦੀ ਵੀ ਨੇ, ਪੰਜਾਬ ਦਾ ਦਰਦ ਵੀ ਰੱਖਣ ਵਾਲੇ ਨੇ, ਔਰ ਬੜੇ ਲੰਮੇ ਸਮੇਂ ਤੋਂ ਇਹ ਲਿਖਦੇ ਆ ਰਹੇ ਨੇ ਰਸਾਲਿਆਂ ਦੇ ਵਿੱਚ ਵੀ। ਮੈਂ ਜਦੋਂ ਕੈਨੇਡਾ ਦੀ ਧਰਤੀ 'ਤੇ ਜਾਂਦਾ ਅਤੇ ਤਕਰੀਬਨ 2007 ਤੋਂ ਜਾਣਾ ਆਰੰਭ ਹੋਇਆ, ਉੱਥੇ ਵੀ ਇਹਨਾਂ ਦੇ ਕਈ ਰਸਾਲਿਆਂ ਦੇ ਵਿੱਚ ਲੇਖ ਛਪਦੇ ਸਨ। ਮੈਂ ਉਦੋਂ ਤੋਂ ਇਹਨਾਂ ਦੇ ਪੜ੍ਹਨ ਬਾਰੇ ਜਿਹੜੀ ਸੀ ਰੁਚੀ, ਕਿ ਇਹਨਾਂ ਦੀ ਵਿਚਾਰਧਾਰਾ ਜੋ ਇਹਨਾਂ ਦੀ ਸੋਚ ਹੈ, ਬਹੁਤ ਕੁਝ ਲਿਖਿਆ। ਸਿੱਖ ਸੰਘਰਸ਼ ਦੇ ਬਾਰੇ ਵੀ ਇਹਨਾਂ ਨੇ ਬਹੁਤ ਕੁਝ ਲਿਖਿਆ, ਜੋ 84 ਹੰਡਾਈ ਉਹਦੇ ਬਾਰੇ ਵੀ ਬਹੁਤ ਕੁਝ ਲਿਖਿਆ। ਗੰਜਨਾਮਾ ਜਿਹੜਾ ਲਿਖਿਆ ਗਿਆ ਅੱਲਾ ਯਾਰ ਯੋਗੀ ਖਾਂ ਦੇ ਵੱਲੋਂ, ਉਹਦੇ ਬਾਰੇ ਵੀ ਇਹਨਾਂ ਨੇ ਆਪਣੀ ਇੱਕ ਜਿਹੜੀ ਸੀ ਕਹਿ ਲਓ ਕਿ ਉਹਦਾ ਅਲੱਥਾ ਕਰਕੇ ਅਤੇ ਬੜੀ ਸੁਖਾਲੇ ਤਰੀਕੇ ਦੇ ਨਾਲ ਉਹਦੀ ਵਿਚਾਰਧਾਰਾ ਨੂੰ, ਤਾਂ ਕਿ ਉਹ ਸਾਹਿਬਜ਼ਾਦਿਆਂ ਦਾ ਜਿਹੜਾ ਸੀ ਉਹ ਜੀਵਨ ਵੀ ਮਿਲਦਾ, ਉਹਦੇ ਵਿੱਚੋਂ ਜੰਗ ਵੀ ਮਿਲਦਾ, ਬਹੁਤ ਕੁਝ ਫਲਸਫਾ ਮਿਲਦਾ। ਸੋ ਡਾਕਟਰ ਸਾਹਿਬ ਨੇ ਇਹਦੇ ਉੱਤੇ ਬਹੁਤ ਮਿਹਨਤ ਕੀਤੀ ਅਤੇ ਉਹ ਜਿਹੜਾ ਸੀ
ਬਹੁਤ ਸਾਰੇ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਵਰਗੇ ਪ੍ਰਚਾਰਕ ਵੀ ਜਿਹੜੇ ਨੇ ਉਹ ਉਸ ਬੁੱਕ ਨੂੰ, ਕਿਤਾਬ ਨੂੰ ਪੜ੍ਹ ਕੇ ਅਤੇ ਉਹਦੀਆਂ ਪੰਗਤੀਆਂ ਜਿਹੜੀਆਂ ਨੇ ਉਹ ਸੰਗਤਾਂ ਦੇ ਵਿੱਚ ਬੋਲਦੇ ਨੇ, ਜੇ ਕੁਝ ਗੱਲ ਕਰਦੇ ਨੇ। ਅਤੇ ਮੇਰੇ ਵਰਗਾ ਵੀ ਜਦੋਂ ਗੱਲ ਕਰਦਾ ਏ, ਆਪਾਂ ਕਹਿ ਲਓ ਚਮਕੌਰ ਦੀ ਕੜੀ ਦੀ, ਸਰਸਾ ਨਦੀ ਦੇ ਕੰਢੇ ਦੀ, ਅਤੇ ਉਦੋਂ ਉਹ ਜਿਹੜੀਆਂ ਪੰਗਤੀਆਂ ਨੇ ਉਹ ਪੜ੍ਹੀਆਂ ਜਾਂਦੀਆਂ ਨੇ, ਅਤੇ ਉੱਥੇ ਬੜੇ ਸੌਖੇ ਤਰੀਕੇ ਦੀ ਵਿਆਖਿਆ ਵੀ ਸਾਨੂੰ ਮਿਲ ਜਾਂਦੀ। ਉਹ ਵਿਆਖਿਆ ਦਾ ਵਿਸਥਾਰ ਕਰਨ ਦੇ ਨਾਲ ਨਾਲ ਹੋਰ ਕਈ ਗੱਲਾਂ ਦਾ ਵਿਸਥਾਰ ਵੀ ਉਹਦੇ ਵਿੱਚ ਇਹਨਾਂ ਨੇ ਕੀਤਾ ਹੋਇਆ, ਖਾਸ ਕਰਕੇ ਬੀਬੀ ਭਿੱਖੀ ਕੌਣ, ਭਿੱਖਾਂ ਕੌਣ ਸੀ, ਹੈ ਨਾ ਜੀ, ਆਲਮ ਸਿੰਘ ਨੱਚਣਾ ਕੌਣ ਸੀ, ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਇਹਨਾਂ ਨੇ ਜਿਹੜੀਆਂ ਦੱਸੀਆਂ ਨੇ, ਜਿਹੜੀਆਂ ਉਹ ਵੱਖਰੀਆਂ ਇਹਨਾਂ ਨੇ ਆਪਣੇ ਕੋਲੋਂ ਜਿਹੜੀ ਖੋਜ ਕਰਕੇ ਐਡ ਕੀਤੀਆਂ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਚੂਨਾ ਮੰਡੀ ਲਾਹੌਰ ਦੀ ਉਹ ਧਰਤੀ, ਇੱਕ ਬਾਜ਼ਾਰ ਹੈ ਚੂਨਾ ਮੰਡੀ ਲਾਹੌਰ ਦੇ ਵਿੱਚ, ਜਿੱਥੇ ਸੋਢੀ ਪਰਿਵਾਰ ਠਾਕੁਰ ਦਾਸ ਰਹਿੰਦੇ ਨੇ। ਠਾਕੁਰ ਦਾਸ ਦਾ ਪੁੱਤਰ ਅੱਗੇ ਹਰਦਾਸ, ਔਰ ਹਰਦਾਸ ਦਾ ਵਿਆਹ ਜਿਹੜਾ ਸੀ ਸ਼੍ਰੀ ਹਰਦਾਸ ਜੀ ਦਾ ਉਹ ਅਨੂਪੀ ਨਾਲ ਹੋਇਆ, ਜਿਨ੍ਹਾਂ ਨੂੰ ਦਇਆ ਕੌਰ ਅਨੂਪੀ ਕਿਹਾ ਜਾਂਦਾ। ਔਰ ਤਕਰੀਬਨ 12 ਕੁ ਸਾਲ ਵਿਆਹ ਤੋਂ ਬਾਅਦ ਉਹਨਾਂ ਦੇ ਘਰੇ ਇੱਕ ਪੁੱਤਰ ਜਨਮ ਲੈਂਦਾ ਹੈ, ਜਿਹਦਾ ਨਾਮ, ਵੈਸੇ ਸਿਆਣੇ ਨੇ, ਵੈਸੇ ਸੂਝਵਾਨ, ਮੈਂ ਗਲਤੀ ਨਾ ਕਰ ਬੈਠਾ, ਪਰ ਜਦੋਂ ਉਹਨਾਂ ਦੇ ਖਾਨਦਾਨ ਦਾ ਦੇਖਿਆ ਜਾਂਦਾ ਠਾਕੁਰ ਦਾਸ, ਹਰਦਾਸ, ਅਤੇ ਇੱਥੋਂ ਸਿਆਣੇ ਇਹ ਸੋਚਦੇ ਨੇ ਕਿ ਗੁਰੂ ਪਾਤਸ਼ਾਹ ਦਾ ਨਾਮ ਜੇਠਾ ਨਹੀਂ ਸੀ, ਉਹਨਾਂ ਦਾ ਨਾਮ ਰਾਮਦਾਸ ਬਚਪਨ ਦੇ ਵਿੱਚ ਹੀ ਰੱਖ ਦਿੱਤਾ ਗਿਆ ਸੀ। ਕਿਉਂਕਿ ਦੇਖੋ ਨਾ ਤੁਸੀਂ, ਠਾਕੁਰ ਦਾਸ, ਹਰਦਾਸ ਅਤੇ ਰਾਮਦਾਸ। ਪਰ ਇੱਕ ਗੱਲ ਹੋਰ ਇਹਦੇ ਵਿੱਚੋਂ ਜਦੋਂ ਸੋਚੋਗੇ, ਕਿ ਕਿਉਂਕਿ ਪੜ੍ਹ ਕੇ ਲੰਘ ਜਾਣਾ ਵੱਖਰੀ ਗੱਲ, ਮੈਂ ਬੇਨਤੀ ਕੀਤੀ, ਜੇ ਸੋਚਾਂਗੇ ਇਹਦੇ ਵਿੱਚ ਹੋਰ ਮਿਲ ਜਾਂਦੀ। ਹੁਣ ਇਹਨਾਂ ਦਾ ਨਾਮ ਜਿਹੜਾ ਹੈ, ਪਰਿਵਾਰ ਦਾ ਨਾਮ ਬੜੇ ਚੁਣ ਚੁਣ ਕੇ ਰੱਖੇ, ਜਿਹੋ ਜਿਹੀ ਅੰਦਰ ਸੋਚ ਚੱਲਦੀ ਉਹੋ ਜਿਹਾ ਨਾਮ ਰੱਖਿਆ ਜਾਂਦਾ। ਹੁਣ ਇਹਦਾ ਮਤਲਬ ਪਰਿਵਾਰ ਜਿਹੜਾ ਹੈ ਕਿਸੇ ਦੇਵੀ ਦੇਵਤੇ ਨਾਲ ਨਹੀਂ ਜੁੜਿਆ ਹੋਇਆ। ਸਭ ਤੋਂ ਵੱਡੀ ਗੱਲ, ਉਹ ਵਾਹਿਗੁਰੂ ਪਰਮਾਤਮਾ ਨਾਲ ਜੁੜਿਆ ਹੋਇਆ। ਜੇ ਠਾਕੁਰ ਦਾਸ ਹੈ, ਹਰਦਾਸ ਰੱਖਿਆ ਗਿਆ, ਰਾਮਦਾਸ ਰੱਖਿਆ ਗਿਆ, ਅਤੇ ਇਹ ਇੱਕ ਪ੍ਰਭੂ ਨੂੰ ਸਾਹਮਣੇ ਰੱਖ ਕੇ, ਵਾਹਿਗੁਰੂ ਨੂੰ ਸਾਹਮਣੇ ਰੱਖ ਕੇ, ਵੀ ਇੰਨੀ ਨਿਮਰਤਾ ਉਸ ਪਰਿਵਾਰ ਦੇ ਵਿੱਚ, ਅਤੇ ਆਪਣੇ ਬੱਚਿਆਂ ਨੂੰ ਰੱਬ ਦੇ ਚਰਨਾਂ ਦੇ ਨਾਲ ਜੋੜਨਾ, ਉਹਦੇ ਦਰ ਦੇ ਦਾਸ ਬਣਾਉਣਾ। ਸਾਰੇ ਦਾਸ ਨੇ, ਠਾਕੁਰ ਦਾਸ, ਹਰਦਾਸ, ਰਾਮਦਾਸ, ਕਿ ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਵਾਲੀ ਗੱਲ। ਸੋ ਇਹ ਬੜੀ ਵੱਡੀ ਇੱਕ ਅਨੋਖੀ ਹੈ। ਸੋ ਮੈਂ ਬੇਨਤੀ ਕਰਾਂਗਾ ਹੁਣ ਅਗਲੇ ਵਿਚਾਰਧਾਰਾ ਨੂੰ, ਇਸੇ ਨੂੰ ਜਿਵੇਂ ਅਸੀਂ ਬੁਲਾਇਆ ਬਹੁਤ ਪਿਆਰ ਦੇ ਨਾਲ, ਅਤੇ ਬੜਾ ਸਾਨੂੰ ਮਾਣ ਹੈ ਕੌਮ ਦੀ ਇਸ ਹਸਤੀ ਦੇ ਉੱਤੇ, ਔਰ ਆ ਕੇ ਆਪਣੀ ਵਿਚਾਰਧਾਰਾ ਬੱਚਿਆਂ ਦੇ ਨਾਲ ਬੈਠੇ ਨੇ, ਬੱਚਿਆਂ ਦੇ ਮਾਂ-ਬਾਪ ਬੈਠੇ ਨੇ, ਪੇਰੈਂਟਸ ਬੈਠੇ ਨੇ, ਕੋਈ ਸੂਝਵਾਨ ਸਿਆਣੇ ਸਾਡੇ ਨਗਰ ਦੇ ਵਾਸੀ ਬੈਠੇ ਹੋਏ ਨੇ, ਅਤੇ ਉਹ ਆ ਕੇ ਸਾਂਝੀ ਕਰਨਗੇ। ਬਹੁਤ ਹੀ ਸਤਿਕਾਰ ਸਨਮਾਨਯੋਗ ਹਸਤੀ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੇ, ਆਓ ਉਹਨਾਂ ਦੇ ਕੋਲ ਵਿਚਾਰਧਾਰਾ ਸਰਵਣ ਕਰੀਏ ਜੀ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत ही सत्कारयोग उस्ताद और तालिबान साहबान, मुअज़्ज़िज़ हाज़रीन, आओ सब तो पहला गुरुदेव पातशाह की बख्शिश मुकद्दस फतेह बुलंद करिए। प्यार सहित आखना जी, वाहिगुरू जी का खालसा, वाहिगुरू जी की फतेह। मेरे तो पहला तुसी बहुत ही सत्कारयोग वड्डे वीर जी पासों गुरु रामदास पातशाह का जीवन, भट्ट साहबान का उन्हां दे जीवन के बारे नज़रिया, उन्हां दी शख्सियत और परिवारक पिछोकड़, उस दे बारे बड़े ही प्यार दे नाल सरवण कीता है। जिथे वीर जी ने अपनी गल नूं समाप्त कीता है, वो बड़ा अहम पक्ष है कि ये जिहड़ा परिवार है, बेशक ये परिवार तकरीबन 1295 तो लैके 1312 तक जिहड़े राजपुताने दे खित्ते दे विच अलाउद्दीन खिलजी दे हमले होए ने, उन्हां हमलियां दे विच ये राजपुताने दा परिवार जिहड़ा किसी समय बड़ा अमीर सी, लाहौर आके वसिया। जिहड़े इन्हां दे पहले वडेरे ने, उन्हां दे नाल राय शब्द लगदा है।
ਉਸ ਤੋਂ ਬਾਅਦ ਵੀਰ ਜੀ ਨੇ ਤੁਹਾਡੇ ਨਾਲ ਬਹੁਤ ਪਿਆਰ ਸਹਿਤ ਸਾਂਝਾ ਕੀਤਾ ਕਿ ਦਾਸ ਸ਼ਬਦ ਲੱਗਦਾ ਹੈ, ਔਰ ਉਸੇ ਪ੍ਰਮਾਣਾਂ ਦੀ ਲੜੀ ਦੇ ਵਿੱਚ ਬੇਸ਼ੱਕ ਕਿ ਵਡੇਰਾ ਪੁੱਤਰ ਹੋਣ ਕਰਕੇ ਜੇਠਾ ਵੱਡਾ ਸ਼ਬਦ ਵਰਤਿਆ ਗਿਆ ਹੈ, ਪਰ ਉਹਨਾਂ ਦਾ ਪਰਿਵਾਰਕ ਨਾਮ ਰਾਮਦਾਸ ਹੀ ਹੋਵੇਗਾ। ਇਹਦਾ ਇੱਕ ਪ੍ਰਮਾਣ ਹੋਰ ਕੇਸਰ ਸਿੰਘ ਛਿੱਬਰ ਦੇ ਬੰਸਾਵਲੀ ਨਾਮੇ 'ਚ ਮਿਲਦਾ ਹੈ। ਉਹ ਪ੍ਰਮਾਣ ਇਹ ਹੈ ਕਿ ਇਹਨਾਂ ਦੀ ਇੱਕ ਛੋਟੀ ਭੈਣ ਵੀ ਸੀ ਜਿਸ ਦਾ ਨਾਮ ਰਾਮਦਾਸੀ ਸੀ। ਸੋ ਇਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਪਰੰਪਰਾ ਸੀ ਕਿ ਭੈਣ ਦਾ ਤੇ ਭਰਾ ਦਾ ਨਾਮ ਆਪਸ ਦੇ ਵਿੱਚ ਜੁੜਦਾ ਹੋਵੇ, ਜਿਵੇਂ ਨਾਨਕੀ ਜੀ ਔਰ ਨਾਨਕ ਜੀ। ਸੋ ਇਹ ਪ੍ਰਮਾਣ ਜਿਹੜਾ ਹੈ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮੇ ਦੇ ਵਿੱਚ ਇਸ ਤੱਥ ਨੂੰ ਹੋਰ ਜਿਹੜਾ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਔਰ ਪਕੇਰਾ ਕਰ ਦਿੰਦਾ ਹੈ ਕਿ ਜੇਕਰ ਭੈਣ ਦਾ ਨਾਮ ਰਾਮਦਾਸੀ ਹੈ ਤੇ ਭਰਾ ਦਾ ਨਾਮ ਰਾਮਦਾਸ ਹੀ ਹੋਵੇਗਾ। ਛੋਟੇ ਨਾਮਾਂ ਦਾ ਉਹਨਾਂ ਸਮਿਆਂ ਦੇ ਵਿੱਚ ਵੀ ਸੀ ਪਰਿਵਾਰ ਦੇ ਵਿੱਚ, ਕਿਉਂਕਿ ਇੱਕ ਤਾਂ ਵਿਆਹ ਤੋਂ 12 ਸਾਲ ਬਾਅਦ ਉਹਨਾਂ ਦਾ ਜਨਮ ਹੋਇਆ ਸੀ, ਇਸ ਕਰਕੇ ਜੇਠਾ ਪੁੱਤਰ ਹੋਣ ਕਰਕੇ ਜੇਠਾ ਕਿਹਾ ਜਾਂਦਾ ਹੋਵੇਗਾ। ਉਹਨਾਂ ਦੀ ਸ਼ਖਸੀਅਤ ਬੇਸ਼ੱਕ ਭੱਟ ਸਾਹਿਬਾਨ ਨੇ ਤਾਂ ਜਿਹੜੇ ਭਾਈ ਸਾਹਿਬ ਨੇ ਪ੍ਰਮਾਣ ਦਿੱਤੇ ਨੇ, ਗੁਰੂ ਰਾਮਦਾਸ ਮਹਾਰਾਜ ਦੀ ਸ਼ਖਸੀਅਤ ਦਾ ਕੋਈ ਪੱਖ ਨਹੀਂ ਛੱਡਿਆ। ਉਹ ਆਪਣੇ ਆਪ ਨੂੰ ਕਿਰਮ, ਜੰਤ, ਨਿਮਾਣੇ, ਨਿਤਾਣੇ ਸਭ ਕੁਛ ਆਖਦੇ ਨੇ, ਪਰ ਭੱਟ ਸਾਹਿਬਾਨ ਇੱਕ ਗੱਲ ਹੋਰ ਬੜੀ ਵੱਡੀ ਕਰ ਦਿੰਦੇ ਨੇ। ਉਹ ਕਹਿੰਦੇ ਨੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਰਾਜ ਔਰ ਜੋਗ ਗੁਰੂ ਪਾਤਸ਼ਾਹ ਨੇ ਦਿੱਤਾ ਤੇ ਨੂੰ ਦਿੱਤਾ ਗਿਆ। ਇਹ ਬੜੀ ਅਹਿਮ ਗੱਲ ਹੈ ਕਿ ਗੁਰੂ ਦੇ ਕੋਲ ਰਾਜ ਔਰ ਜੋਗ ਹੈ ਤੇ ਗੁਰੂ ਰਾਜ ਔਰ ਜੋਗ ਦੀ ਬਖਸ਼ਿਸ਼ ਕਰ ਸਕਦਾ ਹੈ। ਤੁਸੀਂ ਸਾਰੇ ਟੀਚਰ ਸਾਹਿਬਾਨ ਹੋ। ਦੁਨੀਆ ਦੇ ਧਰਮਾਂ ਦੇ ਇਤਿਹਾਸ ਦੇ ਵਿੱਚ ਇਹਨਾਂ ਦੋਵਾਂ ਚੀਜ਼ਾਂ ਨੂੰ ਜੋੜ ਕੇ ਵੇਖਣਾ ਸਭ ਤੋਂ ਔਖਾ ਕੰਮ ਹੈ। ਸਪਿਰਿਚੁਅਲਿਟੀ ਤੇ ਅੰਪੀਰੀਅਲਿਜ਼ਮ, ਰੂਹਾਨੀਅਤ ਤੇ ਰਾਜਸੀ ਸੱਤਾ। ਜਿਹੜੇ ਰਾਜੇ ਹੋਏ ਨੇ ਉਹਨਾਂ ਦੇ ਕੋਲ ਰੂਹਾਨੀਅਤ ਨਹੀਂ ਹੋਈ, ਬਹੁਤ ਘੱਟ ਪ੍ਰਮਾਣ ਮਿਲਣਗੇ ਇਤਿਹਾਸ ਦੇ ਵਿੱਚ। ਜਿਹੜੇ ਰੂਹਾਨੀ ਲੋਕ ਹੋਏ ਨੇ ਉਹਨਾਂ ਦੇ ਕੋਲ ਅੰਪੀਰੀਅਲਿਜ਼ਮ ਨਹੀਂ ਹੋਇਆ। ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਇਹ ਦੋ ਚੀਜ਼ਾਂ ਕਿੱਥੋਂ ਆਉਂਦੀਆਂ ਨੇ, ਕਿਸ ਵਿਰਾਸਤ ਦੇ ਵਿੱਚੋਂ ਆ ਰਹੀਆਂ ਨੇ ਕਿ ਭੱਟ ਸਾਹਿਬਾਨ ਨੂੰ ਇਹ ਗੱਲ ਕਹਿਣੀ ਪੈ ਗਈ ਕਿ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਕਿੰਨਾਂ ਦੀ ਗੱਦੀ ਤੇ ਬਿਰਾਜਮਾਨ ਨੇ? ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਉੱਪਰ। ਤੇ ਗੁਰੂ ਨਾਨਕ ਸਾਹਿਬ ਕੌਣ ਨੇ? ਹੁਣ ਭੱਟ ਸਾਹਿਬਾਨ ਨੂੰ ਜੇ ਪੜ੍ਹ ਲਈਏ ਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਵੀ ਵਿਚਾਰਧਾਰਾ ਹੈ ਉਹ ਬੜੀ ਉਚੇਰੀ ਹੈ। ਉਹਦੇ ਵਿੱਚ ਵੀ ਰਾਜ ਔਰ ਜੋਗ ਹੈ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਚਿਨ ਮਾਨਿਓ। ਹੁਣ ਫਿਰ ਅਗਲਾ ਸਵਾਲ ਪੈਦਾ ਹੋ ਜਾਵੇਗਾ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਰਾਜ ਔਰ ਜੋਗ, ਸਪਿਰਿਚੁਅਲਿਟੀ ਤੇ ਅੰਪੀਰੀਅਲਿਜ਼ਮ ਕਿੱਥੋਂ ਆ ਰਿਹਾ ਹੈ? ਕਿਉਂਕਿ ਰੂਹਾਨੀਅਤ ਦੀਆਂ ਨਿਸ਼ਾਨੀਆਂ ਹੋਰ ਨੇ, ਸਪਿਰਿਚੁਅਲਿਟੀ ਦੀਆਂ ਨਿਸ਼ਾਨੀਆਂ ਹੋਰ ਨੇ, ਅੰਪੀਰੀਅਲਿਜ਼ਮ ਦੀਆਂ ਨਿਸ਼ਾਨੀਆਂ ਹੋਰ ਨੇ, ਰਾਜਸੀ ਸੱਤਾ ਦੀਆਂ ਨਿਸ਼ਾਨੀਆਂ ਹੋਰ ਨੇ, ਧਾਰਮਿਕ ਸੱਤਾ ਦੀਆਂ ਨਿਸ਼ਾਨੀਆਂ ਹੋਰ ਨੇ। ਪਰ ਜਦੋਂ ਤੁਸੀਂ ਗੁਰਦੁਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੁੰਦੇ ਹੋ ਤੇ ਗੁਰੂ ਨਾਨਕ ਸਾਹਿਬ ਦੀ ਰਾਜ ਔਰ ਜੋਗ ਦੀ ਵਿਚਾਰਧਾਰਾ ਨੂੰ ਨਤਮਸਤਕ ਹੋ ਰਹੇ ਹੁੰਦੇ ਹੋ, ਕਿਉਂਕਿ ਉੱਥੇ ਤੁਹਾਨੂੰ ਦੋਵਾਂ ਚੀਜ਼ਾਂ ਦੇ ਦੀਦਾਰ ਹੋ ਰਹੇ ਹੁੰਦੇ ਨੇ। ਗੁਰੂ ਰੂਹਾਨੀਅਤ ਦਾ ਸੋਮਾ ਹੈ, ਪਰ ਬਿਰਾਜਮਾਨ ਕਿੱਥੇ ਹੈ? ਤਖਤ ਦੇ ਉੱਪਰ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚਵਰ ਛਤ। ਵੱਡਾ ਦਰਬਾਰ ਹੋਣਾ, ਤਖਤ ਤੇ ਬੈਠੇ ਹੋਣਾ, ਸਿਰ ਦੇ ਉੱਪਰ ਛਤਰ ਹੋਣਾ, ਚਵਰ ਝੂਲ ਰਿਹਾ ਹੋਣਾ, ਇਹ ਤਾਂ ਸਾਰੀਆਂ ਰਾਜਗੱਦੀ ਦੀਆਂ ਨਿਸ਼ਾਨੀਆਂ ਨੇ। ਇਹ ਧਰਮ ਦੀਆਂ ਨਿਸ਼ਾਨੀਆਂ ਨਹੀਂ, ਇਹ ਤਾਂ ਸਾਰੀਆਂ ਅੰਪੀਰੀਅਲਿਜ਼ਮ ਦੀਆਂ ਨਿਸ਼ਾਨੀਆਂ ਨੇ। ਪਰ ਉੱਥੇ ਬੈਠਾ ਕੌਣ ਆ ਸਭ ਤੋਂ ਉੱਪਰ? ਰੂਹਾਨੀਅਤ ਦਾ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਕੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਉਹਨਾਂ ਦੇ ਵਿੱਚ ਇਹ ਦੋਵੇਂ ਗੱਲਾਂ ਸਪਿਰਿਚੁਅਲਿਟੀ ਤੇ ਅੰਪੀਰੀਅਲਿਜ਼ਮ, ਧਰਮ ਰਾਜਨੀਤੀ, ਰੂਹਾਨੀਅਤ ਰਾਜਸੀ ਸੱਤਾ,
ਉਹ ਕਿਵੇਂ ਪ੍ਰਦਰਸ਼ਿਤ ਹੋ ਰਹੀ ਹੈ? ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਪੜ੍ਹ ਲਓ। ਉਹ ਕਹਿੰਦੇ ਨੇ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਰਾਜ ਔਰ ਜੋਗ, ਧਰਮ, ਅੰਪੀਰੀਅਲਿਜ਼ਮ ਤੇ ਸਪਿਰਿਚੁਅਲਿਟੀ, ਬਾਦਸ਼ਾਹ ਤੇ ਦਰਵੇਸ਼, ਸਿੱਖੀ ਦੇ ਵਿੱਚ ਇਹਨਾਂ ਸੰਕਲਪਾਂ ਨੂੰ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਹੁਣ ਗੁਰੂ ਨਾਨਕ ਸਾਹਿਬ ਨੂੰ ਕਿਹਨੇ ਦਿੱਤਾ? ਸਵਾਲ ਇਹ ਪੈਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੱਕ ਆਉਣ ਤੋਂ ਪਹਿਲਾਂ ਸਵਾਲ ਤਾਂ ਸਾਡੀ ਮਾਨਸਿਕਤਾ ਦੇ ਵਿੱਚ ਪੈਦਾ ਹੋਣਗੇ ਨਾ, ਕਿ ਜਦੋਂ ਗੁਰੂ ਨਾਨਕ ਸਾਹਿਬ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਰਹੇ ਨੇ, ਉਦੋਂ ਉਹ ਕਿਹੜਾ ਟਿੱਕਾ ਦੇ ਰਹੇ ਨੇ, ਕਿਸ ਤਖਤ ਤੇ ਬਿਠਾ ਰਹੇ ਨੇ? ਵੈਸੇ ਸਾਨੂੰ ਪਤਾ ਕੀ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਅਕਸਰ ਅਸੀਂ ਆਪਣੇ ਧਰਮ ਦੇ ਸਰੋਤਾਂ ਦਾ ਬਹੁ ਭਾਸ਼ਾਈ ਚਿੰਤਨ ਨਹੀਂ ਕਰਦੇ ਕਿ ਕਿਹੜਾ ਸ਼ਬਦ ਕਿਸ ਭਾਸ਼ਾ ਦੇ ਵਿੱਚੋਂ ਆਇਆ ਹੈ। ਸਾਨੂੰ ਕੀ ਕਹਿ ਦਿੱਤਾ ਜਾਂਦਾ ਜੀ? ਜਦੋਂ ਗੁਰਦੇਵ ਪਾਤਸ਼ਾਹ ਆਪਣੀ ਗੁਰਤਾ ਗੱਦੀ ਦੇ ਉੱਪਰ ਅਗਲੇ ਜਾਮੇ ਦੇ ਵਿੱਚ ਅਗਲੀ ਸ਼ਖਸੀਅਤ ਨੂੰ ਬਿਰਾਜਮਾਨ ਕਰਾਉਂਦੇ ਨੇ, ਤੇ ਸਾਨੂੰ ਪਤਾ ਕੀ ਕਹਿ ਦਿੱਤਾ ਜਾਂਦਾ? 5 ਪੈਸੇ ਤੇ ਨਾਰੀਅਲ ਲਾ ਕੇ ਮੱਥਾ ਟੇਕਿਆ, ਇਹੀ ਕਿਹਾ ਜਾਂਦਾ ਜੀ। ਹੁਣ ਉਹਨਾਂ ਸਮਿਆਂ ਦੇ ਵਿੱਚ ਤਾਂ 5 ਪੈਸੇ ਹੈ ਹੀ ਨਹੀਂ ਸੀ, 5 ਪੈਸੇ ਦਾ ਸਿੱਕਾ ਹੀ ਹੈ ਨਹੀਂ ਸੀ। ਫਿਰ ਕਿਹੜੀ ਮੋਹਰ ਰੱਖੀ? ਕੁਝ ਕਹਿ ਦੇਣਗੇ ਜੀ ਮੋਹਰਾਂ ਰੱਖ ਦਿੱਤੀਆਂ, 5 ਮੋਹਰਾਂ ਰੱਖ ਦਿੱਤੀਆਂ, ਪਰ ਉਹ ਮੋਹਰ ਕਿਹੜੀ ਰੱਖੀ? ਇਸ ਨੂੰ ਸੋਚਣਾ ਬਹੁਤ ਜ਼ਰੂਰੀ ਹੈ। ਗੁਰਤਾ ਗੱਦੀ ਦੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਜਿਹੜੀਆਂ ਰਸਮਾਂ ਕੀਤੀਆਂ ਨੇ, ਉਹ ਕੀਤੀਆਂ ਨੇ ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਦੇ ਜਾਣੂ ਨੇ, ਸਮਕਾਲੀ ਵੀ ਨੇ, ਤੇ ਜੋ ਕੁਛ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਉਹ ਕੁਦਰਤ ਨੇ। ਬਾਬਾ ਬੁੱਢਾ ਜੀ ਨੇ ਜਿਹੜੀਆਂ ਰਸਮਾਂ ਕੀਤੀਆਂ ਹੋਣਗੀਆਂ, ਉਹਨਾਂ ਨੂੰ ਪੁੱਛਿਆ ਹੋਵੇਗਾ, ਉਹਨਾਂ ਨੂੰ ਵੇਖਿਆ ਹੋਵੇਗਾ, ਉਹਨਾਂ ਦੇ ਕੋਲੋਂ ਜਾਣਕਾਰੀ ਲਈ ਹੋਵੇਗੀ, ਤੇ ਭਾਈ ਗੁਰਦਾਸ ਤਾਂ ਕਿਤੇ ਇਹ ਗੱਲ ਲਿਖਦਾ ਹੀ ਨਹੀਂ। ਭਾਈ ਗੁਰਦਾਸ ਤਾਂ ਕਿਤੇ ਲਿਖਦਾ ਹੀ ਨਹੀਂ ਕਿ 5 ਪੈਸੇ ਰੱਖ ਕੇ ਮੱਥਾ ਟੇਕ ਦਿੱਤਾ, ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ। ਫਿਰ ਉਹ ਕਿਹੜੀ ਮੋਹਰ ਹੈ ਜਿਹੜੀ ਅੱਗੇ ਰੱਖੀ? ਉਸ ਨੂੰ ਸਰਵਣ ਕਰੀਏ ਭਾਈ ਸਾਹਿਬ ਭਾਈ ਗੁਰਦਾਸ ਦੇ ਮੁਖਾਰਬਿੰਦ ਤੋਂ। ਉਹ ਕਹਿੰਦੇ, ਸੋ ਟਿੱਕਾ ਵਡਿਆਈ ਦਾ, ਸੋ ਤਖਤ ਰੂਹਾਨੀਅਤ ਦਾ, ਸੋ ਛਤਰ, ਉਹੀ ਛਤਰ ਕਿਸ ਦਾ? ਪਰਮਾਤਮਾ ਦੀ ਉਸ ਸੱਤਾ ਦਾ। ਉਹ ਕਹਿੰਦੇ, ਸੋ ਟਿੱਕਾ ਸੋ ਛਤਰ ਸਿਰ, ਸੋ ਤਖਤ ਟਿਕਾਈ, ਨਾਨਕ ਹੰਦੀ ਮੋਹਰ। ਇੱਥੇ ਸ਼ਬਦ ਮੋਹਰ ਨਹੀਂ ਆ, ਮੋਹਰ ਆ। ਇਹ ਸ਼ਬਦ ਅਰਬੀ ਚੋਂ ਆਇਆ, ਬਾਅਦ ਦੇ ਵਿੱਚ ਫਾਰਸੀ ਚ ਆਇਆ। ਇਹਦਾ ਅਰਥ ਹੈ ਸ਼ਬਦ ਦੀ ਤਾਕਤ। ਰੁਪਈਆ ਕੀ ਹੈ ਤੁਹਾਡੇ ਕੋਲ? ਕਾਗਜ਼ ਦਾ ਟੁਕੜਾ ਹੈ ਨਾ। ਸਾਡੇ ਜਿਹੜੇ ਪ੍ਰਨੋਟ ਹੁੰਦੇ ਨੇ, ਰਜਿਸਟਰੀਆਂ ਵਾਸਤੇ ਵਰਤੇ ਨੇ, ਕਾਗਜ਼ ਦੇ ਟੁਕੜੇ ਆ ਨਾ। ਉਹਦੀ ਕੀਮਤ ਕਿਸ ਕਰਕੇ ਹੈ? ਕਿਉਂਕਿ ਸ਼ਬਦ ਦੀ ਤਾਕਤ ਹੈ। ਉਹਦੇ ਉੱਪਰ ਲਿਖਿਆ ਰਿਜ਼ਰਵ ਬੈਂਕ ਆਫ ਇੰਡੀਆ, ਅਮਰੀਕਾ ਦੇ ਡਾਲਰ ਦੇ ਉੱਪਰ ਲਿਖਿਆ ਫੈਡਰਲ ਬੈਂਕ। ਕਾਗਜ਼ ਦੀ ਤਾਕਤ ਨਹੀਂ ਹੈ, ਤਾਕਤ ਸ਼ਬਦਾਂ ਦੀ ਹੈ। ਇੱਥੇ ਸਿੱਕੇ ਦੀ ਗੱਲ ਨਹੀਂ ਹੈ। ਨਾਨਕ ਹੰਦੀ ਮੋਹਰ, ਮੋਹਰ ਦਾ ਭਾਵ ਹੈ, ਤੁਸੀਂ ਪ੍ਰਾਤਨ ਜਿੰਨੇ ਵੀ ਸਾਡੇ ਪੁਰਾਣੇ ਜਿਹੜੇ ਇਤਿਹਾਸਕਾਰ ਨੇ, ਜਿਨ੍ਹਾਂ ਨੇ ਟੀਕੇ ਕੀਤੇ ਨੇ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ, ਉਹਨਾਂ ਦੇ ਵਿੱਚ ਪੜ੍ਹੋਗੇ ਤਾਂ ਮੋਹਰ ਸ਼ਬਦ ਦੇ ਅਰਥ, ਈਵਨ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਵੀ ਪੜ੍ਹੋਗੇ ਤਾਂ ਅਰਥ ਆਵੇਗਾ ਸ਼ਬਦ ਦੀ ਛਾਪ, ਸ਼ਬਦ ਦੀ ਤਾਕਤ। ਗੁਰੂ ਨਾਨਕ ਸਾਹਿਬ ਨੇ ਲਹਿਣਾ ਦੀ ਝੋਲੀ 'ਚ ਸ਼ਬਦ ਪਾ ਕੇ ਉਹਨਾਂ ਨੂੰ ਗੁਰ ਅੰਗਦ ਬਣਾ ਦਿੱਤਾ। ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਹੀ ਫਿਰਾਈ। ਤੇ ਹੁਣ ਉਹੀ ਜਿਹੜੀ ਸ਼ਬਦ ਦੀ ਤਾਕਤ ਹੈ, ਉਹ ਜਿਹੜਾ ਸ਼ਬਦ ਦੀ ਤਾਕਤ ਦੇ ਸਦਕਾ ਜਿਹੜਾ ਧਰਮ ਤੇ ਰਾਜਸੀ, ਜਿਹੜੀ ਸਪਿਰਿਚੁਅਲਿਟੀ ਤੇ ਜਿਹੜੀ ਅੰਪੀਰੀਅਲਿਜ਼ਮ ਹੈ, ਉਹ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਵਿੱਚ ਹੈ। ਤੇ ਇਸ ਨੂੰ ਜੇਕਰ ਤੁਸੀਂ ਵਿਸਥਾਰ ਦੇ ਵਿੱਚ, ਸ਼ਬਦ ਬੜੇ ਥੋੜੇ ਨੇ, ਭਾਈ ਸਾਹਿਬ ਭਾਈ ਨੰਦ ਲਾਲ, ਸ਼ਬਦ ਬਹੁਤ ਥੋੜੇ ਜਾਪਣਗੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੀ ਸ਼ਖਸੀਅਤ ਦੇ ਬਾਰੇ। ਵਿਆਖਿਆ ਕਰੋਗੇ ਤੇ ਮੇਰੇ ਖਿਆਲ ਦੇ ਨਾਲ ਕਿਤਾਬ ਲਿਖੀ ਜਾ ਸਕਦੀ ਹੈ। ਉਹ ਕਹਿੰਦੇ, ਗੁਰੂ ਰਾਮਦਾਸ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ, ਗੁਰੂ ਰਾਮਦਾਸ ਗੁਰੂ ਰਾਮਦਾਸ ਕੀ ਹੈ? ਮਕਾ ਉਲ ਵਰਾ। ਮਕਾ ਕਿਹਾ ਜਾਂਦਾ ਖਜ਼ਾਨਾ, ਉਲ ਦਾ ਵਰਾ ਰੂਹਾਨੀਅਤ। ਗੁਰੂ ਰਾਮਦਾਸ ਰੂਹਾਨੀਅਤ ਦਾ ਖਜ਼ਾਨਾ ਹੈ।
ਹੁਣ ਰੂਹਾਨੀਅਤ ਦਾ ਖਜ਼ਾਨਾ ਹੋਣਾ ਆਪਣੇ ਆਪ ਦੇ ਵਿੱਚ ਖਜ਼ਾਨੇ ਦੇ ਧਾਰ ਨਹੀਂ ਹੋਣਾ, ਪਰ ਉਸ ਖਜ਼ਾਨੇ ਦੀ ਵੰਡ ਕਿਵੇਂ ਕੀਤੀ ਜਾ ਰਹੀ ਹੈ। ਉਹ ਕਹਿੰਦੇ ਨੇ ਜ਼ਹਾਂ ਬਾਨੀਏ ਊ ਕਲੀਮ। ਤੁਸੀਂ ਸ਼ਬਦ ਸੁਣਿਆ ਹੋਵੇਗਾ ਨਾ, ਕਲਮਾ ਪੜ੍ਹਨਾ, ਉਹਦਾ ਭਾਵ ਹੀ ਹੁੰਦਾ ਜ਼ਬਾਨ ਤੋਂ ਕੁਛ ਉਚਾਰਨਾ। ਜ਼ਹਾਂ ਬਾਨੀ ਦੁਨੀਆ ਦੀ ਮਲਕੀਅਤ। ਵੈਸੇ ਹੋ ਸਕਦਾ ਹੋਰ ਵੀ ਕਿਸੇ ਸਰੋਤ ਦੇ ਵਿੱਚ ਜ਼ਹਾਂ ਬਾਨੀ ਸ਼ਬਦ ਵਰਤਿਆ ਜਾਂਦਾ ਹੋਵੇ, ਪਰ ਮੈਂ ਫਾਰਸੀ ਦੇ ਵਿੱਚ ਇਹ ਸ਼ਬਦ ਜਾਂ ਤਾਂ ਭਾਈ ਨੰਦ ਲਾਲ ਜੀ ਦੀ ਰਚਨਾ ਦੇ ਵਿੱਚ ਪੜ੍ਹਿਆ ਜ਼ਹਾਂ ਬਾਨੀ ਸ਼ਬਦ, ਤੇ ਜਾਂ ਫਿਰ ਇੱਕ ਫਕੀਰ ਹੋਏ ਨੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਕਤਲ ਕਰਵਾ ਦਿੱਤਾ ਸੀ, ਫਕੀਰ ਸਰਮਦ ਜਾਂ ਸਰਮਦ ਦੀਆਂ ਰਵਾਈਆਂ ਦੇ ਵਿੱਚ ਜ਼ਹਾਂ ਬਾਨੀ ਸ਼ਬਦ ਆਇਆ। ਹੋਰ ਕਿਸੇ ਫਾਰਸੀ ਸਰੋਤ ਦੇ ਵਿੱਚ ਮੈਨੂੰ ਇਹ ਸ਼ਬਦ ਨਹੀਂ ਮਿਲਿਆ। ਹੁਣ ਇਹ ਸ਼ਬਦ ਭਾਈ ਨੰਦ ਲਾਲ ਜੀ ਗੁਰੂ ਰਾਮਦਾਸ ਮਹਾਰਾਜ ਦੇ ਬੋਲਦੇ ਨੇ, ਜ਼ਹਾਂ ਬਾਨੀਏ, ਸਾਰੀ ਦੁਨੀਆ ਦੀ ਮਲਕੀਅਤ ਕਿਸ ਚੀਜ਼ ਦੇ ਸਦਕਾ? ਸ਼ਬਦ ਦੇ ਸਦਕਾ। ਕਲੀਮ, ਫਿਰ ਸਿਦਕ ਉਹ ਸ਼ਫਾ, ਸਿਦਕ ਔਰ ਸ਼ਫਾ। ਹੁਣ ਜਦੋਂ ਤੁਸੀਂ ਸਿਦਕ ਔਰ ਸ਼ਫਾ ਨੂੰ ਵੇਖਣਾ ਹੈ ਤਾਂ ਉਹਨਾਂ ਦਾ ਪਰਿਵਾਰਕ ਪਿਛੋਕੜ ਤੁਹਾਨੂੰ ਭਾਈ ਸਾਹਿਬ ਨੇ ਦੱਸ ਦਿੱਤਾ ਹੈ। ਤੇ ਹੁਣ ਉਹਨਾਂ ਦੇ ਬਚਪਨ ਦੇ ਜਿਹੜੇ ਪਲ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਸੋਚਦਾ ਕਿ ਜੇਕਰ ਅਸੀਂ ਉਹਨਾਂ ਦਾ ਅਧਿਐਨ ਕਰ ਲਈਏ, ਟੀਚਰ ਸਾਹਿਬਾਨ ਵਾਸਤੇ, ਮਾਂ ਬਾਪ ਵਾਸਤੇ ਤੇ ਬੱਚਿਆਂ ਦੇ ਵਾਸਤੇ ਜ਼ਿੰਦਗੀ ਦਾ ਇੱਕ ਪ੍ਰੇਰਨਾ ਸਰੋਤ ਹੈ, ਬਹੁਤ ਵੱਡਾ ਪ੍ਰੇਰਨਾ ਸਰੋਤ। ਐਵੇਂ ਦੀ ਜ਼ਿੰਦਗੀ ਤੁਸੀਂ ਇਤਿਹਾਸ ਦੇ ਵਿੱਚ ਪੜ੍ਹੋਗੇ ਨਾ, ਤੇ ਗੁਰਦੇਵ ਪਾਤਸ਼ਾਹ ਤੁਹਾਨੂੰ ਧਰਮ ਦੇ ਮਾਰਗ ਦੇ ਉੱਪਰ ਚੱਲਣ ਦੇ ਵਾਸਤੇ ਦੋ ਬਾਲ ਭਗਤਾਂ ਦੀਆਂ ਤਸ਼ਬੀਹਾਂ ਦੇਣਗੇ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਵਾਂ ਕਿ ਇੱਥੇ ਰਾਮ ਦੀ ਗੱਲ ਦਸ਼ਰਥ ਪੁੱਤਰ ਰਾਮ ਨਹੀਂ। ਜੇਕਰ ਤੁਸੀਂ ਪੁਰਾਣਾਂ ਦੇ ਵਿੱਚ 24 ਅਵਤਾਰ ਪੜ੍ਹੋਗੇ ਤਾਂ ਪਹਿਲਾਂ ਮਸ਼, ਫਿਰ ਕਸ਼, ਫਿਰ ਵਰਾਹ, ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਨਰਸਿੰਘ ਜਿਹੜਾ ਪ੍ਰਹਲਾਦ ਦੇ ਸਮੇਂ ਸੀ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਦਸ਼ਰਥ ਪੁੱਤਰ ਰਾਮ ਇਹ ਭਗਵਾਨ ਪ੍ਰਹਲਾਦ ਤੇ ਧਰੂ ਤੋਂ ਬਾਅਦ ਦੇ ਵਿੱਚ ਹੋਇਆ, ਕ੍ਰੋਨੋਗ੍ਰਾਫਿਕ ਫੇਸ ਦੇ ਵਿੱਚ। ਉਹ ਇਹ ਤੋਂ ਪਹਿਲਾਂ ਹੋ ਚੁੱਕੇ ਨੇ। ਸੋ ਇਸ ਕਰਕੇ ਪ੍ਰਹਲਾਦ ਨੇ ਤੇ ਭਗਤ ਧਰੂ ਨੇ ਦਸ਼ਰਥ ਪੁੱਤਰ ਰਾਮ ਦੀ ਆਰਾਧਨਾ ਨਹੀਂ ਕੀਤੀ। ਹਿਸਟੋਰੀਗ੍ਰਾਫੀ ਦੇ ਵਿੱਚ ਜਦੋਂ ਤੁਸੀਂ ਉਹਨਾਂ ਦਾ ਕ੍ਰੋਨੋਗ੍ਰਾਫਿਕ ਫੇਸ ਵੇਖੋਗੇ ਤੇ ਤੁਹਾਨੂੰ ਬੜਾ ਸਪਸ਼ਟ ਹੋ ਜਾਵੇਗਾ ਕਿ ਉਹ ਦਸ਼ਰਥ ਦੇ ਪੁੱਤਰ ਰਾਮ ਤੋਂ ਪਹਿਲਾਂ ਸੰਸਾਰ 'ਚ ਆਏ ਤੇ ਪਹਿਲਾਂ ਹੀ ਚਲੇ ਗਏ। ਉਦੋਂ ਦਸ਼ਰਥ ਦਾ ਪੁੱਤਰ ਰਾਮ ਤਾਂ 7ਵਾਂ ਅਵਤਾਰ ਹੈ, ਤੇ ਪ੍ਰਹਲਾਦ ਜੀ ਦੇ ਸਮੇਂ 4ਥੇ ਅਵਤਾਰ ਦੀ ਗੱਲ ਹੋ ਰਹੀ ਹੈ ਜਿਹੜਾ ਨਰਸਿੰਘ ਹੈ। ਸੋ ਇਹਨਾਂ ਦੇ ਵਿੱਚ ਹਜ਼ਾਰਾਂ ਸਾਲਾਂ ਦਾ ਫਰਕ ਹੈ। ਪਰ ਗੁਰਦੇਵ ਪਾਤਸ਼ਾਹ ਜਦੋਂ ਸਾਨੂੰ ਉਦਾਹਰਨ ਦਿੰਦੇ ਨੇ, ਉਹ ਦੋ ਬਾਲ ਭਗਤਾਂ ਦੀ ਦਿੰਦੇ ਨੇ ਕਿ ਜੇਕਰ ਉਸ ਪਰਮਾਤਮਾ ਦੀ ਆਰਾਧਨਾ ਕਰਨੀ ਹੈ ਤਾਂ ਉਸ ਤਰ੍ਹਾਂ ਕਰੋ ਜਿਸ ਤਰ੍ਹਾਂ ਨਿਸ਼ਕਾਮਤਾ ਦੇ ਨਾਲ ਧਰੂ ਨੇ ਤੇ ਪ੍ਰਹਲਾਦ ਨੇ ਕੀਤੀ ਹੈ, ਜਦੋਂ ਕਿ ਦੋਵੇਂ ਹੀ ਇੱਕ ਬੜੇ ਉੱਚ ਰਾਜਸੀ ਪਰਿਵਾਰ ਦੇ ਵਿੱਚੋਂ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਰਾਜਸੀ ਪਰਿਵਾਰ ਦੇ ਵਿੱਚ ਰਾਜ ਗੱਦੀ ਨੂੰ ਲੱਤ ਮਾਰ ਕੇ ਉਹ ਫਿਰ ਆਤਮਿਕ ਤੇ ਧਾਰਮਿਕ ਖੇਤਰ ਦੇ ਵਿੱਚ ਜਾਂਦੇ ਨੇ। ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਇੱਥੇ ਮਾਂ-ਬਾਪ ਦੀ ਜ਼ਿੰਮੇਵਾਰੀ ਕੀ ਹੈ, ਟੀਚਰ ਸਾਹਿਬਾਨ ਦੀ ਜ਼ਿੰਮੇਵਾਰੀ ਕੀ ਹੈ। ਧਰੂ ਬਾਹਰੋਂ ਖੇਡ ਕੇ ਆਉਂਦਾ, ਧਰੂ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁੱਛੜ ਦਿੱਤਾ, ਬਾਪ ਦੀ ਗੋਦ ਦੇ ਵਿੱਚ ਬੈਠ ਗਿਆ। ਸਤੇਲੀ ਮਾਂ ਨੇ ਬਾਹੋਂ ਫੜ ਕੇ ਉਠਾ ਦਿੱਤਾ, ਰੋਂਦਾ ਮਾਂ ਦੇ ਕੋਲ ਜਾਂਦਾ ਹੈ, ਆਪਣੀ ਅਸਲੀ ਮਾਂ ਦੇ ਕੋਲ, ਤੇ ਇੱਕ ਸਵਾਲ ਕਰਦਾ ਹੈ, ਕਹਿੰਦਾ ਤੂੰ ਰਾਣੀ ਹੈ ਕਿ ਸਰੀਤਾ? ਮੈਂ ਆਪਣੇ ਬਾਪ ਦੀ ਗੋਦ ਦੇ ਵਿੱਚ ਬੈਠਾ, ਸਤੇਲੀ ਮਾਂ ਨੇ ਮੈਨੂੰ ਉਠਾ ਦਿੱਤਾ, ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਤੂੰ ਰਾਣੀ ਹੈ ਕਿ ਜਿਸ ਨੇ ਮੈਨੂੰ ਗੋਦ ਦੇ ਵਿੱਚੋਂ ਉਠਾਇਆ ਹੈ ਉਹ ਰਾਣੀ ਹੈ। ਮੈਂ ਹੁਣ ਕੀ ਕਰਾਂ? ਮੈਂ ਵੀ ਉਸ ਰੁਤਬੇ ਤੇ ਪਹੁੰਚਣਾ ਚਾਹੁੰਦਾ। ਤੇ ਕੋਈ ਹੋਰ ਮਾਂ ਹੁੰਦੀ ਤੇ ਕਹਿੰਦੀ ਕਿ ਤੇਰੀ ਸ਼ਰੀਕ ਹੈ, ਵੱਡਾ ਹੋਈ ਤੇ ਇਹਦਾ ਕਤਲ ਕਰ ਦੇਵੀਂ। ਅੱਜ ਕੱਲ੍ਹ ਤਾਂ ਹੀ ਕੁਛ ਹੀ ਨਾ, ਪਰ ਮਾਂ ਨੇ ਕੀ ਕਿਹਾ? ਮਾਂ ਨੇ ਕਿਹਾ, ਪੁੱਤ ਦਾ ਸਵਾਲ ਹੈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਤੇ ਮਾਂ ਦਾ ਜਵਾਬ ਹੈ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈਏ ਪਤਤ ਪਨੀਤਾ। ਕਿਵੇਂ ਦੇ ਰਾਹ ਤੇ ਤੋਰ ਦਿੱਤਾ।
ਪਰ ਜ਼ਿੰਦਗੀ ਦਾ ਮੋੜ ਕਿਵੇਂ ਦਾ ਸੀ, ਗਲਤ ਰਾਹ 'ਤੇ ਵੀ ਤੋਰਿਆ ਜਾ ਸਕਦਾ ਸੀ ਕਿ ਨਹੀਂ ਉਹ ਮੇਰੀ ਸ਼ਰੀਕ ਹੈ, ਉਹ ਮੇਰੀ ਸੌਂਕਣ ਹੈ, ਤੂੰ ਉਹਦੇ ਵਿਰੋਧ ਦੇ ਵਿੱਚ ਜੰਗ ਲੜਨੀ ਹੈ, ਰਾਜ ਲੈਣਾ। ਨਹੀਂ, ਕਿਹਾ ਕਿ ਤੂੰ ਰਾਜ ਸੱਤਾ ਹਾਸਲ ਕਰਨੀ ਹੈ ਭਗਤੀ ਦੇ ਨਾਲ। ਉਸ ਭਗਤੀ ਦੇ ਵਿੱਚੋਂ ਜਿਹੜੀ ਲੋਕ ਸ਼ਕਤੀ ਪੈਦਾ ਹੋਵੇਗੀ ਉਹ ਤੈਨੂੰ ਰਾਜ ਸੱਤਾ ਦੇਵੇਗੀ। ਇਹ ਹੈ ਅਸੀਂ ਆਪਣੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਸਹੀ ਰਾਹ 'ਤੇ ਤੋਰਨ ਦੇ ਵਾਸਤੇ ਮਾਰਗਦਰਸ਼ਨ ਕਿਵੇਂ ਕਰਨਾ ਹੈ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਦਾ ਜੀਵਨ ਹੈ। ਪਰ ਗੁਰਦੇਵ ਪਾਤਸ਼ਾਹ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ, ਜਿਨ੍ਹਾਂ ਦਾ ਬਚਪਨ ਦਾ ਨਾਮ ਅਸੀਂ ਜੇਠਾ ਕਰਕੇ ਸੁਣਦੇ ਹਾਂ, ਜਿਹੜੇ ਉਹਨਾਂ ਦੀ ਜੀਵਨ ਦੀ ਖੇਡ ਹੈ ਬਿਲਕੁਲ ਵਿਲੱਖਣ ਹੈ। ਔਰ ਉਹਨਾਂ ਦੀ ਜ਼ਿੰਦਗੀ ਦੇ ਖੇਡ ਦੇ ਵਿੱਚ ਇੱਕ ਗੱਲ ਬੜੀ ਅਹਿਮ ਹੈ, ਜਿਹੜੀ ਗੱਲ ਮੈਕਸ ਆਰਥਰ ਮੈਕੌਲਫ ਨੇ, ਅੰਗਰੇਜ਼ੀ ਵਿਦਵਾਨ ਹੈ, ਉਸਨੇ ਲਿਖੀ ਹੈ, ਬੇਸ਼ੱਕ ਗਰੀਬੀ ਦੇ ਕਰਕੇ ਦੁਨਿਆਵੀ ਵਿੱਦਿਆ ਹਾਸਲ ਨਾ ਕਰ ਸਕੇ, ਪਰ ਸਮੇਂ ਦੀਆਂ ਠੋਕਰਾਂ ਨੇ ਵਪਾਰ ਤੇ ਰੁਜ਼ਗਾਰ ਦੀ ਵਿੱਦਿਆ ਦਾ ਮੁੱਢ ਬੰਨ੍ਹ ਦਿੱਤਾ। ਇਹ ਬੜੀ ਅਹਿਮ ਗੱਲ ਜੀ, ਇਹ ਗੱਲ ਛੋਟੀ ਨਹੀਂ ਹੈ, ਬਹੁਤ ਵੱਡੀ ਗੱਲ ਹੈ ਕਿ ਛੋਟੇ ਬੱਚੇ ਦੇ ਵਿੱਚ ਸਿਦਕ, ਸਿਆਣਪ, ਲੰਬੇਰੀ ਸੋਚ ਔਰ ਸੂਝਵਾਨਤਾ, ਇਹ ਸਭ ਕੁਝ ਆ ਰਿਹਾ ਹੈ। ਕਾਹਦੇ ਕਰਕੇ? ਕਿ ਉਸਨੇ ਸਰਵਾਈਵ ਕਰਨਾ ਹੈ, ਉਸਨੇ ਭਿਖਾਰੀ ਨਹੀਂ ਬਣਨਾ। ਨਹੀਂ ਤੇ ਪੌਣੇ 7 ਸਾਲ ਦੀ ਆਜੂ ਦੇ ਵਿੱਚ ਮਾਂ ਔਰ ਪਿਤਾ ਦਾ ਚਲੇ ਜਾਣਾ, 1534 ਦੇ ਵਿੱਚ ਜਨਮ ਹੁੰਦਾ ਹੈ ਤੇ 40 ਤੋਂ 41 ਦੇ ਵਿੱਚ, ਪੌਣੇ 7 ਸਾਲ ਤੋਂ 7 ਸਾਲ ਦੇ ਵਿੱਚ ਮਾਂ ਵੀ ਸੰਸਾਰ ਤੋਂ ਚਲੀ ਜਾਂਦੀ ਹੈ, ਬਾਪ ਵੀ ਚਲਾ ਜਾਂਦਾ ਹੈ। ਪਹਿਲਾਂ ਪਰਿਵਾਰ ਦਾ ਸ਼ਾਹੂਕਾਰਾ ਇੰਨਾ ਵੱਡਾ ਸੀ ਕਿ ਲੋਕਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਸੂਦ ਦਿੱਤਾ ਜਾਂਦਾ ਸੀ, ਵਿਆਜੀ ਪੈਸੇ ਦਿੱਤੇ ਜਾਂਦੇ ਸੀ, ਸ਼ਾਹੂਕਾਰ ਦਿੰਦੇ ਸੀ। ਹੁਣ ਹੀ ਥੋੜ੍ਹਾ ਬੈਂਕਿੰਗ ਸੈਕਟਰ ਦੇ ਆਉਣ ਦੇ ਨਾਲ ਇਹ ਕੰਮ ਘਟਿਆ, ਨਹੀਂ ਤਾਂ ਪਹਿਲਾਂ ਅਕਸਰ ਅਸੀਂ ਪਿੰਡਾਂ 'ਚ ਆੜ੍ਹਤੀਆਂ ਦੇ ਕੋਲੋਂ, ਸ਼ਾਹੂਕਾਰਾਂ ਦੇ ਕੋਲੋਂ ਪੈਸੇ ਲੈਂਦੇ ਸੀ। ਉਹਨਾਂ ਸਮਿਆਂ ਦੇ ਵਿੱਚ ਇਹੀ ਵਪਾਰ ਸੀ। ਸ਼ਾਹੂਕਾਰਾਂ ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਸੀ ਉਹਨਾਂ ਲੋਕਾਂ ਨੇ ਵੀ ਮਾਰ ਲਏ, ਕਿਉਂਕਿ ਵਾਰਿਸ ਕੋਈ ਨਹੀਂ ਰਿਹਾ। ਅਜੇ ਬੱਚੇ ਦੀ ਆਜੂ ਜਿਹੜੀ ਬਹੁਤ ਛੋਟੀ ਹੈ, ਮੰਗ ਨਹੀਂ ਸਕਦਾ, ਧੱਕੇ ਨਾਲ ਲੈ ਨਹੀਂ ਸਕਦਾ। ਫਿਰ ਉਸ ਬੱਚੇ ਦੇ ਕੋਲ ਲਾਹੌਰ ਦੀਆਂ ਗਲੀਆਂ ਦੇ ਵਿੱਚ, ਜਿਸ ਦੀ ਜ਼ਿੰਦਗੀ ਦੇ ਵਿੱਚ ਪੌਣੇ 7 ਸਾਲ ਦੇ ਵਿੱਚ ਨਾ ਮਾਂ ਰਿਹਾ ਨਾ ਬਾਪ ਰਿਹਾ, ਯਤੀਮੀ ਦੇ ਹਾਲਾਤ, ਅੱਜ ਦੇ ਸਮੇਂ ਦੇ ਵਿੱਚ ਵੇਖੀਏ ਤੇ ਉਹ ਬੱਚਾ ਸੜਕ ਤੇ ਮੰਗੇਗਾ। ਪਰ ਨਹੀਂ, ਇੰਝ ਨਹੀਂ ਕੀਤਾ, ਮੰਗਿਆ ਨਹੀਂ, ਬਲਕਿ ਮਿਹਨਤ ਕੀਤੀ ਹੈ, ਕਿਰਤ ਕੀਤੀ ਹੈ। ਔਰ ਉਸ ਕਿਰਤ ਦੇ ਵਿੱਚੋਂ ਜਿਹੜੀ ਗੁਰਦੇਵ ਪਾਤਸ਼ਾਹ ਨੇ 7 ਸਾਲ ਦੀ ਆਜੂ ਦੇ ਵਿੱਚ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਣ ਦੀ ਕਿਰਤ ਕੀਤੀ ਹੈ ਨਾ, ਉਸ ਕਿਰਤ ਦੇ ਵਿੱਚੋਂ ਸਿੱਖਾਂ ਦੇ ਸਭ ਤੋਂ ਵੱਡੇ ਵਪਾਰ ਦਾ ਮਾਡਲ ਨਿਕਲਿਆ ਹੈ ਚੱਕ ਗੁਰੂ ਰਾਮਦਾਸ। ਜਿੱਥੇ 52 ਕਿਸਮ ਦਾ ਵਪਾਰ ਹੁੰਦਾ ਸੀ, ਇਹ ਉਸ ਸੋਚ ਚੋਂ ਨਿਕਲਿਆ। ਇਹ ਛੋਟੀ ਗੱਲ ਨਹੀਂ ਹੈ ਕਿ ਇੱਕ ਬੱਚਾ ਘੁੰਗਣੀਆਂ ਵੇਚ ਰਿਹਾ। ਮੈਂ ਕਈ ਵਾਰੀ ਜਦੋਂ ਉਹਨਾਂ ਦੇ ਜੀਵਨ ਦੇ ਬਾਰੇ ਗੱਲ ਕਰਦਾ ਤਾਂ ਮੈਨੂੰ ਸ਼ੇਖ ਸਾਦੀ ਦੀ ਇੱਕ ਗੱਲ ਆ ਜਾਂਦੀ ਹੈ। ਸ਼ੇਖ ਸਾਦੀ ਨੇ ਆਪਣੀ ਫਾਰਸੀ ਦੀ ਰਚਨਾ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਕਹੀ ਹੈ, ਬਜ਼ੁਰਗ ਕੀ ਬਾ ਅਕਲ ਅਸਤ ਕੇ ਨਾ ਬਸਾਰ। ਬਜ਼ੁਰਗੀ ਕੇਵਲ ਚਿੱਟੇ ਵਾਲਾਂ ਨੂੰ ਨਹੀਂ ਕਹਿ ਦਿੰਦੇ। ਕਈ ਵਾਰੀ ਬਜ਼ੁਰਗ ਹੁੰਦੇ ਨੇ, ਉਹ ਗੱਲ ਹੀ ਐਵੇਂ ਦੀ ਕਰਦੇ ਨੇ ਨਾ, ਮਜਬੂਰਨ ਤੁਹਾਨੂੰ ਕਹਿਣਾ ਪੈਂਦਾ, ਬਾਪੂ ਜੀ ਦਿਹਾੜੀ ਚਿੱਟੀ ਹੋ ਗਈ ਹੈ, ਬੱਚਿਆਂ ਵਾਲੀਆਂ ਗੱਲਾਂ ਕਿਉਂ ਕਰਦੇ ਹੋ। ਕਈ ਵਾਰੀ ਬੱਚਾ ਇੰਨੀ ਸਿਆਣੀ ਗੱਲ ਕਰਦਾ ਹੈ, ਮਜਬੂਰਨ ਖੁਸ਼ ਹੋ ਕੇ ਕਹਿਣਾ ਕਹਿੰਦਾ, ਬੇਟਾ ਤੇਰੀ ਆਜ਼ੂ ਬੜੀ ਛੋਟੀ, ਗੱਲ ਬੜੀ ਸਿਆਣੀ ਕੀਤੀ ਹੈ। ਹੁਣ ਉੱਥੇ ਬਜ਼ੁਰਗੀ ਦਾ ਸੰਬੰਧ ਅਕਲ ਦੇ ਨਾਲੋਂ ਟੁੱਟ ਜਾਂਦਾ ਹੈ। ਬਜ਼ੁਰਗੀ ਬਾ ਅਕਲ ਅਸਤ, ਅਕਲ ਨੂੰ ਬਜ਼ੁਰਗੀ ਕਿਹਾ ਜਾਂਦਾ, ਉਮਰ ਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਹਦੀ ਉਦਾਹਰਨ ਬੜੀ ਸੋਹਣੀ ਦਿੱਤੀ ਹੈ ਉਸਨੇ ਆਪਣੀ ਕਿਤਾਬ ਦੇ ਵਿੱਚ। ਕਿਤੇ ਮਿਲੇ ਕਿਤਾਬ ਪੜ੍ਹਨ ਦਾ ਮੌਕਾ ਮਿਲੇ ਜ਼ਰੂਰ ਪੜ੍ਹਿਓ। ਉਹ ਕਹਿੰਦਾ ਹੈ ਕਿ ਮੈਂ ਆਪਣੇ ਖੋਤੇ ਨੂੰ ਲੈ ਕੇ ਜਾ ਰਿਹਾ ਸੀ, ਗਧੇ ਨੂੰ ਲੈ ਕੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਸੀ। ਵਿਦਵਾਨ ਸੀ, ਕਿਤਾਬਾਂ ਆਪਣੀਆਂ ਨਾਲ ਹੀ ਰੱਖੀਆਂ ਹੋਈਆਂ ਸੀ। ਇੱਕ ਉਹਦਾ ਕੁੱਕੜ ਬੜਾ ਪਿਆਰ ਕਰਦਾ ਸੀ, ਮੁਰਗਾ, ਉਹ ਵੀ ਉਹਦੇ ਨਾਲ ਸੀ। ਸਫ਼ਰ ਲੰਬਾ ਸੀ। ਰਸਤੇ ਦੇ ਵਿੱਚ ਜਾਂਦਿਆਂ ਜਿੱਥੇ ਜਿੱਥੇ ਵੀ ਕਿਤੇ ਕਿਆਮ ਕੀਤਾ, ਵਿਸ਼ਰਾਮ ਕੀਤਾ, ਹੌਲੀ ਹੌਲੀ ਜਿਹੜੀ ਪੈਸੇ ਸੀ ਉਹ ਮੁੱਕਦੇ ਗਏ। ਅਖੀਰ ਸਫ਼ਰ ਲੰਬਾ ਸੀ, ਪੈਸੇ ਮੁੱਕ ਗਏ, ਇੱਕ ਸਿੱਕਾ ਰਹਿ ਗਿਆ। ਕਹਿੰਦਾ ਅਜੇ ਮੇਰੀ ਵਾਟ ਬੜੀ ਲੰਮੇਰੀ ਸੀ ਤੇ ਮੈਂ ਜਿੱਥੋਂ ਦੀ ਜਾ ਰਿਹਾ ਸੀ, ਰੇਤਲਾ ਜਿਹਾ ਇਲਾਕਾ ਸੀ, ਕਿਸੇ ਪਾਸੇ ਮੈਨੂੰ ਕੁਝ ਖਾਣ ਨੂੰ ਨਜ਼ਰ ਵੀ ਨਹੀਂ ਸੀ ਆ ਰਿਹਾ। ਪਰ ਕਹਿੰਦਾ ਜੇ ਨਜ਼ਰ ਆ ਵੀ ਜਾਂਦਾ ਤੇ ਮੇਰੇ ਸਾਹਮਣੇ ਇੱਕ ਸਮੱਸਿਆ ਸੀ।
ਸਿੱਕਾ ਇੱਕ ਹੈ। ਉਸ ਸਿੱਕੇ ਦੇ ਨਾਲ ਜੇ ਮੈਂ ਖਾ ਲਵਾਂ ਤੇ ਮੇਰਾ ਮੁਰਗਾ ਤੇ ਮੇਰਾ ਗਧਾ ਭੁੱਖੇ। ਜੇ ਮੈਂ ਆਪਣੇ ਮੁਰਗੇ ਨੂੰ ਦਾਣੇ ਲੈ ਕੇ ਪਾ ਦੇਵਾਂ ਮੈਂ ਤੇ ਗਧਾ ਭੁੱਖੇ, ਤੇ ਜੇ ਗਧੇ ਨੂੰ ਚਾਰਾ ਲੈ ਕੇ ਪਾ ਦੇਵਾਂ ਮੈਂ ਤੇ ਮੁਰਗਾ ਭੁੱਖੇ। ਕਹਿੰਦਾ ਮੈਂ ਸੋਚ ਦੇ ਵਿੱਚ ਸੀ ਕੀ ਕਰਾਂ। ਕੁਦਰਤਨ ਇਵੇਂ ਦੇ ਹਾਲਾਤ ਆ ਜਾਣ ਜਦੋਂ ਤੁਸੀਂ ਆਪਣੇ ਨਾਲ ਦੇ ਦੋ ਸਾਥੀਆਂ ਨੂੰ ਪਿਆਰ ਵੀ ਬੜਾ ਕਰਦੇ ਹੋ, ਤੁਹਾਡੀ ਇਹ ਵੀ ਹਿੰਮਤ ਨਹੀਂ ਹੈ ਕਿ ਮੈਂ ਖਾ ਲਵਾਂ ਤੇ ਮੇਰੇ ਸਾਥੀ ਭੁੱਖੇ ਰਹਿਣ, ਤੇ ਤੁਹਾਡੇ ਕੋਲ ਇਹ ਵੀ ਹਿੰਮਤ ਨਹੀਂ ਹੈ ਕਿ ਸਾਥੀਆਂ ਨੂੰ ਖਵਾ ਦਿਓ ਤੇ ਮੈਂ ਭੁੱਖ ਬਰਦਾਸ਼ਤ ਕਰ ਸਕਾਂ ਕਿਉਂਕਿ ਵਕਤ ਮੇਰਾ ਹੈ। ਕਹਿੰਦਾ ਮੈਂ ਜਾ ਰਿਹਾ ਸੀ ਤੇ ਇੱਕ ਬੱਚਾ 5-6 ਸਾਲ ਦਾ ਰਸਤੇ 'ਚ ਖੜਾ ਹੈ ਤੇ ਮੈਨੂੰ ਵੇਖ ਕੇ ਇੱਕ ਸਵਾਲ ਕਰਦਾ ਹੈ। ਕਹਿੰਦਾ ਬਜ਼ੁਰਗੋ, ਤਬੀਅਤ ਬੜੀ ਰੌਸ਼ਨ ਹੈ, ਚਿਹਰੇ ਤੇ ਜਲਾਲ ਬੜਾ ਹੈ, ਪਰ ਪਰੇਸ਼ਾਨੀ ਕਿਉਂ ਹੈ? ਕਹਿੰਦਾ ਮੈਂ ਹੈਰਾਨ ਰਹਿ ਗਿਆ ਕਿ 5 ਸਾਲ ਦਾ ਬੱਚਾ ਮੈਨੂੰ ਇਹ ਸਵਾਲ ਕਰ ਰਿਹਾ ਹੈ ਕਿ ਇਹ ਮੇਰੀ ਪਰੇਸ਼ਾਨੀ ਨੂੰ ਜਾਣਦਾ ਹੈ, ਕਿ ਮੇਰੀ ਪਰੇਸ਼ਾਨੀ ਹੈ ਕਿ ਇਹ ਜਾਣਦਾ ਹੈ। ਕਹਿੰਦਾ ਮੈਂ ਰੁਕ ਗਿਆ, ਮੈਂ ਸੋਚਿਆ ਜੇ ਇਸ ਬੱਚੇ ਨੇ ਮੇਰੇ ਚਿਹਰੇ ਤੋਂ ਮੇਰੀ ਪਰੇਸ਼ਾਨੀ ਦਾ ਅੰਦਾਜ਼ਾ ਲਗਾਇਆ ਹੈ ਤਾਂ ਪਰੇਸ਼ਾਨੀ ਦੱਸਣ 'ਚ ਹਰਜ ਕੀ ਹੈ। ਕਹਿੰਦਾ ਮੈਂ ਕਿਹਾ ਬੇਟਾ ਮੇਰੀ ਸਮੱਸਿਆ ਆ ਹੈ, ਸਿੱਕਾ ਇੱਕ ਹੈ, ਭੁੱਖੇ 3 ਹਾਂ, ਕਿਵੇਂ ਗੁਜ਼ਾਰਾ ਹੋਵੇ? ਤੇ ਕਹਿੰਦਾ ਬੱਚਾ ਜ਼ਮੀਨ ਤੇ ਹੱਥ ਮਾਰ ਕੇ ਮੱਥੇ ਨੂੰ ਹੱਥ ਮਾਰਦਾ। ਕਹਿੰਦਾ ਬਜ਼ੁਰਗੋ ਚਿੱਟੀ ਦਾੜੀ ਹੋ ਗਈ ਹੈ, ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ। ਕਹਿੰਦਾ ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਕਿਉਂ? ਕਹਿੰਦਾ ਬਜ਼ੁਰਗੋ ਜਿਸ ਇਲਾਕੇ ਦੇ ਵਿੱਚੋਂ ਲੰਘ ਰਹੇ ਹੋ ਨਾ, ਇੱਥੇ 1 ਰੁਪਈਏ ਦੇ ਤੁਹਾਡੇ ਇੱਕ ਸਿੱਕੇ ਦੇ 2-3 ਤਰਬੂਜ ਆ ਜਾਣੇ ਆ। ਤੁਸੀਂ ਉਹਦੇ ਬੀਜ ਕੱਢ ਕੇ ਮੁਰਗੇ ਨੂੰ ਪਾ ਦਿਓ, ਉਸ ਦੀਆਂ ਛਿੱਲੜਾਂ ਆਪਣੇ ਗਧੇ ਨੂੰ ਪਾ ਦਿਓ ਤੇ ਵਿੱਚੋਂ ਤਰਬੂਜ ਆਪ ਖਾ ਲਿਓ। ਇਹ ਕੋਈ ਸਮੱਸਿਆ ਜਿਹਦੇ ਕਰਕੇ ਤੁਸੀਂ ਪਰੇਸ਼ਾਨ ਹੋ? ਕਹਿੰਦਾ ਮੈਂ ਸੱਚਮੁੱਚ ਜ਼ਮੀਨ ਨੂੰ ਹੱਥ ਲਾ ਕੇ ਮੱਥਾ ਟੇਕਿਆ ਕਿ ਬਜ਼ੁਰਗੀ ਬਾ ਅਕਲ ਅਸਤ, ਸਿੱਖਿਆ ਕਿਤਿਓਂ ਵੀ ਮਿਲ ਸਕਦੀ ਹੈ। ਔਰ ਇਹ ਹੈ, ਸਾਨੂੰ ਇਹ ਗੱਲ ਮੰਨਣੀ ਪਵੇਗੀ, ਸਿੱਖਿਆ ਕਿਤਿਓਂ ਵੀ ਮਿਲ ਸਕਦੀ ਹੈ। ਮੈਂ ਤੁਹਾਨੂੰ ਆਪਣੀ ਇੱਕ ਉਦਾਹਰਨ ਦਿੰਦਾ। ਸਨ 2000 ਦੀ ਗੱਲ ਹੈ, ਮੈਂ ਇੱਕ ਆਰਟੀਕਲ ਲਿਖਿਆ ਅਯੁੱਧਿਆ ਇਜ਼ ਨਾਟ ਦਾ ਬਰਥ ਪਲੇਸ ਆਫ ਰਾਮ। ਉਹਦੇ ਕਰਕੇ ਮੈਨੂੰ ਜਾਮੀਆ ਦਾਰੁਲ ਇਲਮ, ਜਿਹੜੀ ਇਸਲਾਮ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਉੱਥੇ ਬੁਲਾਇਆ ਗਿਆ ਤੇ ਉੱਥੋਂ ਦੇ ਜਿਹੜੇ PRO ਸੀ ਮਿਸਟਰ ਆਦਿਲ ਸਦੀਕੀ, ਮੈਂ ਸਹਾਰਨਪੁਰ ਪਹੁੰਚ ਕੇ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਜੀ ਮੈਂ ਪਹੁੰਚ ਗਿਆ ਸਹਾਰਨਪੁਰ ਤੇ ਮੈਂ ਤੁਹਾਡੇ ਜਿੰਨੇ ਕੁ ਸਮੇਂ ਸੈਮੀਨਾਰ ਹੈ ਮੈਂ ਤੁਹਾਡੀ ਯੂਨੀਵਰਸਿਟੀ ਪਹੁੰਚ ਜਾਊਂਗਾ। ਕਹਿੰਦੇ ਠੀਕ ਹੈ ਤੁਸੀਂ ਆ ਜਾਇਓ। ਜਦੋਂ ਮੈਂ ਯੂਨੀਵਰਸਿਟੀ ਪਹੁੰਚਿਆ, ਉਹਨਾਂ ਦੀ ਉਸ ਜਾਮੀਆ ਦਾਰੁਲ ਇਲਮ ਦਿਓਬੰਦ ਦੀ ਉਸ ਯੂਨੀਵਰਸਿਟੀ ਦੇ ਵਿੱਚ, ਜਿਹੜੀ ਇਸਲਾਮ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਤੇ ਜਾਂਦਿਆਂ ਨੂੰ ਨਮਾਜ਼ ਦਾ ਵਕਤ ਹੋ ਚੁੱਕਾ ਸੀ ਤੇ ਅਜ਼ਾਨ ਹੋ ਰਹੀ ਸੀ। ਮੁਅੱਜ਼ਿਨ ਅਜ਼ਾਨ ਦੇ ਰਿਹਾ ਸੀ ਜਿਹਨੂੰ ਅਸੀਂ ਬਾਂਗ ਦੇਣਾ ਕਹਿੰਦੇ। ਹੁਣ ਸਾਡਾ ਕਮਲਪੁਣਾ, ਮੈਂ ਸਿੱਧਾ ਹੀ ਤੁਰਿਆ ਗਿਆ। ਮੈਂ ਸੋਚਿਆ ਹੀ ਨਹੀਂ ਕਿ ਉਹ ਨਮਾਜ਼ ਪੜ੍ਹ ਰਹੇ ਹੋਣਗੇ। ਮੈਂ ਜਾ ਕੇ ਉਹਨਾਂ ਦੇ ਘਰ ਦੀ ਬੈਲ ਦਿੱਤੀ ਕਿਉਂਕਿ ਘਰ ਨਮਾਜ਼ ਪੜ੍ਹਨ ਆਏ ਸੀ। ਦਰਵਾਜ਼ਾ ਕਿਸੇ ਨੇ ਨਹੀਂ ਖੋਲ੍ਹਿਆ। ਫਿਰ ਮੈਂ ਦੂਜੀ ਵਾਰੀ ਬੈਲ ਦਿੱਤੀ, ਦਰਵਾਜ਼ਾ ਫਿਰ ਵੀ ਕਿਸੇ ਨੇ ਨਹੀਂ ਖੋਲ੍ਹਿਆ। ਮੈਂ ਤੀਜੀ ਵਾਰੀ, ਜਿਹੜੀ ਸਾਡੀ ਆਦਤ ਹੁੰਦੀ ਹੈ ਕਿ ਜਿੰਨਾ ਚਿਰ ਬੈਲ ਸੜ ਨਾ ਜਾਵੇ, ਮੈਂ ਲੰਬੀ ਸਾਰੀ ਬੈਲ ਦਿੱਤੀ। 7 ਸਾਲ ਦੀ ਬੱਚੀ ਬਾਹਰ ਆਈ। ਮੈਂ ਕਿਹਾ ਜੀ ਇਹ ਆਦਿਲ ਸਦੀਕੀ ਦਾ ਘਰ ਹੈ? ਕਹਿੰਦੀ ਬਿਲਕੁਲ। ਮੈਂ ਕਿਹਾ ਬੇਟੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਤੇ ਮੈਂ ਤੁਹਾਡੇ ਪਾਪਾ ਨੂੰ ਮਿਲਣਾ। ਕਹਿੰਦੀ ਅੰਕਲ ਮੇਰੇ ਤੋਂ ਪਾਪਾ ਨਹੀਂ ਹੈ। ਮੈਂ ਕਿਹਾ ਬੇਟੇ ਇਹ ਕਿਵੇਂ ਦੀ ਗੱਲ ਹੈ, ਤੇਰੇ ਪਾਪਾ ਨਾਲ ਮੇਰੀ फ़ोन पे ਗੱਲ ਹੋਈ ਹੈ। ਮੈਨੂੰ ਕਹਿੰਦੀ ਅੰਕਲ इतने बड़े हो गए हो, आपको नहीं पता हम लोग मुसलमान हैं, हमारे पापा नहीं होते, हमारे अब्बा जान होते हैं। ਹੁਣ ਇਹ ਵੇਖੋ, ਆਪਣੀ ਭਾਸ਼ਾ ਨਾਲ ਪਿਆਰ, ਆਪਣੀ ਮਾਂ ਬੋਲੀ ਨਾਲ ਪਿਆਰ। ਕਹਿੰਦੀ ਤੈਨੂੰ ਨਹੀਂ ਪਤਾ ਕਿ ਅਸੀਂ ਪਾਪਾ ਨਹੀਂ ਕਹਿੰਦੇ, ਅਸੀਂ ਅੰਮੀ ਜਾਨ ਤੇ ਅੱਬਾ ਜਾਨ ਕਹਿੰਦੇ ਹਾਂ। ਤੁਸੀਂ ਕਿਸੇ ਵੀ ਮੁਲਕ 'ਚ ਚਲੇ ਜਾਓ, ਜਿਹੜੇ ਆਪਣੇ ਧਰਮ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਇਸਲਾਮੀ ਵੀਰ ਨੇ, ਉਹਨਾਂ ਦੇ ਘਰ ਦੇ ਵਿੱਚ ਸਾਡੇ ਵਾਲੀ ਖੇਡ ਨਹੀਂ ਹੈਗੀ ਮੰਮਾ ਪਾਪਾ। ਉਹ ਅੰਮੀ ਜਾਨ ਤੇ ਅੱਬਾ ਜਾਨ ਤੇ ਭਾਈ ਜਾਨ ਤੇ ਆਪਾ ਜਾਨ ਹੀ ਕਹਿੰਦੇ ਨੇ। ਹੁਣ ਉਸ ਬੱਚੀ ਨੇ ਮੈਨੂੰ ਇਸ ਗੱਲ ਲਈ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸੱਚਮੁੱਚ ਹੀ ਜਦੋਂ ਤੁਹਾਡੇ ਵਿਰਸੇ ਦੇ ਵਿੱਚੋਂ ਤੁਹਾਡੀ ਮਾਂ ਬੋਲੀ ਖਤਮ ਹੁੰਦੀ ਹੈ ਤਾਂ ਰਿਸ਼ਤਿਆਂ ਦੀ ਨੈਤਿਕਤਾ ਜਿਹੜੀ ਕਿਤੇ ਨਾ ਕਿਤੇ ਅਸਰ ਅੰਦਾਜ਼ ਹੁੰਦੀ ਹੈ। ਉਹ ਰਿਸ਼ਤਿਆਂ ਦੇ ਵਿੱਚੋਂ ਮੂੰਹ ਟੁੱਟ ਜਾਂਦਾ ਹੈ। ਹੁਣ ਅੰਕਲ ਨੂੰ ਤੁਸੀਂ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ? ਚਾਚਾ ਵੀ ਅੰਕਲ, ਤਾਇਆ ਵੀ ਅੰਕਲ, ਮਾਸੜ ਵੀ ਅੰਕਲ, ਜਿਹੜਾ ਨਹੀਂ ਜਾਣਦਾ ਉਹ ਵੀ ਅੰਕਲ। ਉਹ ਚਾਚਾ, ਉਹ ਮਾਮਾ, ਉਹ ਤਾਇਆ, ਉਹ ਬਾਪੂ, ਉਹ ਸ਼ਬਦ ਸਾਡੇ ਕਿੱਥੇ ਚਲੇ ਗਏ? ਅਸੀਂ ਅੰਕਲ ਦੇ ਦਾਇਰੇ ਦੇ ਵਿੱਚ ਲਿਆ ਕੇ ਸਾਰੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਅਪਣੱਤ ਭਰੇ ਜਿਹੜੇ ਸ਼ਬਦ ਸੀ ਉਹ ਖਤਮ ਕਰ ਦਿੱਤੇ।
ਚਲੋ ਖੈਰ, ਆਓ ਗੁਰੂ ਸਾਹਿਬ 'ਤੇ ਆਈਏ। ਗੁਰੂ ਸਾਹਿਬ ਘੁੰਗਣੀਆਂ ਵੇਚਦੇ ਨੇ ਲਾਹੌਰ ਦੇ ਵਿੱਚ। ਉਹਦੇ ਵਿੱਚ ਸਿਦਕ ਕਿੰਨਾ ਹੈ? ਵੇਚਦੇ ਹੀ ਨਹੀਂ, ਬਲਕਿ ਚਿੰਤਾ ਵੀ ਹੈ ਕਿ ਘਰ ਦੇ ਵਿੱਚ ਕਮਾ ਕੇ ਲੈ ਕੇ ਜਾਣਾ ਹੈ, ਘਰ ਦੇ ਵਿੱਚ ਨਾਨੀ ਆ ਕੇ ਰਹਿ ਰਹੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜੇ ਕਿਸੇ ਭੁੱਖੇ ਨੂੰ ਵੇਖਦੇ ਨੇ ਤੇ ਸਿਦਕ ਵੀ ਇੰਨਾ ਹੈ ਕਿ ਸਾਰੀਆਂ ਖਵਾ ਕੇ ਆ ਜਾਂਦੇ ਨੇ, ਆਪ ਵੀ ਭੁੱਖੇ ਸੌ ਜਾਂਦੇ ਨੇ ਤੇ ਉਮਰ 7 ਸਾਲ। ਸਿਦਕ ਵੀ ਹੈ, ਸੋਚ ਵੀ ਹੈ ਵਪਾਰ ਕਰਨ ਦੀ, ਸੂਝ ਵੀ ਹੈ ਪਰਿਵਾਰ ਪਾਲਣਾ ਹੈ, ਤੇ ਸਿਦਕ ਵੀ ਇੰਨਾ ਹੈ ਕਿ ਆਪ ਜੇ ਕੋਈ ਬਜ਼ੁਰਗ, ਕੋਈ ਭਿਖਾਰੀ, ਕੋਈ ਭੁੱਖੇ ਪੇਟ ਵਾਲਾ ਹੈ ਤੇ ਉਸ ਨੂੰ ਖਵਾ ਕੇ ਆਪ ਬਿਲਕੁਲ ਖਾਲੀ ਹੱਥ ਘਰ ਆ ਜਾਂਦੇ ਨੇ। ਦੂਸਰੀ ਗੱਲ ਹੁੰਦੀ ਹੈ ਵਪਾਰ ਦੇ ਵਿੱਚ ਸਭ ਤੋਂ ਵੱਡੀ ਗੱਲ ਓਪਰਚੁਨਿਟੀ, ਵਪਾਰਕ ਕੇਂਦਰ ਦੀ ਚੋਣ। ਆਪਣੀ ਦਾਦੀ ਜੀ ਦੇ ਨਾਲ, ਨਾਨੀ ਜੀ ਦੇ ਨਾਲ, ਮਾਫ ਕਰਨਾ, ਬਾਸਰ ਕੇ ਆ ਗਏ। ਬਾਸਰ ਕੇ ਪਿੰਡ ਦੇ ਵਿੱਚ ਵੀ ਘੁੰਗਣੀਆਂ ਵੇਚੀਆਂ ਨੇ, ਔਰ ਜਦੋਂ ਇੱਥੇ ਆਏ ਤੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਨਾਨੀ ਆਪਣੇ ਦੋਤੇ ਦੋਤੀ ਨੂੰ ਲੈ ਕੇ ਆਈ ਹੈ, ਦੋਤਿਆਂ ਨੂੰ, ਜਿਨ੍ਹਾਂ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਚੁੱਕਾ ਹੈ। ਸਾਰਾ ਪਿੰਡ ਤਕਰੀਬਨ ਮਾਤਮ ਪੁਰਸ਼ੀ ਦੇ ਵਾਸਤੇ, ਅਫਸੋਸ ਦੇ ਵਾਸਤੇ ਬੱਚਿਆਂ ਨੂੰ ਵੇਖਣ ਆਇਆ। ਤੇ ਗੁਰੂ ਅਮਰਦਾਸ ਪਾਤਸ਼ਾਹ ਨਾਲ ਵੀ ਪਹਿਲੀ ਮੁਲਾਕਾਤ ਉਦੋਂ ਹੋਈ ਹੈ ਜਦੋਂ ਉਹ ਜੇਠਾ ਜੀ ਨੂੰ ਜਾਂ ਰਾਮਦਾਸ ਪਾਤਸ਼ਾਹ ਨੂੰ ਮਿਲੇ ਨੇ, ਜਦੋਂ ਇਹ ਬਾਸਰ ਕੇ ਪਿੰਡ ਦੇ ਵਿੱਚ ਆਏ ਨੇ। ਤੇ ਉਸ ਦੇ ਬਾਰੇ ਮੈਕਾਲਫ ਇੱਕ ਗੱਲ ਲਿਖਦਾ ਹੈ ਕਿ ਗੁਰੂਦੇਵ ਪਾਤਸ਼ਾਹ ਨੇ ਸਿਰ ਦੇ ਉੱਪਰ ਇਸ ਤਰ੍ਹਾਂ ਦਾ ਹੱਥ ਰੱਖਿਆ ਕਿ ਇੰਜ ਮਹਿਸੂਸ ਹੋਇਆ ਕਿ ਇਸ ਯਤੀਮ ਦੇ ਸਿਰ ਦੇ ਉੱਪਰੋਂ ਜਿਹੜਾ ਮਾਂ-ਬਾਪ ਦਾ ਸਾਇਆ ਉੱਠ ਚੁੱਕਿਆ ਸੀ, ਉਹ ਦੁਬਾਰਾ ਗੁਰੂ ਨੇ ਬਖਸ਼ਿਸ਼ ਦੇ ਸਦਕਾ ਦੇ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਬਾਸਰ ਕੇ ਪਿੰਡ ਦੇ ਵਿੱਚ ਵੀ ਘੁੰਗਣੀਆਂ ਵੇਚੀਆਂ ਨੇ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ, ਗੋਇੰਦਵਾਲ ਸਾਹਿਬ 3 ਥਾਵਾਂ ਦੇ ਉੱਪਰ ਘੁੰਗਣੀਆਂ ਵੇਚੀਆਂ ਨੇ। ਗੋਇੰਦਵਾਲ ਸਾਹਿਬ ਆਉਣ ਦਾ ਕਾਰਨ, ਕਿਉਂਕਿ ਗੋਇੰਦਵਾਲ ਸਾਹਿਬ ਉਸ ਸਮੇਂ ਸਿੱਖੀ ਦੇ ਇੱਕ ਕੇਂਦਰ ਦੇ ਰੂਪ ਦੇ ਵਿੱਚ ਡਿਵੈਲਪ ਹੋ ਰਿਹਾ ਸੀ, ਤੇ ਗੁਰਦੇਵ ਪਾਤਸ਼ਾਹ ਨੂੰ ਉਸ ਆਜੂ ਦੇ ਵਿੱਚ ਪਤਾ ਹੈ ਕਿ ਉੱਥੇ ਵਪਾਰ ਦੇ ਸਾਧਨ ਜ਼ਿਆਦਾ ਹੋਣਗੇ, ਉੱਥੇ ਆਮਦਨੀ ਜਿਹੜੀ ਹੈ ਉਹ ਵਧੇਗੀ। ਹੁਣ ਜਦੋਂ ਤੁਸੀਂ ਕਰਤਾਰਪੁਰ ਨੂੰ ਵੇਖਦੇ ਹੋ, ਗੁਰੂ ਨਾਨਕ ਸਾਹਿਬ ਨੇ ਜੇ ਕੇਵਲ ਖੇਤੀ ਕਰਨੀ ਹੁੰਦੀ, ਮੈਂ ਇਸ ਗੱਲ ਤੇ ਆਉਣ ਲੱਗਾ ਹੈ, ਗੋਇੰਦਵਾਲ ਸਾਹਿਬ ਕਿਉਂ ਵਸਾਇਆ? ਫਿਰ ਗੁਰੂ ਰਾਮਦਾਸ ਪਾਤਸ਼ਾਹ ਨੇ ਚੱਕ ਰਾਮਦਾਸਪੁਰ ਕਿਉਂ ਵਸਾਇਆ, ਜਿਸ ਨੂੰ ਅੱਜ ਅਸੀਂ ਅੰਮ੍ਰਿਤਸਰ ਕਹਿੰਦੇ ਹਾਂ? ਫਿਰ ਉਸ ਤੋਂ ਅੱਗੇ ਅਸੀਂ ਨਗਰ ਵਸਾਏ ਨੇ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ। ਇੱਕ ਸਿਸਟਮ ਹੈ, ਇਹ ਉਹੀ ਸਿਸਟਮ ਹੈ ਜਿਸ ਨੂੰ ਤੁਸੀਂ ਬਾਣੀ 'ਚ ਪੜ੍ਹਦੇ ਹੋ, ਬੇਗਮਪੁਰਾ ਸ਼ਹਿਰ ਕੋ ਨਾਉ, ਜਿਸ ਨੂੰ ਤੁਸੀਂ ਪੜ੍ਹਦੇ ਹੋ ਸਭ ਸੁਖਾਲੀ ਵੁੱਠੀਆਂ ਹੋਆ ਹਲੇਮੀ ਰਾਜ ਜੀਓ, ਜਿਸ ਨੂੰ ਤੁਸੀਂ ਪੜ੍ਹਦੇ ਹੋ ਅਪਚਲ ਨਗਰ ਗੋਬਿੰਦ ਗੁਰੂ ਕਾ। ਤੇ ਜੇ ਮੈਂ ਸਿੱਧੇ ਸ਼ਬਦਾਂ ਚ ਕਹਾਂ ਤੇ ਇੱਕ ਸਿੱਖ ਸਟੇਟ, ਜਿੱਥੇ ਤੁਹਾਡਾ ਆਪਣਾ ਹੁਕਮ ਚੱਲ ਰਿਹਾ, ਜਿੱਥੇ ਤੁਹਾਡੀ ਵਿਚਾਰਧਾਰਾ ਪ੍ਰਵਾਹਿਤ ਹੋ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਜੇਕਰ ਕੇਵਲ ਖੇਤੀ ਕਰਨੀ ਹੁੰਦੀ ਤੇ ਰਾਏ ਬਲਾਰ ਦੇ ਪਰਿਵਾਰ ਨੇ 750 ਮੁਰੱਬਾ ਗੁਰੂ ਨਾਨਕ ਸਾਹਿਬ ਨੂੰ ਰਾਏ ਭੋਏ ਦੀ ਤਲਵੰਡੀ ਜ਼ਮੀਨ ਦਿੱਤੀ ਸੀ। ਗੁਰੂ ਨਾਨਕ ਸਾਹਿਬ ਨੇ ਉੱਥੇ ਖੇਤੀ ਨਹੀਂ ਕੀਤੀ, ਕਰਤਾਰਪੁਰ ਹੀ ਆ ਕੇ ਕਿਉਂ ਖੇਤੀ ਕੀਤੀ? ਕਿਉਂਕਿ ਉਹ ਜਿਹੜੀ ਦਿੱਤੀ ਹੋਈ ਜ਼ਮੀਨ ਸੀ ਉਹਦੇ ਉੱਪਰ ਅਧਿਕਾਰ ਪਰਿਵਾਰ ਦਾ ਬਣਨਾ ਸੀ। ਪਹਿਲੀ ਗੱਲ ਤਾਂ ਹੈ। ਦੂਸਰੀ ਗੱਲ ਹੈ ਕਿ ਉਹ ਕਿਸੇ ਦੀ ਖੈਰਾਤ ਦੇ ਵਿੱਚ ਦਿੱਤੀ ਜ਼ਮੀਨ ਦੇ ਉੱਪਰ ਖੇਤੀ ਹੋਣੀ ਸੀ। ਤੀਸਰੀ ਗੱਲ, ਜਦੋਂ ਗੁਰਦੇਵ ਪਾਤਸ਼ਾਹ ਨੇ ਇੱਥੇ ਖੇਤੀ ਕੀਤੀ ਤੇ ਉਸ ਜ਼ਮੀਨ ਨੂੰ ਖਰੀਦਿਆ, ਤੇ ਖਰੀਦਣ ਤੋਂ ਬਾਅਦ ਤਲਵੰਡੀ ਤੋਂ ਵੀ ਆ ਕੇ ਲੋਕ ਉੱਥੇ ਵਸੇ ਨੇ। ਔਰ ਸਭ ਤੋਂ ਵੱਡੀ ਗੱਲ ਕਿ 20,000 ਲੋਕਾਂ ਦੀ ਵਸੋਂ। ਔਰ ਆ ਹੁਣ ਮੇਰੇ ਖਿਆਲ ਦੇ ਨਾਲ ਜੇ ਅਸੀਂ 10 ਸਾਲ ਪਿੱਛੇ ਚਲੀਏ, ਘਰਾਂ ਦੇ ਵਿੱਚ ਟਾਇਲਟ ਨਹੀਂ ਸੀ ਹੁੰਦੀਆਂ। 20 ਸਾਲ ਪਿੱਛੇ ਚਲੀਏ ਤਾਂ ਬਿਲਕੁਲ ਹੀ ਘੱਟ ਹੁੰਦੀਆਂ ਸੀ। ਤੁਸੀਂ ਇੱਕ ਫਾਰਸੀ ਦੀ ਕਿਤਾਬ ਹੈ ਕਨਈਆ ਲਾਲ ਦੀ ਤਰੀਖੇ ਪੰਜਾਬ, ਉਹਦੇ 'ਚ ਕਰਤਾਰਪੁਰ ਦੇ ਬਾਰੇ ਪੜ੍ਹੋਗੇ, ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਨੇ ਜਿਹੜਾ ਸ਼ਹਿਰ ਵਸਾਇਆ, ਉਸ ਸ਼ਹਿਰ ਦੇ ਬਾਰ-ਬਾਰ ਮਰਦਾਂ ਔਰ ਔਰਤਾਂ ਦੇ ਵਾਸਤੇ ਵੱਖਰੇ ਵੱਖਰੇ ਬਾਹਰ ਜਾਣ ਦੇ ਵਾਸਤੇ ਜਗ੍ਹਾ ਨਿਯਤ ਕੀਤੀ ਗਈ। ਤੁਸੀਂ ਅੱਜ ਤੋਂ 30 ਸਾਲ ਪਹਿਲਾਂ ਸੋਚ ਨਹੀਂ ਸੀ ਸਕਦੇ। ਜਿੰਨਾ ਚਿਰ ਤੱਕ ਘਰਾਂ ਦੇ ਵਿੱਚ ਟਾਇਲਟ ਨਹੀਂ ਬਣੀਆਂ, ਤੁਸੀਂ 30 ਸਾਲ ਪਿੱਛੇ ਜਾ ਕੇ ਸੋਚੋ, ਤੁਸੀਂ ਇਹ ਗੱਲ ਸੋਚ ਨਹੀਂ ਸੀ ਸਕਦੇ। ਇੱਕ ਸਮੱਸਿਆ ਸੀ ਪਿੰਡਾਂ ਦੇ ਵਿੱਚ। ਪਰ ਹੁਣ ਤੁਸੀਂ 550 ਸਾਲ ਪਿੱਛੇ ਜਾ ਕੇ ਸੋਚੋ,
ਕਿ ਗੁਰੂ ਨਾਨਕ ਸਾਹਿਬ ਦੀ ਉਸ ਸ਼ਹਿਰ ਨੂੰ ਵਸਾਉਣ ਦੇ ਪਿੱਛੇ ਸੋਚ ਕਿਸ ਪੱਧਰ ਦੀ ਹੋਵੇਗੀ ਕਿ ਇਸਲਾਮੀ ਇਤਿਹਾਸਕਾਰ ਨੂੰ ਵੀ ਇਹ ਗੱਲ ਲਿਖਣੀ ਪਈ। ਹਰ ਤਰ੍ਹਾਂ ਦੇ ਕਾਰੀਗਰ ਉੱਥੇ ਨੇ, ਔਰ ਜਿਹੜਾ ਉੱਥੇ ਮਾਡਲ ਦਿੱਤਾ। ਅੱਜ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ, ਅਸੀਂ ਕਿਉਂ ਚਿੰਤਾ ਦੇ ਵਿੱਚ ਹੈ? ਮੈਂ ਨਾਲ ਨਾਲ ਇਹ ਵੀ ਗੱਲ ਕਰ ਦੇਵਾਂ, ਅੱਜ ਕਿਉਂ ਚਿੰਤਾ ਦੇ ਵਿੱਚ ਅਸੀਂ? ਸਾਨੂੰ ਇੰਜ ਲੱਗਦਾ ਹੈ ਕਿ ਐਗਰੀਕਲਚਰ ਐਗਰੀਮੈਂਟ ਦੇ ਵਿੱਚ ਜਾਂ ਫਿਰ ਐਸੈਂਸ਼ੀਅਲ ਕੋਮੋਡਿਟੀ ਐਕਟ ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਉਹਦੇ ਨਾਲ, ਜਾਂ ਫਿਰ ਅੰਤਰਰਾਜੀ ਵਪਾਰ ਦੇ ਨਾਲ ਜਿਹੜੀ ਸਾਡੀ ਖੇਤੀ ਹੈ ਉਹ ਇੱਕ ਸਨਅਤੀ ਘਰਾਣੇ ਦੇ ਕਬਜ਼ੇ ਹੇਠ ਚਲੀ ਜਾਵੇਗੀ। ਔਰ ਜਾਣੀ ਵੀ ਆ, ਵੱਧ ਤੋਂ ਵੱਧ ਤੁਸੀਂ 5 ਸਾਲ ਜਾਂ 10 ਸਾਲ ਇਸ ਨੂੰ ਹੋਰ ਬਚਾ ਸਕਦੇ ਹੋ, ਉਹ ਜਾਵੇਗੀ। ਕਿਉਂਕਿ ਦਵਾਈਆਂ ਔਰ ਹਥਿਆਰਾਂ ਤੋਂ ਬਾਅਦ ਜਿਹੜੀ ਅੰਨ ਦਾ ਵਪਾਰ ਹੈ ਇਸ ਵੇਲੇ ਦੁਨੀਆ ਦਾ ਦੂਸਰੇ ਨੰਬਰ ਦਾ ਵਪਾਰ ਹੈ। ਤੁਹਾਡੇ ਕੋਲ ਜਦੋਂ ਹੁਣ ਆਲੂ ਵੱਧ ਜਾਣੇ ਆ, ਸੜਕਾਂ 'ਤੇ ਵੀ ਕਈ ਵਾਰ ਸੁੱਟਣੇ ਪੈਂਦੇ ਆ, ਪਰ ਕਦੀ ਰੇਹੜੀ ਦੇ ਉੱਪਰ ਟਿੱਕੀ ਦਾ ਰੇਟ ਨਹੀਂ ਘਟਦਾ। ਸਭ ਤੋਂ ਛੋਟਾ ਬਿਜ਼ਨਸ ਉਹੀ ਹੈ ਨਾ। ਤੁਸੀਂ ਆਲੂ ਸੜਕਾਂ 'ਤੇ ਵੀ ਸੁੱਟ ਦਿਓ, ਪਰ ਰੇਹੜੀ ਦੇ ਉੱਪਰ ਵਿਕਣ ਵਾਲੀ ਟਿੱਕੀ ਦਾ ਰੇਟ ਨਹੀਂ ਘਟਦਾ। ਜਾਂ ਫਿਰ ਤੁਸੀਂ ਉੱਪਰ ਜਾਣਾ ਤਾਂ ਜਿਹੜੇ ਵੱਡੇ ਵੱਡੇ ਜਿਹੜੇ ਫੂਡ ਦੇ ਸਨਅਤਕਾਰ ਨੇ, ਉੱਥੇ ਜਿਹੜੀਆਂ ਫਰੈਂਚ ਫਰਾਈਜ਼ ਨੇ ਜਾਂ ਜਿਹੜੇ ਹੋਰ ਫੂਡ ਆ, ਉਹਦਾ ਰੇਟ ਨਹੀਂ ਘਟਦਾ, ਪਰ ਤੁਸੀਂ ਆਲੂ ਜ਼ਮੀਨ 'ਤੇ ਸੁੱਟਦੇ ਹੋ। ਤੁਸੀਂ ਟਮਾਟਰ ਸੜਕਾਂ 'ਤੇ ਸੁੱਟ ਕੇ ਆਉਂਦੇ ਹੋ, ਪਰ ਕਦੀ ਟਮਾਟੋ ਕੈਚਅਪ ਜਾਂ ਟਮਾਟੋ ਪਿਊਰੀ ਜਾਂ ਟਮਾਟੋ ਸੌਸ ਦਾ ਰੇਟ ਨਹੀਂ ਘਟਦਾ। ਉਹਦਾ ਕਾਰਨ ਕੀ ਹੈ? ਉਹ ਵਪਾਰਕ ਘਰਾਣੇ ਜਾਣਦੇ ਨੇ ਕਿ ਤੁਹਾਡੇ 2 ਰੁਪਏ ਕਿਲੋ ਨੂੰ ਕਦੋਂ ਖਰੀਦਣਾ ਹੈ ਤੇ ਉਸੇ ਨੂੰ ਤੁਹਾਨੂੰ 100 ਰੁਪਏ ਕਰਕੇ ਕਦੋਂ ਵੇਚਣਾ। ਇੱਕ ਮਾਡਲ ਗੁਰੂ ਨਾਨਕ ਸਾਹਿਬ ਨੇ ਵੀ ਦਿੱਤਾ ਜਿਸ ਨੂੰ ਅਸੀਂ ਸਮਝ ਹੀ ਨਹੀਂ ਸਕੇ ਅਜੇ ਤੱਕ। ਉਹ ਮਾਡਲ ਸੀ ਸਹਿਕਾਰੀ ਖੇਤੀ, ਉਹ ਮਾਡਲ ਸੀ ਕਰਤਾਰਪੁਰ ਦੀ ਸਾਂਝੀ ਖੇਤੀ। ਜੇ ਅਸੀਂ ਕਿਤੇ ਉਸ ਮਾਡਲ ਨੂੰ ਅਡਾਪਟ ਕੀਤਾ ਹੁੰਦਾ ਨਾ, ਹੁਣ ਸਾਡੀ ਪਹੁੰਚ ਅਪਰੋਚ ਪਤਾ ਕੀ ਹੁੰਦੀ ਹੈ? ਮੇਰੇ ਚਾਹੇ 2 ਕਿੱਲੇ ਆ, ਪਰ ਮੇਰੇ ਘਰ ਦੇ ਵਿੱਚ ਟਰੈਕਟਰ ਜੌਨ ਡੀਅਰ ਚਾਹੀਦਾ। ਪਰ ਜੇ ਕਿਤੇ ਅਸੀਂ 2-2 ਕਿੱਲਿਆਂ ਵਾਲੇ 20 ਕਿਸਾਨ ਮਿਲ ਕੇ 40 ਕਿੱਲਿਆਂ ਦੇ ਉੱਪਰ ਇੱਕ ਜੌਨ ਡੀਅਰ ਖਰੀਦਦੇ ਤਾਂ ਖੇਤੀ ਉਨੀ ਹੋਣੀ ਸੀ, ਖਰਚੇ ਘੱਟ ਜਾਣੇ ਸੀ। ਗੁਰੂ ਨਾਨਕ ਸਾਹਿਬ ਨੇ ਜਿਹੜਾ ਮਾਡਲ ਦਿੱਤਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਗੁਰੂ ਰਾਮਦਾਸ ਮਹਾਰਾਜ ਦੇ ਉੱਪਰ ਆਉਣ ਤੋਂ ਪਹਿਲਾਂ, ਕਿਉਂਕਿ ਇਹਨਾਂ ਗੱਲਾਂ ਨੂੰ ਸਾਂਝਿਆ ਕਰਨਾ ਵੀ ਬਹੁਤ ਜ਼ਰੂਰੀ ਹੈ। ਸ਼ਾਮ ਨੂੰ ਗੁਰੂ ਨਾਨਕ ਸਾਹਿਬ ਬਾਹਰ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਦਾ ਮਾਡਲ ਵੇਖਿਓ। ਸ਼ਾਮ ਨੂੰ ਬਾਹਰ ਜਾ ਰਹੇ ਨੇ ਤੇ ਕੀ ਵੇਖਦੇ ਨੇ ਕਿ 2 ਢੇਰੀਆਂ ਲੱਗੀਆਂ ਨੇ ਅਨਾਜ ਦੀਆਂ, ਤੇ ਇੱਕ ਬੰਦਾ ਇੱਕ ਅਨਾਜ ਦੀ ਢੇਰੀ ਤੋਂ ਦੂਜੀ ਢੇਰੀ ਦੇ ਉੱਪਰ ਦਾਣੇ ਸੁੱਟ ਰਿਹਾ। ਪਾਤਸ਼ਾਹ ਰੁਕ ਗਏ, ਸ਼ਾਇਦ ਚੋਰੀ ਕਰ ਰਿਹਾ। ਉਹਨੂੰ ਕਹਿੰਦੇ ਗੁਰਸਿੱਖਾ ਕੀ ਕਰ ਰਿਹਾ? ਕਹਿੰਦਾ ਜੀ ਮੇਰੀ ਕੋਈ ਔਲਾਦ ਨਹੀਂ ਹੈ, ਇਹ ਢੇਰੀ ਮੇਰੇ ਭਰਾ ਦੀ ਹੈ, ਉਸਦੇ 2 ਬੱਚੇ ਨੇ, ਬੜਾ ਖੁਦਾਰ ਹੈ, ਵੈਸੇ ਤੇ ਮੇਰੇ ਕੋਲ ਲਏਗਾ ਨਹੀਂ, ਤੇ ਮੈਂ ਸੋਚਣ ਦਿਆਂ ਕਿ ਉਹਦਾ ਖਰਚਾ ਜ਼ਿਆਦਾ ਹੈ, ਮੈਂ ਆਪਣੀ ਢੇਰੀ ਤੋਂ ਉਹਦੀ ਢੇਰੀ ਤੇ ਸੁੱਟ ਦੇਵਾਂ। ਇਹ ਹੈ ਨਾ ਸਿੱਖੀ। ਜਦੋਂ ਥੋੜੇ ਸਮੇਂ ਬਾਅਦ ਵਾਪਸ ਆ ਰਹੇ ਨੇ ਤੇ ਦੂਜੀ ਢੇਰੀ ਵਾਲਾ ਪਹਿਲੀ ਢੇਰੀ ਤੇ ਸੁੱਟ ਰਿਹਾ, ਤੇ ਪਾਤਸ਼ਾਹ ਕਹਿੰਦੇ ਕਿ ਇਹ ਕਿਵੇਂ ਦੀ ਖੇਡ ਹੈ ਕਿ ਪਹਿਲਾਂ ਉਧਰਲਾ ਇੱਧਰ ਸੁੱਟ ਰਿਹਾ ਸੀ, ਇੱਧਰ ਵਾਲਾ ਇੱਧਰ ਸੁੱਟ ਰਿਹਾ, ਚੱਕਰ ਕੀ ਹੈ? ਉਹਨੂੰ ਕਹਿੰਦੇ ਗੁਰਸਿੱਖਾ ਕੀ ਕਰ ਰਿਹਾ? ਕਹਿੰਦਾ ਪਾਤਸ਼ਾਹ ਕੁਝ ਨਹੀਂ, ਇਹ ਮੇਰਾ ਭਰਾ ਹੈ, ਇਹਦੇ ਕੋਈ ਬੱਚਾ ਨਹੀਂ ਹੈ, ਸਾਡੇ 2 ਬੱਚੇ ਨੇ ਤੇ ਸਾਡੇ ਘਰ ਰਿਸ਼ਤੇਦਾਰ ਘੱਟ ਆਉਂਦੇ ਨੇ ਕਿ ਇਹਨਾਂ ਦਾ ਖਰਚ ਪਹਿਲਾਂ ਹੀ ਜ਼ਿਆਦਾ ਹੈ। ਜਿੰਨੇ ਵੀ ਸਾਡੇ ਸਾਂਝੇ ਰਿਸ਼ਤੇਦਾਰ ਨੇ ਉਹ ਉਸ ਭਰਾ ਦੇ ਘਰ ਆ ਕੇ ਰਹਿੰਦੇ ਨੇ, ਉਹ ਬੜਾ ਖੁਦਾਰ ਹੈ, ਉਹਨੇ ਮੇਰੇ ਕੋਲ ਵੈਸੇ ਤੇ ਲੈਣੀ ਨਹੀਂ, ਮੈਂ ਸੋਚਿਆ ਮੈਂ ਉਹਦੀ ਢੇਰੀ ਤੇ ਸੁੱਟ ਦੇਵਾਂ। ਇਹ ਗੁਰੂ ਸਾਹਿਬ ਦਾ ਉਸ ਕੋਆਪਰੇਟਿਵ, ਉਸ ਸਾਂਝੀ ਖੇਤੀ ਦਾ ਮਾਡਲ ਹੈ, ਜਿੱਥੇ ਮੈਂ ਦੀ ਗੱਲ ਨਹੀਂ ਹੈ, ਜਿੱਥੇ ਤੂੰ ਦੀ ਗੱਲ ਹੈ। ਤੇ ਹੁਣ ਜਾਣਿਓ ਜਿਹੜੇ ਕਾਰਪੋਰੇਟ ਸੈਕਟਰ ਇਸ ਫੀਲਡ ਦੇ ਵਿੱਚ ਆਉਣਗੇ ਨਾ, ਉਹ ਇਸ ਢੇਰੀ ਤੋਂ ਇਸ ਢੇਰੀ ਤੇ ਨਹੀਂ ਜਾਣਗੇ, ਬਲਕਿ ਦੋਵਾਂ ਢੇਰੀਆਂ ਨੂੰ ਆਪਣੇ ਘਰ ਲੈ ਕੇ ਆਉਣਗੇ। ਇਸ ਕਰਕੇ ਕਿਸਾਨ ਸੜਕਾਂ ਦੇ ਉੱਪਰ ਹੈ। ਗੁਰਦੇਵ ਪਾਤਸ਼ਾਹ ਨੇ ਖੈਰ ਇੱਥੇ ਜਦੋਂ ਘੁੰਗਣੀਆਂ ਵੇਚੀਆਂ ਗੋਇੰਦਵਾਲ ਸਾਹਿਬ, ਤੇ ਗੋਇੰਦਵਾਲ ਸਾਹਿਬ ਵੀ ਗੁਰਦੇਵ ਪਾਤਸ਼ਾਹ ਦਾ ਜਿਹੜਾ ਉੱਥੇ ਕਾਰ ਵਿਹਾਰ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੈ ਕਿ ਜੇਕਰ ਲੋੜਵੰਦ ਹੈ ਤੇ ਉਸ ਨੂੰ ਮੁਫਤ 'ਚ ਖਵਾ ਆਉਣੀਆਂ, ਸੇਵਾ ਵੀ ਕਰਨੀ ਤੇ ਬੰਦਗੀ ਵੀ ਕਰਨੀ। ਇੱਕ ਵਾਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਵੀ ਸੀ, ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ, ਕਹਿੰਦੇ ਬੇਟਾ ਬੜੀ ਛੋਟੀ ਆ ਜੂਗਾ, ਇਹਦੇ ਬਾਵਜੂਦ ਤੂੰ ਘੁੰਗਣੀਆਂ ਵੀ ਵੇਚਦਾ ਹੈ, ਤੂੰ ਸੇਵਾ ਵੀ ਕਰਦਾ ਹੈ, ਤੇ ਤੂੰ ਆਪਣੀ ਮਿਹਨਤ ਵੀ ਕਰਦਾ ਹੈ, ਬੰਦਗੀ ਵੀ ਕਰਦਾ ਹੈ। ਤਾਂ ਉਹਨਾਂ ਨੇ ਕਿਹਾ ਸੀ ਤੁਹਾਡੀ ਰਹਿਮਤ ਦੇ ਸਦਕਾ ਸਭ ਕੁਝ ਸੰਭਵ ਹੈ, ਤੁਹਾਡੀ ਰਹਿਮਤ ਦੇ ਸਦਕਾ। ਸਭ ਤੋਂ ਵੱਡੀ ਅਹਿਮ ਗੱਲ ਕਿ ਗੁਰਦੇਵ ਪਾਤਸ਼ਾਹ ਨੇ ਜਿੰਨਾ ਚਿਰ ਤੱਕ, ਮੈਂ ਤਾਂ ਕਹਿੰਦਾ ਕਿ ਬੱਚਿਆਂ ਨੂੰ ਆਤਮ ਨਿਰਭਰ ਹੋਣ ਦੇ ਵਾਸਤੇ
ਉਹਨਾਂ ਨੂੰ ਸਾਨੂੰ ਆਪ ਆਪਣੇ ਕਿੱਤੇ ਦੇ ਮਾਲਕ ਬਣਾਉਣਾ ਪਵੇਗਾ। ਸਿਰਫ ਇਸ ਗੱਲ ਤੇ ਨਾ ਰਹਿ ਜਾਈਏ ਕਿ ਅਸੀਂ ਬੱਚੇ ਨੂੰ ਆਈਲੈਟਸ ਕਰਾਉਣੀ ਹੈ ਤੇ ਵਿਦੇਸ਼ ਭੇਜ ਕੇ ਅਸੀਂ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਾ। ਹੁਣ ਸਾਡੇ ਸਾਹਮਣੇ ਦੋ ਗੱਲਾਂ ਆਉਂਦੀਆਂ ਨੇ, ਔਰ ਇਹ ਦੋਵੇਂ ਗੱਲਾਂ ਜਿਹੜੀਆਂ ਇਹਨਾਂ 'ਚੋਂ ਇੱਕ ਗੱਲ ਤੇ ਬਿਲਕੁਲ ਹੀ ਨਹੀਂ ਮੈਂ ਮੰਨਦਾ। ਇਸ ਕਰਕੇ ਨਹੀਂ ਮੰਨਦਾ, ਮੈਂ ਦੁਨੀਆ ਦੇ ਬਹੁਤੇ ਦੇਸ਼ਾਂ 'ਚ ਗਿਆ, ਇੱਥੇ ਮਾਂ-ਬਾਪ ਨੂੰ ਪੁੱਛੋ, ਕਹਿੰਦੇ ਇੱਥੇ ਨਸ਼ਾ ਬਹੁਤ ਆ, ਬੱਚੇ ਨੂੰ ਤਾਂ ਬਾਹਰ ਭੇਜ ਰਹੇ ਆ। ਇੱਥੋਂ ਤੋਂ ਵੱਧ ਨਸ਼ਾ ਵਿਦੇਸ਼ ਦੇ ਵਿੱਚ ਹੈ, ਇੱਥੋਂ ਤੋਂ ਸੌਖਾ ਮਿਲਦਾ ਹੈ। ਜਿਹੜੇ ਬੱਚੇ ਨੇ ਗਲਤ ਅਲਾਮਤਾਂ ਦੇ ਧਾਰ ਨਹੀਂ ਹੋਣਾ, ਉਹਨੇ ਇੱਥੇ ਵੀ ਹੋ ਜਾਣਾ, ਉਹਨੇ ਉੱਥੇ ਵੀ ਹੋ ਜਾਣਾ। ਮੈਂ ਬੜੇ ਬੱਚੇ ਉੱਥੇ ਵੀ ਅਮੀਰ ਪਰਿਵਾਰਾਂ ਦੇ ਬੱਚੇ ਪੁਲਾਂ ਹੇਠ ਸੁੱਤੇ ਵੇਖੇ ਨੇ, ਭੀਖ ਮੰਗਦੇ ਵੇਖੇ ਨੇ। ਮੈਂ ਵੀਰ ਜੀ ਹੁਣੀ ਵੈਨਕੂਵਰ ਡਾਊਨਟਾਊਨ ਦੇ ਵਿੱਚ ਸਾਡੇ ਬੱਚੇ ਜਿਹੜੇ $1-1 $2-2 ਡਾਲਰ ਮੰਗ ਰਹੇ ਹੁੰਦੇ ਨੇ, ਜਿਹੜੇ ਨਸ਼ੇ ਦੇ ਉੱਪਰ ਲੱਗ ਚੁੱਕੇ ਨੇ। ਸੋ ਇਹ ਨਾ ਕਹੀਏ ਅਸੀਂ ਕਿ ਵਿਦੇਸ਼ ਜਾ ਕੇ ਬੱਚਿਆਂ ਨੂੰ ਅਸੀਂ ਭੇਜ ਕੇ ਇਹਨਾਂ ਅਲਾਮਤਾਂ ਤੋਂ ਬਚਾ ਲਵਾਂਗੇ, ਬਲਕਿ ਬੱਚੇ ਨੂੰ ਅਸੀਂ ਕਿੱਤਾ ਮੁਖੀ ਸਿੱਖਿਆ ਵੱਲ ਲਿਆਉਣ ਦਾ ਯਤਨ ਕਰੀਏ। ਕਿੰਨਾ ਕੁ ਚਿਰ ਇਸ ਤਰ੍ਹਾਂ ਦੇ ਨਾਲ ਅਸੀਂ ਬੱਚਿਆਂ ਨੂੰ ਭੇਜ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੁੰਦੇ ਜਾਵਾਂਗੇ। ਇੱਥੇ ਵੀ ਤਾਂ ਗੁਰੂ ਪਾਤਸ਼ਾਹ ਨੇ ਇਸੇ ਚੀਜ਼ ਨੂੰ ਤਾਂ ਸਾਡੇ ਸਾਹਮਣੇ ਸਿਰਜਿਆ ਹੈ ਕਿ ਕਿੰਨੀ ਛੋਟੀ ਆਜੂ ਦੇ ਵਿੱਚ ਕਿਸ ਪੱਧਰ ਦੀ, ਕਿਉਂਕਿ ਜਦੋਂ ਤੁਸੀਂ ਬੱਚੇ ਨੂੰ ਉਸ ਕਿੱਤਾ ਮੁਖੀ ਸਿੱਖਿਆ ਦਾ ਮਾਲਕ ਬਣਾ ਦੇਵੋਗੇ, ਉਹਦੇ ਕਿੱਤੇ ਦਾ ਮਾਲਕ ਬਣਾ ਜਾਵੋਗੇ, ਉਹਨੂੰ ਆਪਣੇ ਵਪਾਰ ਦੇ ਵਿੱਚ ਸੰਵਾਦ ਕਰਨਾ ਆ ਜਾਵੇਗਾ, ਉਹਨੂੰ ਗੱਲਬਾਤ ਕਰਨੀ ਆ ਜਾਵੇਗੀ, ਉਸਨੂੰ ਦੁਨੀਆਦਾਰੀ ਦਾ ਪਤਾ ਲੱਗ ਜਾਵੇਗਾ। ਪਾਤਸ਼ਾਹ ਨੇ ਕਿੰਨੀ ਛੋਟੀ ਆਯੂ ਦੇ ਵਿੱਚ, ਗੁਰੂ ਰਾਮਦਾਸ ਮਹਾਰਾਜ ਨੇ ਕਿੰਨੀ ਛੋਟੀ ਆਯੂ ਦੇ ਵਿੱਚ ਇਹ ਆਪਣੀ ਕਿਰਤ ਨੂੰ ਕੀਤਾ ਹੈ, ਤੇ ਉਸ ਕਿਰਤ ਤੋਂ ਬਾਅਦ ਉਹਨਾਂ ਨੇ ਸਿੱਖੀ ਨੂੰ ਜਿਹੜਾ ਵਪਾਰ ਦਾ ਮਾਡਲ ਦਿੱਤਾ ਹੈ, ਉਹ ਕਿੰਨਾ ਵੱਡਾ ਹੈ। ਔਰ ਜਿਹੜਾ ਸੰਵਾਦ ਹੈ, ਸੰਵਾਦ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਤੁਹਾਡੀ ਹਾਜ਼ਰ ਜਵਾਬ, ਸੰਵਾਦ ਵਿਵਾਦ ਨਹੀਂ ਹੁੰਦਾ ਕਿ ਅਸੀਂ ਕਿਸੇ ਗੱਲ ਦੇ ਉੱਪਰ ਅੜ ਕੇ ਬਹਿ ਜਾਈਏ। ਸੰਵਾਦ ਹੁੰਦਾ ਹੈ ਕਿ ਤੁਸੀਂ ਕਿੰਨੀ ਹਾਜ਼ਰ ਜਵਾਬੀ ਦੇ ਨਾਲ ਕਿਸੇ ਗੱਲ ਦਾ ਜਵਾਬ ਦੇਣਾ ਹੈ, ਕਿੰਨੇ ਉੱਚ ਪੱਧਰ ਦਾ ਦੇਣਾ ਹੈ ਕਿ ਸਾਹਮਣੇ ਵਾਲੇ ਨੂੰ ਤੁਸੀਂ ਕਾਇਲ ਕਰਨਾ ਹੈ। ਪਾਤਸ਼ਾਹ ਨੇ ਕੀਤਾ ਹੈ, ਔਰ ਉਹਨਾਂ ਸਮਿਆਂ ਦੇ ਵਿੱਚ ਮੈਂ ਕਹਿੰਦਾ ਕਿ ਸਟੇਟ ਦਾ ਇੱਕ ਸਭ ਤੋਂ ਵੱਡਾ ਸੰਵਾਦ ਸੀ। ਉਸ ਸੰਵਾਦ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੁੱਧ ਧਰਮ ਦੇ ਵਿੱਚ ਉਦਾਹਰਨ ਦਿੰਦਾ। ਵਾਰਤਾਲਾਪ ਕਿਵੇਂ ਹੁੰਦੀ ਹੈ, ਵਾਰਤਾਲਾਪ ਕਿਵੇਂ ਦੀ ਹੁੰਦੀ ਹੈ, ਇਹਨਾਂ ਦੋ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬੋਧੀਆਂ ਦੇ ਵਿੱਚ ਇੱਕ ਬੋਧੀਆਂ ਦੀ ਸ਼ਾਖਾ ਹੈ ਜੈਨ ਬੁੱਧਿਸਟ। ਇੱਕ ਜੈਨ ਬੁੱਧਿਸਟ ਆਪਣੀ ਮੋਂਟੈਸਰੀ ਦੇ ਵਿੱਚ, ਆਪਣੀ ਭਜਨ ਬੰਦਗੀ ਜਗ੍ਹਾ ਦੇ ਵਿੱਚ ਇੱਕ ਮੌਂਕ ਬੰਦਗੀ ਦੇ ਵਿੱਚ ਬੈਠਾ ਹੈ, ਤੇ ਇੱਕ ਨੌਜਵਾਨ ਉਹਦੇ ਕੋਲ ਆਇਆ। ਇਸ ਨੂੰ ਬੜੇ ਧਿਆਨ ਦੇ ਨਾਲ ਸਮਝਿਓ। ਇੱਕ ਨੌਜਵਾਨ ਉਸ ਦੇ ਕੋਲ ਆਇਆ ਹੈ, ਕਿਉਂਕਿ ਟੀਚਰ ਸਾਹਿਬਾਨ ਦੇ ਬੜੇ ਕੰਮ ਦੀ ਗੱਲ ਹੈ। ਨੌਜਵਾਨ ਉਸ ਕੋਲ ਆਇਆ ਹੈ ਤੇ ਉਹ ਜਿਹੜਾ ਮੌਂਕ ਹੈ ਉਹਨੂੰ ਪੁੱਛਦਾ, ਤੇਰਾ ਨਾਂ ਕੀ ਹੈ? ਹੁਣ ਚਾਈਨੀਜ਼ ਲੈਂਗੁਏਜ ਦੇ ਵਿੱਚ ਉਹਦਾ ਨਾਮ ਸੀ ਲਿੰਗਤੋਂਗ। ਕਹਿੰਦਾ ਜੀ ਮੇਰਾ ਨਾਮ ਹੈ ਲਿੰਗਤੋਂਗ। ਤੇ ਲਿੰਗਤੋਂਗ ਦੇ ਚਾਈਨੀਜ਼ ਭਾਸ਼ਾ 'ਚ ਅਰਥ ਹੁੰਦੇ ਨੇ ਸਰਬ ਵਿਆਪਕ, ਜਿਹੜਾ ਹਰ ਥਾਂ ਤੇ, ਜਿਸ ਨੂੰ ਅਸੀਂ ਕਹਿੰਦੇ ਇੱਕ ਓਂਕਾਰ, ਸਰਬ ਵਿਆਪਕ, ਜਿਹੜਾ ਹਰ ਥਾਂ ਤੇ ਬਿਰਾਜਮਾਨ ਹੈ। ਤੇ ਜੈਨ ਬੁੱਧਿਸਟ ਨੇ ਜਿਹੜਾ ਮੌਂਕ ਸੀ, ਜਿਹੜਾ ਬੋਧੀ ਸੰਨਿਆਸੀ ਸੀ, ਉਹਨੇ ਉਸ ਬੱਚੇ ਦੀ ਤੀਖਣ ਬੁੱਧੀ ਜਾਂ ਰੌਸ਼ਨ ਦਿਮਾਗੀ ਨੂੰ ਪਰਖਣ ਦੇ ਵਾਸਤੇ ਪਤਾ ਕੀ ਕਿਹਾ ਕਿ ਜੇਕਰ ਤੂੰ ਸਰਬ ਵਿਆਪਕ ਹੈ, ਜੇ ਤੂੰ ਹਰ ਥਾਂ ਹੈ, ਤੇ ਸਾਹਮਣੇ ਲਾਲਟਨ ਬਲ ਰਹੀ ਹੈ, ਤੂੰ ਲਾਲਟਨ ਦੇ ਵਿੱਚ ਵੜ ਕੇ ਵਿਖਾ। ਕੀ ਜਵਾਬ ਹੋਵੇ ਜੀ ਉਸਦਾ? ਜੈਨ ਬੁੱਧਿਸਟ ਕਹਿ ਰਿਹਾ ਹੈ ਕਿ ਜੇ ਤੇਰਾ ਨਾਮ ਲਿੰਗਤੁੰਗ ਹੈ, ਸਰਬ ਵਿਆਪਕ ਹੈ, ਤੂੰ ਹਰ ਥਾਂ ਤੇ ਮੌਜੂਦ ਹੈ, ਸਾਹਮਣੇ ਲਾਲਟਨ ਬਲ ਰਹੀ ਹੈ, ਤੂੰ ਉਸ ਲਾਲਟਨ ਦੇ ਵਿੱਚ ਜਾ ਕੇ ਵਿਖਾ। ਤੇ ਉਹ ਬੱਚਾ ਜਵਾਬ ਪਤਾ ਕੀ ਕਹਿੰਦਾ ਹੈ? ਕਹਿੰਦਾ ਸ਼ਾਇਦ ਤੁਸੀਂ ਸਰਬ ਵਿਆਪਕਤਾ ਦੇ ਅਰਥ ਨਹੀਂ ਸਮਝ ਸਕੇ, ਤੁਸੀਂ ਲਿੰਗਤੁੰਗ ਨੂੰ ਸਮਝ ਨਹੀਂ ਸਕੇ, ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਮੈਂ ਤੇ ਪਹਿਲਾਂ ਹੀ ਉੱਥੇ ਹਾਂ। ਇਹ ਜਵਾਬ ਹੈ ਕਿ ਜੇ ਮੈਂ ਸਰਬ ਵਿਆਪਕ ਹੈ, ਫਿਰ ਮੇਰਾ ਸਾਕਾਰ ਰੂਪ ਥੋੜਾ ਹੈ, ਫਿਰ ਤੇ ਮੈਂ ਪਹਿਲਾਂ ਹੀ ਉੱਥੇ ਹਾਂ, ਜਿਸ ਨੂੰ ਅਸੀਂ ਕਹਿੰਦੇ ਘੱਟ ਘੱਟ ਮੇ ਹਰ ਜੂ ਬਸੇ, ਹਰ ਥਾਂ ਤੇ ਹੈ। ਕਹਿੰਦੇ ਫਿਰ ਤੁਹਾਨੂੰ ਮੇਰੇ ਨਾਮ ਦੇ ਅਰਥ ਨਹੀਂ ਆਏ, ਮੈਨੂੰ ਮੇਰੇ ਨਾਮ ਦੇ ਅਰਥ ਪਤਾ ਨੇ। ਤੇ ਉਸਨੇ ਕਿਹਾ ਠੀਕ ਹੈ, ਅੱਜ ਤੋਂ ਬਾਅਦ ਮੈਂ ਤੈਨੂੰ ਗਿਆਨ ਦੇਵਾਂਗਾ। ਗਿਆਨ ਕਿਉਂ ਦੇਵਾਂਗਾ? ਕਿਉਂਕਿ ਤੂੰ ਸੱਚਮੁੱਚ ਹੀ ਉਸ ਸੰਵਾਦ ਦੇ ਵਿੱਚ ਆਪਣਾ ਜਵਾਬ ਦੇ ਕੇ ਮੈਨੂੰ ਕਾਇਲ ਕੀਤਾ ਹੈ। ਗੁਰਦੇਵ ਪਾਤਸ਼ਾਹ ਦਾ ਵੀ ਇਸੇ ਤਰ੍ਹਾਂ ਸੀ। ਜ਼ਿੰਦਗੀ ਦੇ ਵਿੱਚ ਬੜੀ ਛੋਟੀ ਆਜੂ ਤੋਂ ਜੋ ਗੁਰਦੇਵ ਪਾਤਸ਼ਾਹ ਨੇ ਸਿੱਖਿਆ ਹੈ, ਤੇ ਜਦੋਂ ਗੁਰਤਾ ਗੱਦੀ ਦੀ ਪ੍ਰੀਖਿਆ ਲਈ ਗਈ, ਗੁਰਦੇਵ ਪਾਤਸ਼ਾਹ ਨੂੰ ਵੀ ਪਤਾ ਸੀ। ਮੋਹਨ ਜੀ ਦੇ ਬਾਰੇ, ਆਪਣੇ ਬੇਟਿਆਂ ਦੇ ਬਾਰੇ ਉਹ ਜਾਣਦੇ ਸੀ।
ਮੋਰੀ ਜੀ ਦੇ ਬਾਰੇ ਉਹ ਜਾਣਦੇ ਸੀ। ਉਹਨਾਂ ਦੇ ਇੱਕ ਦੂਸਰੇ ਜਵਾਈ ਵੀ ਸੀ, ਰਾਮਾ ਸੀ। ਰਾਮਾ ਜੀ ਦੇ ਬਾਰੇ ਵੀ ਉਹ ਜਾਣਦੇ ਸੀ, ਬੜੇ ਚੰਗੇ ਸੀ। ਪਰ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਬੜੇ ਹੀ ਉਹਨਾਂ ਦੇ ਨੇੜਲੇ ਸਿੱਖ ਨੇ ਆ ਕੇ ਜਵਾਬ ਦਿੱਤਾ ਕਿ ਗੁਰਤਾ ਗੱਦੀ ਦਾ ਕੀ ਕਰੋਗੇ। ਰਾਮਦਾਸ ਜੀ ਜੇਠਾ ਜੀ ਵੀ ਕਾਬਲ ਨੇ ਤੇ ਰਾਮਾ ਜੀ ਵੀ ਕਾਬਲ ਨੇ। ਇਹਨਾਂ ਦੇ ਵਿੱਚ ਇਹਨਾਂ ਦੀ ਸੋਚ ਦੀ, ਸਮਝ ਦੀ ਕਿਹੜਾ ਜਿਹੜਾ ਉਹ ਵਧੇਰੇ ਤੀਖਣ ਬੁੱਧੀ ਰੱਖਦਾ ਹੈ, ਉਹਦੀ ਸ਼ਨਾਖਤ ਕਿਵੇਂ ਕਰੋਗੇ, ਉਹਨੂੰ ਡਿਫਰੈਂਸ਼ੀਏਟ ਕਿਵੇਂ ਕਰੋਗੇ। ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਸੀ, ਕਹਿੰਦੇ ਨੇਮ ਔਰ ਪ੍ਰੇਮ ਦੇ ਨਾਲ। ਨੇਮ ਔਰ ਪ੍ਰੇਮ ਦੇ ਨਾਲ। ਨੇਮ ਔਰ ਪ੍ਰੇਮ ਇਕੱਠੀਆਂ ਹੋ ਜਾਣ ਤਾਂ ਬਹੁਤ ਚੰਗੀ ਚੀਜ਼ ਹੈ, ਜੇ ਵੱਖ-ਵੱਖ ਹੋ ਜਾਣ ਤਾਂ ਫਿਰ ਇੱਕ ਵੱਖਰੀ ਚੀਜ਼ ਹੈ। ਉਹ ਕਹਿੰਦੇ ਨੇ ਕਿ ਜਿਹੜੇ ਰਾਮਾ ਜੀ ਨੇ ਉਹਨਾਂ ਦੇ 'ਚ ਨੇਮ ਤਾਂ ਹੈ, ਸੇਵਾ ਕਰਨ ਵੀ ਆਉਣਾ, ਪਾਠ ਵੀ ਕਰਨਾ, ਮੇਰੇ ਕੋਲ ਆ ਕੇ ਰੋਜ਼ ਦੇ ਨਿਤਨੇਮ ਦੇ ਵਿੱਚ ਵੀ ਬੈਠਣਾ, ਮੇਰੇ ਕੋਲ ਵੀ ਬੈਠਣਾ, ਪਰ ਪ੍ਰੇਮ ਜਿਹੜਾ ਹੈ ਉਹ ਰਾਮਦਾਸ ਦੇ ਵਿੱਚ ਹੈ। ਨੇਮ ਕਈ ਵਾਰੀ ਮਨੁੱਖ ਨੂੰ ਅਹੰਕਾਰੀ ਬਣਾ ਦਿੰਦਾ ਹੈ। ਕੱਲਾ ਨੇਮ ਅਸੀਂ ਵੇਖਦੇ ਹਾਂ ਨਾ, ਮੈਂ ਇੰਨੇ ਪਾਠ ਕੀਤੇ, ਅਹੰਕਾਰ ਹੈ। ਜਿੱਥੇ ਗੱਲ ਹੀ ਇਹ ਆ ਰਹੀ ਹੈ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੇ, ਜਿੱਥੇ ਗਿਣਤੀ ਦੀ ਗੱਲ ਹੀ ਨਹੀਂ ਹੈ ਉੱਥੇ ਅਸੀਂ ਗਿਣਤੀਆਂ ਦੀਆਂ ਗੱਲਾਂ ਕਿਹੜੀ ਕਰਦੇ। ਮੈਂ ਤਾਂ ਜੀ ਇੰਨੇ ਪਾਠ ਕਰਦਾ, ਉਹ ਨੇਮ ਹੈ ਸਾਡਾ। ਜੇ ਪ੍ਰੇਮ ਹੋਵੇ ਫਿਰ ਗਿਣਤੀ ਦੀ ਗੱਲ ਨਹੀਂ ਆਉਣੀ ਚਾਹੀਦੀ। ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਤਿੱਬਤ ਵਾਲੇ ਇਲਾਕੇ ਤੋਂ ਹੁੰਦੇ ਹੋਏ ਜੰਮੂ ਕਸ਼ਮੀਰ ਦੇ ਕੋਲ ਪਹੁੰਚੇ ਨੇ ਤੇ ਉੱਥੇ ਇੱਕ ਅਸਥਾਨ ਦੇ ਉੱਪਰ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ ਹੈ ਇੱਕ ਬ੍ਰਾਹਮਣ ਦੇ ਨਾਲ, ਠਾਕਰ ਦਾਸ ਦਾ ਬੇਟਾ ਬ੍ਰਹਮਦੱਤ। ਉਸਨੇ 4 ਵੇਦ, 6 ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, 58 ਉਪਨਿਸ਼ਦ, ਇੱਕ ਗਾਇਤਰੀ ਮੰਤਰ, ਇਹਨਾਂ ਦੀ ਟੋਟਲ ਗਿਣਤੀ 108 ਬਣਦੀ ਹੈ। ਸਾਰਿਆਂ ਦਾ ਅਧਿਐਨ ਕੀਤਾ ਹੋਇਆ ਸੀ। ਵੈਸੇ ਗੁਰੂਕੁਲ ਪਰੰਪਰਾ ਦੇ ਵਿੱਚ ਹੈ ਵੀ ਇੰਝ ਕਿ ਜਿਹੜਾ ਵਿਅਕਤੀ ਇਹਨਾਂ 108 ਗ੍ਰੰਥਾਂ ਦਾ ਅਧਿਐਨ ਕਰ ਲੈਂਦਾ ਨਾ, ਜਿਵੇਂ ਤੁਸੀਂ ਆਪੋ ਆਪਣੇ ਸ਼ੌਬੇ ਦੇ ਵਿੱਚ ਟੀਚਰ ਸਾਹਿਬਾਨ ਨੇ, ਕਿਸੇ ਨੇ M.Com ਕੀਤੀ ਹੈ, ਪਰ ਉਹ M.Com ਕਰਨ ਤੋਂ ਬਾਅਦ ਆਪਣੇ ਅੱਗੇ M.Com ਲਿਖ ਸਕਦਾ ਹੈ। ਜਿਸ ਨੇ MBBS ਲਿਖਣਾ ਹੈ ਤੇ ਉਹ MBBS ਦੀ ਪੜ੍ਹਾਈ ਤੋਂ ਬਾਅਦ MBBS ਲਿਖ ਸਕੇਗਾ। ਇਸੇ ਤਰ੍ਹਾਂ ਹੀ ਗੁਰੂਕੁਲ ਪਰੰਪਰਾ ਦੇ ਵਿੱਚ ਜਿਹੜਾ ਬੱਚਾ ਬ੍ਰਹਮਚਾਰੀ ਅਵਸਥਾ ਤੋਂ, ਇਹ ਵੀ ਇੱਕ ਅਵਸਥਾ ਹੈ, 4 ਅਵਸਥਾ ਨੇ। ਭਾਈ ਸਾਹਿਬ ਨੇ ਲਾਵਾਂ ਦੀ ਗੱਲ ਕੀਤੀ ਸੀ, ਬੜਾ ਅਹਿਮ ਕਨਸੈਪਟ ਹੈ ਜ਼ਿੰਦਗੀ ਦਾ, ਕਿਉਂਕਿ ਜਿਹੜੀ ਬ੍ਰਹਮਚਾਰੀਆ ਦੇ ਵਿੱਚ 4 ਆਸ਼ਰਮ ਪ੍ਰਥਾਵਾਂ ਨੇ, ਉਹ ਹੈ ਬਾਲ ਅਵਸਥਾ, ਬ੍ਰਹਮਚਾਰੀ ਅਵਸਥਾ, ਸਵਾਦੀ ਅਵਸਥਾ ਔਰ ਵਨ ਦੇ ਵਿੱਚ ਵਨ ਆਸ਼ਰਮ ਅਵਸਥਾ, ਵਾਨਪ੍ਰਸਥੀ। ਪਹਿਲੀ ਜ਼ਿੰਦਗੀ ਦੇ 25 ਸਾਲ ਪੜ੍ਹਨਾ, ਅਗਲੇ 25 ਸਾਲ ਗ੍ਰਹਿਸਥ, ਅਗਲੇ 25 ਸਾਲ ਪਰਮਾਤਮਾ ਦੀ ਭਾਲ ਤੇ ਅਗਲੇ 25 ਸਾਲ ਸਮਾਧੀ। ਪਤਾ ਨਹੀਂ 100 ਸਾਲ ਉਮਰ ਹੋਣੀ ਕਿ ਨਹੀਂ ਹੋਣੀ, ਪਰ ਉਹਨਾਂ ਨੇ 4 ਆਸ਼ਰਮਾਂ 'ਚ ਵੰਡ ਦਿੱਤਾ। ਪਰ ਉਹਦੇ ਵਿੱਚ ਜਿਹੜਾ ਮਾਰਗ ਹੈ ਪਰਮਾਤਮਾ ਨੂੰ ਪਾਉਣ ਦਾ, ਉਹ ਨਿਰਵਿਰਤੀ ਹੈ। ਗ੍ਰਹਿਸਥ ਤੋਂ ਦੂਰ ਜਾ ਕੇ ਭਾਈ ਸਾਹਿਬ ਨੇ ਗੱਲ ਕੀਤੀ ਸੀ, ਸਾਡਾ ਆਰੰਭ ਹੀ ਨਿਰਵਿਰਤੀ ਦੀ ਉਸ ਮਰਿਆਦਾ ਨੂੰ ਤੋੜ ਦਿੰਦਾ ਸੀ। ਕਿੰਨੇ ਹਰ ਪਹਿਲੜੀ ਲਾਭ ਪ੍ਰਵਿਰਤੀ, ਨਿਰਵਿਰਤੀ ਦੇ ਵਿਰੋਧ ਦੇ ਵਿੱਚ। ਉਹ ਕਹਿੰਦੇ ਨੇ ਰੱਬ ਨੂੰ ਪਾਉਣਾ ਹੈ ਤੇ ਘਰ ਛੱਡ ਕੇ ਜਾਓ, ਅਸੀਂ ਕਹਿੰਦੇ ਆ ਤੂੰ ਘਰ ਆ, ਰੱਬ ਨੂੰ ਪਾ ਸਕਦਾ। ਸਾਡਾ ਮਾਰਗ ਪ੍ਰਵਿਰਤੀ ਹੈ, ਉਹਨਾਂ ਦਾ ਮਾਰਗ ਨਿਰਵਿਰਤੀ ਹੈ। ਸੋ ਇਹ ਜਿਹੜੇ ਗੁਰੂਕੁਲ ਦੇ ਵਿੱਚ ਪੜ੍ਹਨ ਤੋਂ ਬਾਅਦ 108 ਧਰਮ ਗ੍ਰੰਥਾਂ ਦਾ ਅਧਿਐਨ ਕਰ ਲੈਂਦੇ ਨੇ, ਉਹ ਆਪਣੇ ਅੱਗੇ ਲਾ ਸਕਦੇ ਨੇ 108 ਡਿਗਰੀ ਹੈ ਇੱਕ ਤਰ੍ਹਾਂ ਦੀ ਗੁਰੂਕੁਲ ਦੀ। ਹੁਣ ਤੇ ਤੁਸੀਂ ਵੇਖ ਲਓ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਦੀ ਗੱਡੀ ਉੱਪਰ ਵੀ ਲਿਖਿਆ ਹੁੰਦਾ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ, ਹਰ ਇੱਕ ਦੇ ਲਿਖਿਆ। ਮੈਂ ਇੱਕ ਵਾਰੀ, ਇੱਕ ਬਾਬਾ ਮੇਰਾ ਹੈ ਤੇ ਯਾਰ ਦੋਸਤ, ਮੈਂ ਕਹਿ ਹੀ ਦਿੱਤਾ, ਮੈਂ ਕਿਹਾ ਬਾਬਾ ਵੀ ਯਾਰ ਮੈਂ 108 ਤੇ ਵੇਖਿਆ, ਤੂੰ ਆਪਣੀ ਗੱਡੀ ਦੇ ਉੱਪਰ 1008 1008 ਲਾਇਆ। ਮੈਂ ਕਿਹਾ ਇੰਨੇ ਤਾਂ ਗ੍ਰੰਥ ਹੀ ਨਹੀਂ ਹੈਗੇ, ਤੂੰ ਕਿੱਥੋਂ ਲਾ ਲਏ? ਕਹਿੰਦਾ ਗ੍ਰੰਥਾਂ ਦਾ ਪਤਾ ਨਹੀਂ, ਜਿਹੜਾ ਗੁਆਂਢ 'ਚ ਡੇਰਾ ਉਹਨੇ 108 ਲਿਖਿਆ, ਆਪਾਂ ਤੇ 1 0 ਵੱਧ ਲਾਉਣੀ ਸੀ। ਇੱਥੇ ਤਾਂ ਸਾਡੀ ਸੋਚ ਹੈ, ਇੱਥੇ ਤਾਂ ਸਾਡੀ ਮਾਨਸਿਕਤਾ ਟਿਕੀ ਹੋਈ ਹੈ। ਪਤਾ ਨਹੀਂ ਉਹਦਾ ਮਕਸਦ ਕੀ ਹੈ। ਪੜ੍ਹਨੀ ਪੰਜਾਬੀ ਨਹੀਂ ਆਉਂਦੀ ਤੇ ਸੰਸਕ੍ਰਿਤ ਦੇ ਗ੍ਰੰਥਾਂ ਕਰਕੇ 108 ਸ਼ਬਦ ਲਾਇਆ ਹੋਵੇਗਾ। ਬੜੀ ਹੈਰਾਨਗੀ ਦੀ ਗੱਲ ਹੈ ਵੀ ਪੜ੍ਹਦੇ ਲਈਏ ਕਿ ਕਿੰਨਾਂ ਦੇ ਧਰਮ ਦੇ ਵਿੱਚੋਂ ਨੇ, ਕਿਹੜੇ ਗ੍ਰੰਥ ਨੇ, ਕਿੰਝ ਪੜ੍ਹਨੇ ਨੇ, ਕਿੰਨੇ ਔਖੇ ਨੇ, ਕਿੰਨਾ ਵਕਤ ਲੱਗਦਾ ਹੈ, ਉਸ ਗੱਲ ਨਾਲ ਕੋਈ ਮਤਲਬ ਨਹੀਂ। ਖੈਰ, ਗੁਰੂ ਨਾਨਕ ਸਾਹਿਬ ਦੇ ਜਦੋਂ ਉਸਦੇ ਕੋਲ ਬੈਠੇ ਤੇ ਉਹਨੂੰ ਬੜਾ ਅਹੰਕਾਰ ਸੀ
ਕਿ ਮੈਂ ਇੰਨੇ ਵੇਦ ਗ੍ਰੰਥ ਸਿਮਰਤੀਆਂ ਸ਼ਾਸਤਰ ਪੜ੍ਹੇ ਹੋਏ ਨੇ। ਜਦੋਂ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਗੱਲਾਂ ਵੇਖੀਆਂ ਨਾ, ਤੇ ਗੁਰੂ ਸਾਹਿਬ ਨੇ ਇੱਕ ਅੰਦਾਜ਼ਾ ਲਾ ਲਿਆ ਵੀ ਪੜ੍ਹਨ ਦਾ ਨੇਮ ਤੇ ਹੋ ਸਕਦਾ ਪਰ ਪ੍ਰੇਮ ਨਹੀਂ ਹੈਗਾ, ਇਸ ਕਰਕੇ ਇਹਦੇ ਮਨ ਦੇ ਵਿੱਚ ਅਹੰਕਾਰ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਇੱਕ ਗੱਲ ਉਚਾਰੀ ਸੀ, ਤੇ ਸੱਚ ਜਾਣੇ ਉਹਨੇ ਆਪਣੀਆਂ ਸਾਰੀਆਂ ਕਿਤਾਬਾਂ ਗੁਰੂ ਦੇ ਚਰਨਾਂ ਤੇ ਰੱਖ ਦਿੱਤੀਆਂ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਨੇਮ ਪੜ੍ਹਨ ਦਾ ਜਿੰਨਾ ਮਰਜ਼ੀ ਵੀ ਵੱਡੀ ਹੈ, ਜੇਕਰ ਉਸ ਨੇਮ ਨੇ ਪ੍ਰੇਮ ਨੂੰ ਜਨਮ ਨਹੀਂ ਦਿੱਤਾ ਤਾਂ ਕੇਵਲ ਤੇ ਕੇਵਲ ਅਹੰਕਾਰ ਹੈ। ਗਿਆਨ ਹੋਣਾ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਹੋਣਾ ਉਹਦੇ ਤੋਂ ਵੀ ਮਾੜੀ ਗੱਲ ਹੈ। ਜਿੰਨੀ ਉਹ ਚੰਗੀ ਗੱਲ ਹੈ, ਉਹਦੇ ਤੋਂ ਮਾੜੀ ਗੱਲ ਹੈ ਗਿਆਨ ਦਾ ਅਹੰਕਾਰ ਹੋ ਜਾਣਾ। ਸੋ ਗੁਰੂ ਰਾਮਦਾਸ ਮਹਾਰਾਜ ਦੀ ਪ੍ਰੀਖਿਆ ਲਈ ਗਈ। ਹੁਣ ਉਹ ਪ੍ਰੀਖਿਆ ਗੁਰੂ ਅਮਰਦਾਸ ਮਹਾਰਾਜ ਤੇ ਜਾਣਦੇ ਨੇ ਯੋਗ ਕੌਣ ਹੈ, ਪਰ ਜੇ ਕਿਤੇ ਉਹ ਪ੍ਰੀਖਿਆ ਨਾ ਲੈਂਦੇ ਤੇ ਸਾਡੇ ਵਰਗੇ ਸ਼ੰਕਾਵਾਦੀ ਲੋਕਾਂ ਨੇ ਕਹਿਣਾ ਸੀ ਕਿ ਇੱਕ ਜਵਾਈ ਨੂੰ ਛੱਡ ਕੇ ਦੂਸਰੇ ਨੂੰ ਗੁਰਤਾ ਗੱਦੀ ਦਾ ਅਧਿਕਾਰੀ ਕਿਉਂ ਬਣਾ ਦਿੱਤਾ। ਇਹ ਪ੍ਰੀਖਿਆ ਸਾਨੂੰ ਵਿਖਾਉਣ ਵਾਸਤੇ ਸੀ। ਗੁਰਦੇਵ ਪਾਤਸ਼ਾਹ ਤਾਂ ਜਾਣਦੇ ਸੀ ਕਿ ਨੇਮ ਤੇ ਪ੍ਰੇਮ ਦੀ ਖੇਡ ਹੈ ਕੀ ਹੈ। ਪਾਤਸ਼ਾਹ ਨੇ ਕਹਿ ਦਿੱਤਾ ਕਿ ਦੋਵਾਂ ਨੂੰ ਥੜੇ ਬਣਾਓ। ਥੜੇ ਬਣਾ ਦਿੱਤੇ ਦੋਵਾਂ ਜਵਾਈਆਂ ਨੇ। ਜਦੋਂ ਪਹਿਲੇ ਦੇ ਕੋਲ ਗਏ ਰਾਮਾ ਜੀ ਕੋਲ, ਤੇ ਪਾਤਸ਼ਾਹ ਕਹਿੰਦੇ ਕਿ ਥੜਾ ਠੀਕ ਨਹੀਂ ਹੈ। ਪਾਤਸ਼ਾਹ ਜਿਵੇਂ ਤੁਸੀਂ ਬਣਾਇਆ ਸੀ, ਜਿਵੇਂ ਤੁਸੀਂ ਕਿਹਾ ਸੀ ਉਵੇਂ ਬਣਾਇਆ। ਪਾਤਸ਼ਾਹ ਕਹਿੰਦੇ ਢਾਹ ਦਿਓ। ਢਾਹ ਤਾਂ ਲਿਆ ਪਰ ਮੱਥੇ ਵੱਟ ਪਾ ਕੇ। ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਆਏ ਤੇ ਹੱਥ ਜੋੜ ਕੇ ਖਲੋ ਗਏ, ਮਹਾਰਾਜ ਆਹ ਬਣਾਇਆ। ਕਹਿੰਦੇ ਜਿਵੇਂ ਮੈਂ ਕਿਹਾ ਸੀ ਉਂਝ ਨਹੀਂ ਹੈ। ਪਾਤਸ਼ਾਹ ਖਿਮਾ ਹੋ ਗਈ, ਇੱਕ ਵਾਰੀ ਸਮਝਾ ਦਿਓ ਦੁਬਾਰਾ, ਜਿਵੇਂ ਦਾ ਤੁਸੀਂ ਚਾਹੁੰਦੇ ਹੋ ਬਣਾਉਣ ਦਾ ਯਤਨ ਕਰਾਂਗਾ। ਦੂਸਰੇ ਦਿਨ ਫਿਰ ਇਸ ਤਰ੍ਹਾਂ। ਤੀਸਰੇ ਦਿਨ ਜਦੋਂ ਇਸੇ ਤਰ੍ਹਾਂ ਗਏ ਤੇ ਜਿਹੜੇ ਪਹਿਲੇ ਜਵਾਈ ਨੇ ਰਾਮਾ ਜੀ, ਉਹ ਕਹਿੰਦੇ ਸ਼ਾਇਦ ਹੁਣ ਉਮਰ ਵਡੇਰੀ ਹੋ ਗਈ, ਸਠਿਆ ਗਏ ਹੋ। ਜਿੰਨਾ ਤੁਸੀਂ ਕਿਹਾ ਸੀ ਮੈਂ ਉਂਝ ਹੀ ਬਣਾਇਆ, ਤੁਸੀਂ ਫਿਰ ਵੀ ਕਹਿੰਦੇ ਹੋ ਢਾਹ ਦੇ। ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਆਏ ਨੇ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਛੋਟਾ ਹਾਂ, ਮੱਤ ਛੋਟੀ ਹੈ, ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ ਸ਼ਾਇਦ ਮੇਰੀ ਮੱਤ 'ਚ ਨਹੀਂ ਪੈ ਰਿਹਾ, ਕਿਰਪਾ ਕਰਕੇ ਮੇਰੇ ਖਾਨੇ ਪਾ ਦਿਓ, ਮੇਰੀ ਮੱਤ 'ਚ ਪਾ ਦਿਓ। ਇਹ ਅੰਤਰ ਹੈ ਨੇਮ ਔਰ ਪ੍ਰੇਮ ਦਾ। ਇਹ ਖੇਡ ਹੈ ਨੇਮ ਔਰ ਪ੍ਰੇਮ ਦੀ। ਸੋ ਗੁਰਦੇਵ ਪਾਤਸ਼ਾਹ ਉਸ ਪਦ ਦੇ ਅਧਿਕਾਰੀ ਬਣੇ ਜਿਸ ਨੂੰ ਭੱਟ ਸਾਹਿਬਾਨ ਕਹਿੰਦੇ ਨੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਹੁਣ ਅਗਲੀ ਗੱਲ ਆਈ ਹੈ ਕਿ ਉਸ ਸੰਵਾਦ ਦੀ, ਜਿਹੜਾ ਮੈਂ ਕਹਿੰਦਾ ਕਿ ਸ਼ਾਇਦ ਅੱਜ ਦੇ ਸਮੇਂ ਦੇ ਵਿੱਚੋਂ ਸਭ ਤੋਂ ਵੱਡਾ ਇੱਕ ਸੰਵਾਦ ਹੈ। ਉਹ ਸੰਵਾਦ ਇਹ ਹੈ, ਅਕਬਰ ਦੇ ਇੱਕ ਭਰਾ ਦਾ ਉਸ ਨੂੰ ਸ਼ੱਕ ਸੀ ਕਿ ਬਗਾਵਤ ਕਰ ਦੇਵੇਗਾ ਕਾਬਲ ਦੇ ਇਲਾਕੇ ਦੇ ਵਿੱਚ। ਉਸ ਬਗਾਵਤ ਨੂੰ ਦਬਾਉਣ ਦੇ ਵਾਸਤੇ ਉਹ ਪੰਜਾਬ ਆਇਆ, ਲਾਹੌਰ ਆ ਕੇ ਰੁਕਿਆ। ਤੇ ਜਿਹੜਾ ਹਰੀ ਰਾਮ ਤੱਪਾ ਸੀ, ਜਿਸ ਦੇ ਬਾਰੇ ਤੁਸੀਂ ਤੀਸਰੇ ਪਾਤਸ਼ਾਹ ਦੇ ਬਾਰੇ ਬਹੁਤ ਕੁਝ ਸੁਣ ਚੁੱਕੇ ਹੋ ਕਿ ਉਹ ਤੱਪਾ ਜਿਹੜਾ ਹਮੇਸ਼ਾ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ, ਹਰੀ ਰਾਮ, ਉਹ ਤੇ ਗੋਇੰਦੇ ਖੱਤਰੀ ਦਾ ਮੁੰਡਾ, ਇਹ ਉਹਦਾ ਚੇਲਾ ਸੀ। ਉਸਨੇ ਗੋਇੰਦੇ ਖੱਤਰੀ ਦੇ ਮੁੰਡੇ ਨੂੰ, ਜਿਸ ਦੇ ਕੋਲੋਂ ਜਗ੍ਹਾ ਲੈ ਕੇ ਗੋਇੰਦਵਾਲ ਸਾਹਿਬ ਵਸਾਇਆ ਸੀ, ਉਸ ਨੂੰ ਬੜੀ ਚੁੱਕਣਾ ਦਿੱਤੀ ਕਿ ਤੇਰੇ ਬਾਪ ਨੇ ਤਾਂ ਬੜੇ ਥੋੜ੍ਹੇ ਪੈਸਿਆਂ ਦੇ ਵਿੱਚ ਗੋਇੰਦਵਾਲ ਦੀ ਜਗ੍ਹਾ ਵੇਚ ਦਿੱਤੀ ਹੈ। ਜੇਕਰ ਤੂੰ ਅਜੇ ਵੀ ਮਹਿਜ਼ਰਨਾਮਾ ਫਾਰਸੀ ਦਾ ਸ਼ਬਦ ਹੈ। ਮਹਿਜ਼ਰ ਕਿਹਾ ਜਾਂਦਾ ਮੈਮੋਰੰਡਮ ਨੂੰ, ਔਰ ਇਹ ਬਿਲਕੁਲ ਤਸਦੀਕਸ਼ੁਦਾ ਹੁੰਦਾ ਹੈ। ਇਹ ਇੰਜ ਨਹੀਂ ਕਿ ਬਸ ਤੁਸੀਂ ਅਰਜੀ ਲਿਖ ਕੇ ਲੈ ਗਏ, ਇਸ ਨੂੰ ਬਕਾਇਦਾ ਮਹਿਜ਼ਰ ਖਾਨੇ ਦੇ ਵਿੱਚੋਂ ਤਸਦੀਕ ਕਰਾਇਆ ਜਾਂਦਾ ਹੈ। ਤੇ ਅਕਬਰ ਨੂੰ ਹੀ ਕਿਉਂ ਦਿੱਤਾ ਗਿਆ, ਇਹ ਵੀ ਸਮਝਣ ਵਾਲੀ ਗੱਲ ਹੈ ਕਿ ਅਕਬਰ ਤੋਂ ਪਹਿਲਾਂ ਵੀ ਤਾਂ ਲਾਹੌਰ ਦੇ ਵਿੱਚ ਕੋਈ ਨਾ ਕੋਈ ਫੌਜਦਾਰ, ਕੋਈ ਗਵਰਨਰ, ਕੋਈ ਉਹਦਾ ਫੌਜੀ ਨੁਮਾਇੰਦਾ ਹੋਵੇਗਾ। ਅਕਬਰ ਨੂੰ ਹੀ ਮਹਿਜ਼ਰਨਾਮਾ ਕਿਉਂ ਦੇਣਾ ਪਿਆ? ਉਹਦਾ ਕਾਰਨ ਸੀ ਕਿ ਜਿਸ ਤਰ੍ਹਾਂ ਦੇ ਨਾਲ ਅੱਜ ਤੁਸੀਂ ਵੇਖਦੇ ਹੋ ਨਾ ਕਿ ਸਟੇਟ ਦੇ CM ਜਾਂ PM ਜਿਹੜੇ ਹੁੰਦੇ ਨੇ, ਆਪਣੇ ਕੋਲ ਕਈ ਹੋਰ ਵੀ ਡਿਪਾਰਟਮੈਂਟ ਜਾਂ ਵਿਭਾਗ ਰੱਖ ਲੈਂਦੇ ਨੇ। ਇਸੇ ਤਰ੍ਹਾਂ ਦੇ ਨਾਲ ਅਕਬਰ ਨੇ ਜਿਹੜਾ ਧਰਮ ਦਾ ਵਿਭਾਗ ਹੈ, ਜਦੋਂ ਉਸਨੇ ਫਾਇਜ਼ੀ ਦੇ ਕਹਿਣ ਦੇ ਉੱਪਰ ਦੀਨੇ ਇਲਾਹੀ ਸ਼ੁਰੂ ਕੀਤਾ ਤੇ ਧਰਮ ਦੇ ਮਾਮਲੇ ਉਸਨੇ ਆਪਣੇ ਅਧੀਨ ਰੱਖੇ ਸੀ। ਧਰਮ ਦੇ ਮਾਮਲਿਆਂ ਦੀ ਸੁਣਵਾਈ ਉਹ ਆਪ ਕਰਦਾ ਸੀ, ਜਿਸ ਨੂੰ ਬਾਅਦ ਵਿੱਚ ਅਬੁਲ ਫਜ਼ਲ ਨੇ ਪੂਰਾ ਕੀਤਾ। ਇਹ ਦੋਵੇਂ ਪਰਸ਼ੀਅਨ ਉਹਦੇ ਰਾਜ ਦੇ ਸਕਾਲਰ ਨੇ। ਫਾਇਜ਼ੀ ਨੇ ਉਸਨੂੰ ਸ਼ੁਰੂ ਕੀਤਾ ਸੀ, ਅਬੁਲ ਫਜ਼ਲ ਨੇ ਕਾਫੀ ਮਦਦ ਕੀਤੀ। ਸੋ ਧਰਮ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਅਕਬਰ ਦੇ ਕੋਲ ਸੀ ਜਦੋਂ ਉਸਨੇ ਦੀਨੇ ਇਲਾਹੀ ਨਾਮ ਦਾ ਧਰਮ ਸ਼ੁਰੂ ਕੀਤਾ, ਜਿਹੜਾ ਉਹ ਉਸ ਤਰ੍ਹਾਂ ਦੇ ਨਾਲ ਉਹਨੇ ਇੱਕ ਧਰਮ ਦਾ ਸਿਸਟਮ ਸ਼ੁਰੂ ਕੀਤਾ। ਧਰਮ ਦੇ ਨਾਲ ਸਮੱਸਿਆ ਦੀ ਜਿਹੜੀ ਸ਼ਿਕਾਇਤ ਹੈ ਅਕਬਰ ਦੇ ਕੋਲ ਹੀ ਹੋ ਸਕਦੀ ਸੀ। ਸੋ ਇਹ ਮਹਿਜ਼ਰਨਾਮਾ ਤਿਆਰ ਕਰਕੇ ਮਹਿਜ਼ਰਖਾਨੇ ਦੇ ਵਿੱਚੋਂ ਇਹ ਗਏ ਨੇ ਸ਼ਿਕਾਇਤ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੀ ਅਕਬਰ ਦੇ ਕੋਲ। ਹੁਣ ਤੁਸੀਂ ਵੇਖੋ ਕਿ ਅਕਬਰ ਹਿੰਦੁਸਤਾਨ ਦਾ ਹੀ ਨਹੀਂ ਬਲਕਿ ਉਹਨਾਂ ਸਮਿਆਂ ਦੀ, ਜੇਕਰ ਤੁਸੀਂ ਰਾਜਸੀ ਪ੍ਰਵਿਰਤੀ ਨੂੰ ਵੇਖਦੇ ਹੋ ਤਾਂ ਇਹ ਏਸ਼ੀਆ ਦਾ ਸਭ ਤੋਂ ਸਟਰੋਂਗ ਸਮਰਾਟ ਗਿਣਿਆ ਜਾਂਦਾ ਹੈ।
ਗੁਰਦੇਵ ਪਾਤਸ਼ਾਹ ਨੂੰ ਸਮਨਿੰਗ ਹੁੰਦੀ ਹੈ, ਸੁਨੇਹਾ ਮਿਲਦਾ ਹੈ ਕਿ ਜਿਹੜੀਆਂ ਤੁਹਾਡੇ ਖਿਲਾਫ ਸ਼ਿਕਾਇਤਾਂ ਲੱਗੀਆਂ ਨੇ ਉਹਨਾਂ ਸ਼ਿਕਾਇਤਾਂ ਦਾ ਜਵਾਬ ਦੇਣ ਵਾਸਤੇ ਜਾਂ ਆਪ ਜਾਂ ਕੋਈ ਆਪਣਾ ਯੋਗ ਵਿਅਕਤੀ ਭੇਜੋ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਕਿੱਤਾ ਮੁਖੀ ਖੇਤਰ ਦੇ ਵਿੱਚ, ਕਿੱਤਾ ਮੁਖੀ ਸਿੱਖਿਆ ਦੇ ਵਿੱਚੋਂ ਜਿੰਨਾ ਤੁਹਾਨੂੰ ਸੰਵੇਦ ਦਾ, ਸੰਵਾਦ ਦਾ ਔਰ ਉੱਚੇ ਡਿਬੇਟ ਦਾ ਜਿਹੜਾ ਸਕਾਰਾਤਮਕ ਰੂਪ 'ਚ ਜਿੰਨੀ ਤੁਹਾਨੂੰ ਜਾਚ ਆਉਂਦੀ ਹੈ, ਕਿਤੇ ਨਹੀਂ ਆਉਂਦੀ। ਜਦੋਂ ਤੁਸੀਂ ਲੋਕਾਂ ਦੇ ਨਾਲ ਤੁਸੀਂ ਚਾਹੇ ਵਪਾਰਕ ਕਾਰਨਾਂ ਕਰਕੇ ਗੱਲਬਾਤ ਕਰਨੀ ਹੁੰਦੀ, ਇੱਕ ਡਾਇਲਾਗ ਰਚਾਉਣਾ ਹੁੰਦਾ, ਉਸ ਡਾਇਲਾਗ ਰਚਾਉਣ ਦੀ ਸੋਝੀ ਜਿਹੜੀ ਸੀ ਉਹ ਗੁਰਦੇਵ ਪਾਤਸ਼ਾਹ ਨੂੰ ਬਚਪਨ 'ਚੋਂ ਆ ਚੁੱਕੀ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਅਕਬਰ ਦੇ ਦਰਬਾਰ ਦੇ ਵਿੱਚ ਇਹਨਾਂ ਇਕੱਲਿਆਂ ਨੂੰ ਭੇਜਿਆ, ਗੁਰੂ ਰਾਮਦਾਸ ਪਾਤਸ਼ਾਹ ਨੂੰ ਅਕਬਰ ਦੇ ਦਰਬਾਰ ਦੇ ਵਿੱਚ। ਹੁਣ ਦੂਸਰੇ ਪਾਸੇ ਸ਼ਿਕਾਇਤੀ ਨੇ, ਤੇ ਸ਼ਿਕਾਇਤਾਂ ਦੀ ਗਿਣਤੀ ਵੱਧ ਹੋਵੇਗੀ ਕਿਉਂਕਿ ਜਿਹੜਾ ਮਹਿਜ਼ਾ ਨੰਬਰ ਹੈ ਇਹ ਤਸਦੀਕਸ਼ੁਦਾ ਮੈਮੋਰੰਡਮ ਹੁੰਦਾ ਹੈ। ਜਦੋਂ ਹੁਣ ਤੁਸੀਂ ਤਸਦੀਕਸ਼ੁਦਾ ਮੈਮੋਰੰਡਮ ਲੈ ਕੇ ਜਾਓਗੇ, ਕੁਦਰਤੀ ਉਹਦੇ ਉੱਪਰ ਦਸਤਖਤ ਕਰਨ ਵਾਲੇ ਜਿਹੜੇ ਵੱਡੇ ਪੰਚ ਨੇ ਉਹਨਾਂ ਦੇ ਨਾਮ ਹੋਣਗੇ ਤੇ ਤੁਹਾਡੇ ਨਾਲ ਖੜੇ ਹੋਣਗੇ। 3 ਸ਼ਿਕਾਇਤਾਂ ਨੇ। ਹੁਣ ਤੁਸੀਂ ਵੇਖੋ ਕਿ ਸ਼ਿਕਾਇਤਾਂ 3 ਨੇ। ਉਹ ਸ਼ਿਕਾਇਤਾਂ ਕਿਸ ਪੱਧਰ ਦੀਆਂ ਨੇ, ਪਾਤਸ਼ਾਹ ਜਵਾਬ ਕਿਵੇਂ ਦਾ ਦਿੰਦੇ ਨੇ। ਮੇਰੀਓ ਭੈਣੋ, ਤੁਹਾਡੇ ਕੋਲ ਕੌਮ ਦਾ ਭਵਿੱਖ ਹੈ, ਪੰਜਾਬ ਦਾ ਭਵਿੱਖ ਹੈ। ਬੱਚਿਆਂ ਦੇ ਵਿੱਚ ਇਹ ਕੌਨਫੀਡੈਂਸ ਲੈਵਲ ਭਰ ਦਿਓ, ਇਵੇਂ ਦਾ ਕੌਨਫੀਡੈਂਸ ਪੈਦਾ ਕਰ ਦਿਓ ਜਿਵੇਂ ਦਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ ਗੁਰੂ ਪਾਤਸ਼ਾਹ ਦਾ। ਪਹਿਲੀ ਸ਼ਿਕਾਇਤ, ਸਿੱਖਾਂ ਦਾ ਗੁਰੂ ਅਮਰਦਾਸ ਗਾਇਤਰੀ ਮੰਤਰ ਨਹੀਂ ਪੜ੍ਹਦਾ ਤੇ ਨਾ ਆਪਣੇ ਸਿੱਖਾਂ ਨੂੰ ਪੜ੍ਹਨ ਦਿੰਦਾ ਹੈ। ਇਹ ਮਹਿਜ਼ਰਨਾਮੇ ਦੀ ਪਹਿਲੀ ਸ਼ਿਕਾਇਤ ਹੈ। ਅਕਬਰ ਨੇ ਸ਼ਿਕਾਇਤ ਸੁਣੀ, ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਤੇ ਜਵਾਬ ਦੇਣ ਦੇ ਵਾਸਤੇ ਨੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਬਾਦਸ਼ਾਹ ਅਕਬਰ, ਦਰਅਸਲ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਅਸੀਂ ਗਾਇਤਰੀ ਮੰਤਰ ਪੜ੍ਹਦੇ ਨਹੀਂ ਆ ਤੇ ਅਸੀਂ ਗਾਇਤਰੀ ਮੰਤਰ ਦੇ ਬਾਰੇ ਜਾਣਦੇ ਨਹੀਂ ਆ। ਗੁਰੂ ਰਾਮਦਾਸ ਮਹਾਰਾਜ ਦਾ ਜਵਾਬ, ਇਹਦਾ ਮਤਲਬ ਕੀ ਹੈ ਕਿ ਜੇ ਕਿਸੇ ਮਤ ਦਾ ਖੰਡਨ ਕਰਨਾ ਹੈ ਤੇ ਸਭ ਤੋਂ ਪਹਿਲਾਂ ਉਸ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਉਸ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਗਾਇਤਰੀ ਮੰਤਰ ਪੜ੍ਹਦੇ ਨਹੀਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗਾਇਤਰੀ ਮੰਤਰ ਜਾਣਦੇ ਨਹੀਂ। ਮੈਂ ਤੁਹਾਨੂੰ ਗਾਇਤਰੀ ਮੰਤਰ ਦੇ ਬਾਰੇ ਇੱਥੇ ਦੱਸ ਸਕਦਾ ਹਾਂ, ਪਰ ਇਹਨਾਂ ਦੇ ਧਰਮ ਦੇ ਕਰਕੇ ਮੈਂ ਦੱਸ ਨਹੀਂ ਸਕਦਾ। ਅਕਬਰ ਹੈਰਾਨ, ਐਕਸਾਈਟਮੈਂਟ, ਇਹ ਬੜੀ ਅਜੀਬ ਗੱਲ ਹੈ। ਗੁਰੂ ਕਹਿ ਰਿਹਾ ਮੈਂ ਦੱਸ ਸਕਦਾ ਪਰ ਇਹਨਾਂ ਲੋਕਾਂ ਕਰਕੇ ਨਹੀਂ ਦੱਸ ਸਕਦਾ। ਕਹਿੰਦੇ ਕਿਉਂ ਨਹੀਂ ਦੱਸ ਸਕਦੇ? ਕਿਉਂਕਿ ਗਾਇਤਰੀ ਮੰਤਰ ਨੂੰ ਕੇਵਲ ਤੇ ਕੇਵਲ ਖੱਤਰੀ, ਬ੍ਰਾਹਮਣ ਤੇ ਵੈਸ਼ ਉਚਾਰਨ ਕਰ ਸਕਦੇ ਨੇ। ਉਹ ਨਾ ਗੈਰ ਹਿੰਦੂ ਦੇ ਸਾਹਮਣੇ ਪੜ੍ਹਿਆ ਜਾ ਸਕਦਾ ਹੈ ਤੇ ਨਾ ਕਿਸੇ ਸ਼ੂਦਰ ਦੇ ਸਾਹਮਣੇ ਪੜ੍ਹਿਆ ਜਾ ਸਕਦਾ। ਤੁਹਾਡੇ ਦਰਬਾਰ ਦੇ ਵਿੱਚ ਮੁਸਲਮਾਨ ਵੀ ਨੇ, ਸ਼ੂਦਰ ਵੀ ਨੇ, ਇਸ ਕਰਕੇ ਜਿਹੜਾ ਕਲਾਮ ਬਾਕੀ ਸਾਰੀ ਮਨੁੱਖਤਾ ਦੇ ਸਾਹਮਣੇ ਨਹੀਂ ਪੜ੍ਹਿਆ ਜਾਂਦਾ, ਅਸੀਂ ਉਸ ਨੂੰ ਨਕਾਰਦੇ ਹਾਂ। ਹੁਣ ਅਕਬਰ ਕੀ ਜਵਾਬ ਦੇਵੇ? ਉਹਦਾ ਧਰਮ ਵੀ ਉਹਦੇ ਧਰਮ ਤੇ ਵੀ ਚੋਟ ਲੱਗ ਰਹੀ ਹੈ। ਉਸਨੇ ਪਹਿਲੀ ਸ਼ਿਕਾਇਤ ਉਸੇ ਵੇਲੇ ਖਾਰਜ ਕਰ ਦਿੱਤੀ, ਕਹਿੰਦਾ ਨਹੀਂ, ਇਹ ਸ਼ਿਕਾਇਤ ਰੱਦ ਕੀਤੀ ਜਾਂਦੀ ਹੈ। ਅਗਲੀ ਗੱਲ ਗੁਰੂ ਰਾਮਦਾਸ ਪਾਤਸ਼ਾਹ ਨੇ ਹੋਰ ਕਹਿ ਦਿੱਤੀ, ਕਹਿੰਦੇ ਅਕਬਰ, ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦੇਵਾਂ। ਜਿਹੜਾ ਗਾਇਤਰੀ ਮੰਤਰ ਹੈ ਨਾ, ਉਹ ਸੂਰਜ ਦੀ ਪੂਜਾ ਤੋਂ ਸ਼ੁਰੂ ਹੁੰਦਾ ਹੈ ਤੇ ਜਿਹੜਾ ਮੰਤਰ ਸਾਡੇ ਸਿੱਖ ਪੜ੍ਹਦੇ ਨੇ ਨਾ, ਉਹਦੇ ਵਿੱਚ ਹੈ ਕਿ ਲੱਖਾਂ ਚੰਦ ਤੇ ਲੱਖਾਂ ਸੂਰਜ ਉਸ ਪਰਮਾਤਮਾ ਦੀ ਪਰਿਕਰਮਾ ਕਰ ਰਹੇ ਨੇ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ। ਇਹ ਇੱਕ ਉਸ ਕਰਤੇ ਦੀ, ਕਿਰਤ ਦੀ ਉਪਾਸਨਾ ਕਰਦੇ ਨੇ। ਅਸੀਂ ਕਿਰਤ ਦੀ ਨਹੀਂ, ਕਰਤੇ ਦੀ ਉਪਾਸਨਾ ਕਰਦੇ ਹਾਂ। ਇਹ ਗੱਲ ਅਕਬਰ ਨੂੰ ਆਪਣੇ ਧਰਮ ਦੇ ਵੀ ਨੇੜੇ ਲੱਗੀ, ਕਿਉਂਕਿ ਇਸਲਾਮ ਦੇ ਵਿੱਚ ਵੀ ਸ਼ਿਰਕ ਫਿਲ ਕੁਦਰਤ ਤੇ ਸ਼ਿਰਕ ਫਿਲ ਇਬਾਦਤ ਹੈ, ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਬੰਦਗੀ ਕਰਨਾ। ਉਸਨੇ ਕਿਹਾ ਸ਼ਿਕਾਇਤ ਖਾਰਜ। ਦੂਸਰੀ ਸ਼ਿਕਾਇਤ, ਇਹ ਜਿਹੜੇ ਸਿੱਖਾਂ ਦੇ ਗੁਰੂ ਨੇ, ਇਹ ਸਾਡੇ ਤੀਰਥਾਂ ਤੇ ਜਾਣ ਦਾ ਖੰਡਨ ਕਰਦੇ ਨੇ। ਪਾਤਸ਼ਾਹ ਦਾ ਜਵਾਬ, ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡੇ ਪੁਰਾਣਾਂ ਦੇ ਵਿੱਚ, ਅਕਬਰ ਬਾਦਸ਼ਾਹ ਨੂੰ ਕਹਿੰਦੇ, ਇਹਨਾਂ ਦੇ ਪੁਰਾਣਾਂ ਦੇ ਵਿੱਚ ਜਿਹੜਾ ਤੀਰਥ ਮਹਾਤਮ ਦਾ ਜ਼ਿਕਰ ਹੈ ਨਾ, ਉਹ ਮਹਾਤਮ ਧਰਮ ਦੇ ਕਰਕੇ ਨਹੀਂ ਹੈ। ਪਾਣੀ ਤੇ ਰੁੱਖ ਕਿਸੇ ਜਗ੍ਹਾ ਦੇ ਹੋਣ ਤੇ ਉਹ ਜਗ੍ਹਾ ਪਵਿੱਤਰ ਨਹੀਂ ਹੋ ਸਕਦੀ ਜਿੰਨਾ ਚਿਰ ਤੱਕ ਉੱਥੇ ਕੋਈ ਭਗਤੀ ਵਾਲਾ ਵਿਅਕਤੀ ਨਾ ਹੋਵੇ। ਤੇ ਸਾਡੀ ਜਿਹੜੀ ਵਿਚਾਰਧਾਰਾ ਇਹ ਹੈ ਕਿ ਜਿੱਥੇ ਵੀ ਕੋਈ ਬੰਦਗੀ ਵਾਲਾ ਮਨੁੱਖ ਬੈਠਾ ਹੈ, ਉਹੀ ਜਗ੍ਹਾ ਪਵਿੱਤਰ ਤੇ ਤੀਰਥ ਸਥਾਨ ਹੈ। ਸਤ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਦੂਸਰੀ ਸ਼ਿਕਾਇਤ ਵੀ ਖਾਰਜ। ਤੀਸਰੀ ਸ਼ਿਕਾਇਤ, ਇਹ ਨਾ ਬੁੱਤ ਪ੍ਰਸਤੀ ਕਰਦੇ ਨੇ ਤੇ ਨਾ ਆਪਣੇ ਸਿੱਖਾਂ ਨੂੰ ਬੁੱਤ ਪ੍ਰਸਤੀ ਕਰਨ ਵਾਸਤੇ ਕਹਿੰਦੇ ਨੇ।
ਇਹ ਤੀਸਰੀ ਸ਼ਿਕਾਇਤ ਹੈ ਮੈਜ਼ਰਨਾਮੇ ਦੀ। ਨਾ ਬੁੱਤ ਪ੍ਰਸਤੀ ਕਰਦੇ ਨੇ ਤੇ ਨਾ ਬੁੱਤ ਪ੍ਰਸਤੀ ਕਰਨ ਦੇ ਵਾਸਤੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਹੁਣ ਬੁੱਤ ਪ੍ਰਸਤੀ ਤਾਂ ਵੈਸੇ ਇਸਲਾਮ ਦੇ ਵਿੱਚ ਵੀ ਨਹੀਂ ਹੈ, ਇਹ ਗੱਲ ਵੱਖਰੀ ਹੈ, ਸਾਡੇ 'ਚ ਹੈਗੀ, ਸਾਡੇ 'ਚੋਂ ਖਤਮ ਨਹੀਂ ਹੋਈ ਅਜੇ। ਅਸੀਂ ਜਦੋਂ ਜ਼ਫਰਨਾਮਾ ਵੀ ਪੜ੍ਹਦੇ ਹਾਂ ਕਲਗੀਧਰ ਪਾਤਸ਼ਾਹ ਦਾ, ਅਰਥ ਤੇ ਬੜੇ ਪਿਆਰੇ ਕਰਦੇ ਨੇ। ਮਨਮ ਕੁਸ਼ਤਨਮ ਕੁਹਿਆਂ ਪੁਰਫਿਤਨ ਕਿ ਉਹ ਬੁੱਤ ਪ੍ਰਸਤਨ ਮਨਨ ਬੁੱਤ ਛਿਕਨ, ਕਿ ਗੁਰੂ ਤੇ ਗੁਰੂ ਦੇ ਸਿੱਖ ਜਿਹੜੇ ਨੇ ਉਹ ਬੁੱਤਾਂ ਨੂੰ ਨਹੀਂ ਮੰਨਦੇ, ਪਰ ਸਹੀ ਅਰਥਾਂ ਦੇ ਵਿੱਚ ਅਸੀਂ ਬੁੱਤਾਂ ਨੂੰ ਮੰਨਦੇ ਹਾਂ। ਅਸੀਂ ਅਜੇ ਆਪਣੀ ਮਾਨਸਿਕਤਾ ਦੇ ਵਿੱਚੋਂ ਜਿਹੜੇ ਬੁੱਤ ਨੇ ਉਹ ਤੋੜ ਨਹੀਂ ਸਕੇ, ਉਹ ਨਹੀਂ ਤੋੜ ਸਕੇ ਅਸੀਂ। ਮੈਨੂੰ ਕਈ ਵਾਰੀ ਇੱਕ ਇਸਲਾਮੀ ਪਰੰਪਰਾ ਦੀ ਇੱਕ ਗੱਲ ਹੈ, ਮੈਨੂੰ ਬੜੀ ਵਧੀਆ ਲੱਗਦੀ ਹੈ। ਇੱਕ ਬੁੱਤ ਤਰਾਸ਼, ਬੁੱਤਾਂ ਨੂੰ ਬਣਾਉਣ ਵਾਲਾ, ਜਿਹੜਾ ਪੱਥਰ ਨੂੰ ਘੜ ਕੇ ਛੈਣੀ ਦੇ ਨਾਲ, ਹਥੌੜੀ ਦੇ ਨਾਲ ਬੁੱਤ ਨੂੰ ਤਿਆਰ ਕਰਦਾ ਹੈ। ਹੁਣ ਕਬੀਰ ਸਾਹਿਬ ਇੱਕ ਬੜੀ ਪਿਆਰੀ ਗੱਲ ਕਰਦੇ ਨੇ, ਕਹਿੰਦੇ ਪਖਾਨ ਕੱਢ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਦ ਹਾਰੇ ਖਾਓ। ਕਿ ਜੇਕਰ ਮੂਰਤੀ ਦੇ ਵਿੱਚ, ਪੱਥਰ ਦੀ ਮੂਰਤੀ ਦੇ ਵਿੱਚ ਕੋਈ ਅਜ਼ਮਤ ਹੈ ਤਾਂ ਜਿਹੜਾ ਵਿਅਕਤੀ ਇਸ ਦੇ ਉੱਪਰ ਛੈਣੀ ਦੇ ਨਾਲ ਤੇ ਹਥੌੜੇ ਦੇ ਨਾਲ ਇਸ ਨੂੰ ਘੜ ਰਿਹਾ ਹੈ, ਇਹ ਉਹਦਾ ਨੁਕਸਾਨ ਕਿਉਂ ਨਹੀਂ ਕਰਦੀ? ਉਹ ਕੋਈ ਅਜ਼ਮਤ, ਕੋਈ ਬੰਦਗੀ, ਕੋਈ ਪੂਜਾ, ਕੋਈ ਅਰਚਨਾ ਤਾਂ ਨਹੀਂ ਕਰ ਰਿਹਾ ਨਾ, ਉਹ ਤੇ ਛੈਣੀ ਤੇ ਹਥੌੜਾ ਚਲਾ ਰਿਹਾ, ਉਹਦਾ ਨੁਕਸਾਨ ਕਿਉਂ ਨਹੀਂ ਕਰਦੀ? ਪਰ ਸਾਡੀ ਮਾਨਸਿਕਤਾ ਦੇ ਵਿੱਚ ਇਹ ਵਸਤ, ਇਹ ਬੁੱਤ ਪ੍ਰਸਤੀ ਵਸ ਚੁੱਕੀ ਹੈ। ਉਹ ਜਿਹੜਾ ਸੰਗ ਤਰਾਸ਼ ਹੈ ਨਾ, ਉਹ ਪਰਮਾਤਮਾ ਦੇ ਨਾਲ ਗੱਲਾਂ ਕਰਦਾ ਹੈ। ਬੜੀ ਪਿਆਰੀ ਗੱਲ ਹੈ। ਕਹਿੰਦਾ ਹੈ ਖੁਦਾ, ਮੈਂ ਵੀ ਸੰਗ ਤਰਾਸ਼, ਬੁੱਤ ਤਰਾਸ਼ ਤੇ ਤੂੰ ਵੀ ਬੁੱਤ ਤਰਾਸ਼, ਪਰ ਕਈ ਵਾਰੀ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਤੇਰੇ ਤੋਂ ਵੱਧ ਤਾਕਤਵਰ ਹਾਂ। ਇਹ ਤੁਸੀਂ ਵੀ ਸੋਚਿਓ ਕਿਤੇ। ਸੰਗ ਤਰਾਸ਼ ਪਰਮਾਤਮਾ ਨੂੰ ਕਹਿ ਰਿਹਾ, ਇੰਝ ਲੱਗਦਾ ਹੈ ਕਿ ਮੈਂ ਤੇਰੇ ਤੋਂ ਵੱਧ ਤਾਕਤਵਰ ਹਾਂ, ਕਿਉਂਕਿ ਤੇਰਾ ਬਣਾਇਆ ਚੇਤਨਤਾ ਦਾ ਬੁੱਤ ਮੇਰੇ ਬਣਾਏ ਪੱਥਰ ਦੇ ਬੁੱਤ ਦੇ ਅੱਗੇ ਝੁਕ ਰਿਹਾ। ਤੇਰਾ ਬਣਾਇਆ ਚੇਤਨਤਾ ਦਾ ਬੁੱਤ, ਜਿਹਨੂੰ ਤੂੰ ਸੂਝ ਦਿੱਤੀ, ਸੋਝੀ ਦਿੱਤੀ, ਸਿਆਣਪ ਦਿੱਤੀ, ਰੂਹਾਨੀਅਤ ਦਿੱਤੀ, ਰੌਸ਼ਨ ਦਿਮਾਗੀ ਦਿੱਤੀ ਵੀ ਨਹੀਂ ਮੈਂ ਉਸ ਕਰਤੇ ਦੇ ਨਾਲ ਜੁੜਨਾ ਹੈ, ਕਰਤੇ ਦੀ ਕਿਰਤ ਦੇ ਨਾਲ ਨਹੀਂ ਜੁੜਨਾ। ਤੇਰਾ ਬਣਾਇਆ ਹੋਇਆ ਕਰਤੇ ਦੀ ਜਿਹੜੀ ਕਿਰਤ ਹੈ ਮੇਰੀ ਕਿਰਤ ਦੇ ਅੱਗੇ ਝੁਕ ਰਹੀ ਹੈ। ਇਸ ਨੂੰ ਅਸੀਂ ਸੋਚੀਏ। ਤੇ ਗੁਰਦੇਵ ਪਾਤਸ਼ਾਹ ਨੇ ਬਿਲਕੁਲ ਹੂਬਹੂ ਅਕਬਰ ਦੇ ਦਰਬਾਰ ਦੇ ਵਿੱਚ ਇਹੀ ਜਵਾਬ ਦਿੱਤਾ ਹੈ ਕਿ ਅਕਬਰ ਬਾਦਸ਼ਾਹ, ਅਸੀਂ ਕਰਤੇ ਦੇ ਅੱਗੇ ਸਿਰ ਝੁਕਾਉਂਦੇ ਹਾਂ, ਕਰਤੇ ਦੀ ਕਿਰਤ ਦੇ ਅੱਗੇ ਸਿਰ ਨਹੀਂ ਝੁਕਾਉਂਦੇ। ਜੇਕਰ ਤੂੰ ਸਾਡਾ ਮੰਤਰ ਜਿਹੜਾ ਹੈ ਨਾ, ਉਹਦੇ ਇੱਕ ਅੱਖਰ ਨੂੰ ਪੜ੍ਹ ਲਵੇਂ ਨਾ, ਤੈਨੂੰ ਪਤਾ ਲੱਗੇਗਾ ਕਿ ਸਾਡਾ ਰੱਬ ਕਿਹੜਾ, ਉਹ ਅੱਖਰ ਹੈ ਅਜੂਨੀ, ਉਹ ਹੈ ਸਵੈਭੰ, ਸੁੱਤੇ ਸਿੱਧ, ਆਪਣੇ ਆਪ ਤੋਂ ਪ੍ਰਕਾਸ਼ਮਾਨ। ਅਕਬਰ ਨੇ ਤੀਜੀ ਜਿਹੜੀ ਸ਼ਿਕਾਇਤ ਸੀ ਨਾ, ਉਹ ਵੀ ਪਾੜ ਕੇ ਸੁੱਟ ਦਿੱਤੀ। ਤੇ ਅਕਬਰ ਨੇ ਪਤਾ ਕਿਹਾ ਕਿ ਕਹਿੰਦਾ, ਜੇ ਸੱਚਮੁੱਚ ਇਸ ਧਰਮ ਦੇ ਵਿੱਚ ਨੈਤਿਕਤਾ ਤੇ ਰੂਹਾਨੀਅਤ ਦੇ ਇੰਨੇ ਵੱਡੇ ਗੁਣ ਨੇ ਨਾ, ਤੇ ਮੈਂ ਵੀ ਦੀਦਾਰ ਕਰਨਾ ਚਾਹੁੰਦਾ। ਇਸ ਇਤਿਹਾਸ ਨੂੰ ਤੁਸੀਂ ਵੀ ਪੜ੍ਹਿਆ ਕਿ ਅਕਬਰ ਆਪ ਗੋਇੰਦਵਾਲ ਸਾਹਿਬ ਚੱਲ ਕੇ ਆਇਆ। ਉਹਦੇ ਚੱਲ ਕੇ ਆਉਣ ਦਾ ਕਾਰਨ ਕੀ ਸੀ? ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਧਰਮ ਦਾ ਪੱਖ ਰੱਖਣ ਦੇ ਵਾਸਤੇ ਡਾਇਲੌਗ ਰਚਾਇਆ ਸੀ। ਇਹ ਹੈ ਸੰਵਾਦ। ਇਹੀ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਪਵੇਗਾ। ਇਹ ਤਾਂ ਸਿਖਾਇਆ ਜਾ ਸਕਦਾ ਹੈ ਜੇਕਰ ਸਾਨੂੰ ਸਾਰੇ ਧਰਮਾਂ ਦੀ ਨੈਤਿਕਤਾ, ਗਿਆਨ ਔਰ ਗੁਣਾਂ ਦਾ ਇਲਮ ਹੋਵੇ। ਜਿੰਨਾ ਚਿਰ ਸਾਡੇ ਬੱਚਿਆਂ ਦੇ ਕੋਲ, ਆਉਣ ਵਾਲੀ ਉਮਤ ਦੇ ਕੋਲ ਇਹ ਗਿਆਨ ਨਹੀਂ ਹੋਵੇਗਾ, ਉਹਨਾਂ ਚਿਰ ਸਾਡੇ ਕੋਲੋਂ, ਸਾਡੇ ਭਵਿੱਖ ਦੇ ਕੋਲੋਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੇ ਜਿਹੜੇ ਗੁਣ ਨੇ ਉਹ ਮਨਫੀ ਹੁੰਦੇ ਜਾਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਸਤਿਕਾਰ ਸਨਮਾਨਯੋਗ ਸ਼ਖਸੀਅਤ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੇ, ਜਿਨ੍ਹਾਂ ਨੇ ਆਪਣੇ ਕੀਮਤੀ ਵਕਤ ਤੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਆ ਕੇ ਸਾਡੇ ਨਾਲ ਬਹੁਤ ਹੀ ਡੂੰਘੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ, ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਦੋਂ ਤਖਤ ਦੇ ਉੱਤੇ ਬੈਠੇ ਸੋਢੀ ਸੁਲਤਾਨ ਤੇ ਉਹਨਾਂ ਨੂੰ ਸਾਰਿਆਂ ਨੇ
ਰੱਬ ਜਾਣ ਕੇ, ਪਰਮੇਸ਼ਰ ਜਾਣ ਕੇ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ, ਅਥਾਹ, ਅਤੋਲ ਤੂੰ, ਇਹ ਹੁਣ ਸਾਰੇ ਸ਼ਬਦ ਜਿਹੜੇ ਨੇ ਰੱਬ ਵਾਸਤੇ ਨੇ ਵਰਤੇ ਜਾਂਦੇ, ਬਾਣੀ ਦੇ ਅੰਦਰ, ਗੁਰਬਾਣੀ ਦੇ ਅੰਦਰ ਵਰਤੇ ਜਾਂਦੇ ਨੇ, ਜਾਂ ਆਮ ਸੁਭਾਵਿਕ ਤੌਰ 'ਤੇ ਵੀ ਅਸੀਂ ਰੱਬ ਵਾਸਤੇ ਵਰਤੀਏ ਤਾਂ ਇਹ ਸ਼ਬਦ ਵਰਤੇ ਹਾਂ। ਅਟਲ, ਅਥਾਹ, ਜਿਹਦਾ ਕੋਈ ਪਾਰਾਵਾਰ ਨਹੀਂ ਪਾਇਆ, ਸਥਾ, ਡੂੰਘਾਈ ਜਿਹਦੀ ਨਾਪੀ ਨਹੀਂ ਜਾ ਸਕਦੀ। ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਜੀਵਨ, ਉਹਨਾਂ ਦੀ ਬਾਣੀ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਗਹਿਰਾਈ ਨੂੰ ਕਿਸੇ ਪੈਰਾਮੀਟਰ ਦੇ ਨਾਲ ਆਪਾਂ ਨਾਪ ਨਹੀਂ ਸਕਦੇ। ਅਟਲ, ਅਥਾਹ, ਅਤੋਲ ਤੂੰ, ਤੇਰਾ ਅੰਤ ਨਾ ਪਾਰਾਵਾਰਿਆ। ਪਰ ਹਾਂ, ਸੱਤਾ ਤੇ ਬਲਵੰਤ ਜੀ ਇਹ ਗੱਲ ਕਹਿੰਦੇ ਨੇ, ਜਿੰਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਜਿਨ੍ਹਾਂ ਨੇ ਵੀ ਭਾਉ ਭਗਤੀ ਦੇ ਨਾਲ, ਪ੍ਰੇਮ ਨੇਮ ਦੇ ਨਾਲ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਸੀ ਪ੍ਰੇਮ ਤੇ ਨੇਮ ਦੀ ਗੱਲ, ਉਸੇ ਹੀ ਭਾਵਨਾ ਦੇ ਨਾਲ ਇਹ ਗੁਰੂ ਰਾਮਦਾਸ ਜੀ ਪਾਤਸ਼ਾਹ ਤੇਰੀ ਵਿਚਾਰਧਾਰਾ ਨੂੰ, ਤੇਰੀ ਬਾਣੀ ਨੂੰ, ਤੈਨੂੰ ਮੰਨਿਆ। ਜਿੰਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਉਹਦਾ ਤੂੰ ਇਸ ਮੋਹ ਮਾਇਆ ਦੇ ਸਾਗਰ ਦੇ ਵਿੱਚੋਂ ਉਹਦੀ ਪਾਰ ਲਗਾ ਦਿੱਤਾ। ਭਾਵ ਕਿ ਉਹਦੀ ਸੋਚ ਜਿਹੜੀ ਸੀ ਬੜੀ ਉੱਚੀ ਹੋ ਗਈ। ਇੱਥੋਂ ਦਾ ਮਨੁੱਖ ਜਿਹੜਾ ਸੀ ਉੱਥੋਂ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਗਿਆ। ਜਿੰਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਲੱਭ, ਲੋਭ, ਕਾਮ, ਕ੍ਰੋਧ, ਮੋਹ ਮਾਰ ਕੱਢੇ ਤੁਧ ਸਾਹ ਪਰਵਾਰਿਆ। ਇਹ ਸਾਰੇ ਜਿਹੜੇ ਵਿਸ਼ੇ ਵਿਕਾਰ ਸੀ, ਇਹ ਗੁਰੂ ਰਾਮਦਾਸ ਜੀ ਪਾਤਸ਼ਾਹ ਤੋਂ ਉਹਦੇ ਅੰਦਰੋਂ ਉਹਨਾਂ ਦੀਆਂ ਜੜ੍ਹਾਂ ਪੜ ਦਿੱਤੀਆਂ, ਉਹਨਾਂ ਨੂੰ ਖਤਮ ਕਰ ਦਿੱਤਾ, ਉਹਨਾਂ ਨੂੰ ਮਿਟਾ ਦਿੱਤਾ। ਅਤੇ ਅੱਗੇ ਜਾ ਕੇ ਸੱਤਾ ਤੇ ਬਲਵਾਨ ਜੀ ਇਹ ਬਚਨ ਆਖਦੇ ਨੇ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਇਹ ਗੁਰੂ ਰਾਮਦਾਸ, ਤੇਰਾ ਜਿਹੜਾ ਸਥਾਨ ਹੈ ਧਨਤਾ ਦੇ ਯੋਗ ਹੈ। ਕਿਉਂਕਿ ਭੱਟ ਸਾਹਿਬਾਨ ਨੇ ਜਿੱਥੇ ਸੱਤਾ ਤੇ ਬਲਵੰਤ ਜੀ ਨੇ ਇਹ ਗੱਲ ਕਹੀ, ਉੱਥੇ ਭੱਟ ਸਾਹਿਬਾਨ ਨੇ ਵੀ ਕਿਹਾ ਕਿ ਇੱਕ ਉਹ ਰੱਬ ਹੈ ਜੋ ਸੰਸਾਰ ਦੇ ਅੰਦਰ ਵਾਹਿਗੁਰੂ ਸਰਬ ਵਿਆਪਕ ਹੈ। ਤੀਨ ਭਵਨ ਭਰਪੂਰ ਰਹਿਓ, ਸੋਈ ਆਪਨ ਸਰਸ ਨਾ ਕੀਓ, ਜਗਤ ਕੋਈ ਆਪਨ ਆਪ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ। ਪਾਇਓ ਨਹੀਂ ਅੰਤ ਸੁਰੇ ਅਸੁਰੇ, ਨਰ ਗਣ ਗੰਧਰਵ ਖੁਜੰਤ ਫਿਰੇ। ਅਬਨਾਸੀ ਅਚਲ ਅਜੋਨੀ ਸੰਭੋ, ਪਰਖੋਤਮ ਅਪਾਰ ਪਰੇ। ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ। ਪਰ ਕਹਿਣ ਲੱਗੇ ਸ਼੍ਰੀ ਗੁਰੂ ਰਾਮਦਾਸ, ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਇੱਕ ਉਹ ਵਾਹਿਗੁਰੂ ਹੈ ਅਜੋਨੀ, ਕਰਨ ਕਾਰਨ ਹਾਰ, ਅਤੇ ਇੱਕ ਸਮੁੱਚੇ ਸੰਸਾਰ ਵਾਸਤੇ, ਸਾਡੇ ਵਾਸਤੇ ਭੱਟ ਕਹਿੰਦੇ ਤੂੰ ਵੀ ਵਾਹਿਗੁਰੂ ਹੈ। ਤੂੰ ਉਹੀ ਪਦਵੀ ਜਿਹੜੀ ਰੱਬ ਦੀ ਪਦਵੀ ਹੈ, ਉਹ ਪਦਵੀ ਗੁਰੂ ਰਾਮਦਾਸ ਜੀ ਪਾਤਸ਼ਾਹ ਤੇਰੇ ਕੋਲ ਹੈ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰ ਹੈ। ਤੈਨੂੰ ਧਿਆਉਣ ਵਾਲੇ ਵੀ ਇਹ ਵਾਹਿਗੁਰੂ ਜੀ, ਉਹ ਵੀ ਸਦਾ ਕਾਇਮ ਰਹਿਣ ਵਾਲੇ ਨੇ, ਜਿਹੜੇ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਦੇ ਉਪਾਸ਼ਕ ਨੇ, ਉਹਦੇ ਸੇਵਕ ਨੇ, ਉਹਦੀ ਸੰਗਤਾਂ ਨੇ, ਉਹਦੀ ਸਤ ਸੰਗਤ ਹੈ, ਉਹ ਵੀ ਹਮੇਸ਼ਾ ਰਹਿਣ ਵਾਲਾ ਹੈ। ਅਤੇ ਗੁਰੂ ਮਹਾਰਾਜ ਜੀ ਜਦੋਂ ਉਹ ਆਖਰ ਦੇ ਉੱਤੇ ਕਹਿੰਦੇ ਨੇ, ਨਾਨਕ ਤੋਂ ਲੈਣਾ ਤੂੰ ਹੈ, ਗੁਰ ਅਮਰ ਤੋਂ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਦਾਰਿਆ। ਇਹ ਗੁਰੂ ਰਾਮਦਾਸ ਜਿਹਦਾ ਕਿਤੇ ਮਨ ਨਹੀਂ ਟਿਕਦਾ, ਪਰ ਜਦੋਂ ਤੇਰੇ ਚਰਨਾਂ ਨਾਲ ਜੁੜਦਾ ਏ, ਤੇਰੀ ਬਾਣੀ ਨਾਲ ਜੁੜਦਾ ਏ, ਉਹਦੇ ਮਨ ਦੇ ਅੰਦਰ ਟਿਕਾਓ, ਉਹਦੇ ਅੰਦਰ ਜਿਹੜਾ ਸਹਿਜ, ਉਹਦੇ ਅੰਦਰ ਉਹ ਸਾਰੀ ਅਵਸਥਾ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਸੋ ਐਸੇ ਦੀਨ ਦਿਆਲ ਕਿਰਪਾਲੂ ਸਤਿਗੁਰੂ ਦੀਆਂ ਆਪਾਂ ਵਿਚਾਰਾਂ ਸਾਂਝੀਆਂ ਕਰ ਰਹੇ ਸਾਂ। ਉਹਦੇ ਜੀਵਨ, ਉਹਦੇ ਬਚਪਨ, ਉਹਦੀ ਸਿੱਖਿਆ, ਉਹਦੀ ਕਮਾਈ, ਉਹਦੇ ਕਰਨੀਨਾਮੇ ਨੂੰ ਵੀ ਆਪਾਂ ਵਿਚਾਰ ਰਹੇ ਸਾਂ। ਕੀ ਕੁਝ ਕੀਤਾ, ਕਿਵੇਂ ਘੁੰਗਣੀਆਂ ਵੇਚੀਆਂ, ਕਿਵੇਂ ਗੁਰੂ ਤੋਂ ਸੋਚ ਲੈ ਕੇ ਸਭ ਤੋਂ ਵੱਡਾ ਸੰਵਾਦ ਵੀ ਅਕਬਰ ਬਾਦਸ਼ਾਹ ਦੇ ਸਮੇਂ ਜਿਹੜਾ ਹੋਇਆ, ਉਹਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਬਾਖੂਬੀ ਜਵਾਬ ਦੇ ਕੇ ਪੰਥ ਦੀ ਜਿਹੜੀ ਸੀ ਉਹ ਇੱਕ ਸ਼ਾਨ, ਉਸ ਨੂੰ ਹੋਰ ਉੱਚੀਆਂ ਇੰਨਾ ਕਰ ਦਿੱਤਾ ਕਿ ਅਕਬਰ ਨੂੰ ਵੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਉਣ ਲਈ ਮਜਬੂਰ ਹੋਣਾ ਪਿਆ। ਔਰ ਇੱਥੇ ਹੀ ਨਹੀਂ, ਉਹ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਕਹਿ ਸਕਦੇ ਹਾਂ ਕਿ ਉਹਨੇ ਵੀ ਪਹਿਲੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਉਸੇ ਪੰਗਤ ਦੇ ਵਿੱਚ। ਦੇਖੋ, ਇਹ ਵੀ ਇੱਕ ਬਹੁਤ ਵੱਡੀ
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਦੀ ਖੇਡ ਹੈ। ਸੋ ਜਿੰਨਾ ਚਿਰ ਤੱਕ ਅਸੀਂ ਸੋਚ ਕਰਕੇ, ਵਿਚਾਰ ਕਰਕੇ, ਵਿਦਿਆ ਕਰਕੇ, ਗਿਆਨ ਕਰਕੇ ਆਪ ਤੇ ਆਪਣੇ ਬੱਚਿਆਂ ਨੂੰ ਇੰਨਾ ਉੱਚਾ ਨਹੀਂ ਬਣਾ ਲੈਂਦੇ, ਜੇ ਸੱਚਮੁੱਚ ਉੱਚੀਆਂ ਬਣਾ ਲਵਾਂਗੇ ਤੇ ਇੱਕ ਦਿਨ ਉਹ ਸਮਾਂ ਆਵੇਗਾ ਕਿ ਦੁਨੀਆ ਦੀਆਂ ਬਾਹਰ ਦੀਆਂ ਹਕੂਮਤਾਂ, ਉਹ ਬਾਦਸ਼ਾਹ, ਉਹ ਜਿਹੜੇ ਲੋਕਾਂ 'ਤੇ ਰਾਜ ਕਰਦੇ ਰਾਸ਼ਟਰੀ ਧਿਰਾਂ ਨੇ, ਉਹਨਾਂ ਨੂੰ ਝੁਕਣ 'ਤੇ ਮਜਬੂਰ ਹੋਣਾ ਪਵੇਗਾ। ਇੱਕ ਇਹ ਵੀ ਤਰੀਕਾ ਹੈ, ਕਿਉਂਕਿ ਮੈਂ ਇੱਥੋਂ ਵੀ ਦੇਖਦਾ, ਵੈਸੇ ਡਾਕਟਰ ਸਾਹਿਬ ਬੈਠੇ, ਮੈਂ ਸਮਾਂ ਨਾ ਜ਼ਿਆਦਾ ਲਵਾਂ। ਇੱਕ ਗੱਲ ਮੈਨੂੰ ਭਗਤ ਰਵਿਦਾਸ ਸਾਹਿਬ ਦੀ ਵਿਚਾਰਧਾਰਾ ਦੇ ਵਿੱਚੋਂ ਦੇਖੋ ਕਿ ਉਹਨਾਂ ਨੂੰ ਬਾਣੀ ਸੁਣਨ ਦਾ, ਪੜ੍ਹਨ ਦਾ, ਰੱਬ ਦਾ ਨਾਮ ਜਪਣ ਦਾ, ਗ੍ਰੰਥ ਧਰਮ ਸਥਾਨ 'ਤੇ ਜਾਣ ਦਾ ਅਧਿਕਾਰ ਨਹੀਂ। ਔਰ ਉਸ ਸਮੇਂ ਲੋਕ ਕਹਿੰਦੇ ਨੇ ਕਿ ਤੁਸੀਂ ਸਾਡੇ ਝੂਠ ਹੋ, ਤੁਹਾਡਾ ਪਰਛਾਵਾਂ ਵੀ ਪੈ ਗਿਆ ਅਤੇ ਪਿੱਟਿਆ ਜਾਵੇਗਾ। ਅਤੇ ਔਰ ਉਹਨਾਂ ਨੇ ਆਪਣੀ ਬਾਣੀ ਵਿੱਚ ਆਪ ਇਹ ਗੱਲ ਕਿਹਾ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰਨ, ਨਗਰ ਦੇ ਲੋਕ ਮੈਨੂੰ ਚਮਿਆਰ ਕਹਿੰਦੇ ਨੇ, ਪਰ ਇਹਦੇ ਰਾਮ ਗੋਬਿੰਦ ਗੁਣ ਸਾਰੰਗ, ਮੇਰੇ ਹਿਰਦੇ ਵਿੱਚ ਕੀ ਹੈ? ਰੱਬ ਦੀ ਵਿਚਾਰਧਾਰਾ ਅਤੇ ਪਰਮਾਤਮਾ ਦਾ ਨਾਮ ਹੈ। ਜਿਸ ਕਰਕੇ ਇੱਕ ਦਿਨ ਉਹ ਸਮਾਂ ਆਇਆ। ਉਹ ਕਿਹੜਾ ਸਮਾਂ ਆਇਆ? ਕਹਿੰਦੇ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਅਤੇ ਸ੍ਰੇਸ਼ਟ ਗਿਣਦਾ ਸੀ ਨਾ, ਬ੍ਰਾਹਮਣ, ਸਭ ਤੋਂ ਉੱਚਾ, ਅਤੇ ਸਾਨੂੰ ਸਭ ਤੋਂ ਨੀਵਾਂ ਸਮਝਦਾ ਸੀ। ਪਰ ਇੱਕ ਦਿਨ ਉਹ ਰੱਬ ਦੀ ਕਿਰਪਾ ਨਾਲ ਉਹ ਸਮਾਂ ਬਣਿਆ। ਭਗਤ ਰਵਿਦਾਸ ਸਾਹਿਬ ਆਖਦੇ ਨੇ ਆਪਣੀ ਰਚਨਾ ਦੇ ਅੰਦਰ, ਕਹਿੰਦੇ ਨੇ ਕਿ ਉਹ ਜਿਹੜਾ ਸੀ ਉਹ ਮੇਰੇ ਚਰਨਾਂ ਦੇ ਵਿੱਚ ਆਣ ਕੇ ਝੁਕਿਆ। ਉਹਨਾਂ ਨੇ ਆਪਣੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਕਹਿੰਦੇ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ। ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ। ਵਿਪਰ ਬ੍ਰਾਹਮਣ, ਕਹਿੰਦੇ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਤੇ ਸਭ ਤੋਂ ਉੱਚਾ ਸ੍ਰੇਸ਼ਟ ਮੰਨਦਾ ਸੀ, ਕਰੇ ਡੰਡੌਤ, ਅੱਜ ਮੇਰੇ ਚਰਨਾਂ ਵਿੱਚ ਆਣ ਕੇ ਝੁਕਿਆ ਏ, ਨਮਸਕਾਰ ਕਰਦਾ ਸੀ। ਜਿਹਨੂੰ ਕਹਿੰਦੇ ਤੈਨੂੰ ਰੱਬ ਦਾ ਨਾਮ ਜਪਣ ਦਾ ਅਧਿਕਾਰ ਨਹੀਂ, ਤੁਸੀਂ ਨੀਵੇਂ ਹੋ। ਅੱਜ ਨੀਵਿਆਂ ਦੇ ਅੱਗੇ ਆਣ ਕੇ ਉਹ ਝੁਕਿਆ, ਅਤੇ ਕਾਰਨ ਇੱਕ ਹੀ ਹੈ ਕਿ ਵਾਹਿਗੁਰੂ ਪਰਮਾਤਮਾ ਉਹ ਤੇਰੇ ਨਾਮ ਦੀ ਕਲਾ ਦੀ ਖੇਡ ਹੈ। ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ, ਕਹਿੰਦੇ ਤੇਰੇ ਨਾਮ ਨਾਲ ਜੁੜਿਆ ਹਾਂ, ਇਸ ਕਰਕੇ ਰਵਿਦਾਸ ਤੇਰੇ ਦਰ ਦਾ ਦਾਸ ਹੈ। ਇਹ ਸਾਰੀ ਖੇਡ ਹੀ ਤੇਰੀ ਤਾਂ ਕਰਕੇ ਵਰਤੀ। ਸੋ ਵਾਹਿਗੁਰੂ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਵੀ ਐਸੀ ਖੇਡ ਦੇ ਮਾਲਕ ਨੇ ਜਿਨ੍ਹਾਂ ਨੂੰ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਤੇ ਸਮਾਂ ਆਇਆ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਤੇ ਅੱਜ ਸੋਢੀ ਸੁਲਤਾਨ ਸਮੁੱਚਾ ਸੰਸਾਰ ਉਹਦੇ ਦਰ ਦੇ ਨਾਲ ਜੁੜਦਾ ਹੈ, ਝੁਕਦਾ ਹੈ, ਉਹਦੇ ਦਰ ਦੇ ਉੱਤੇ ਆਉਂਦਾ ਹੈ ਅਤੇ ਉਹਦੇ ਦਰ ਦੀ ਰੂਹਾਨੀਅਤ ਨੂੰ ਮਹਿਸੂਸ ਕਰਦਾ ਹੈ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ। ਔਰ ਦੇਖੋ ਅਸੀਂ ਭਾਗਾਂ ਵਾਲੇ ਹਾਂ, ਜੇ ਕੋਈ ਆਪਾਂ ਬਾਹਰ ਦੀ ਸਥਾਨ ਦੇ ਉੱਤੇ ਸਟੇਟ ਵਿੱਚ ਜਾਈਏ ਅਤੇ ਸਾਨੂੰ ਪੁੱਛਦੇ ਨੇ, ਮੰਨ ਲਓ ਤੁਸੀਂ ਹਰਿਆਣੇ ਜਾਂਦੇ ਹੋ, ਪੰਜਾਬ ਤੋਂ ਬਾਅਦ ਮੰਨ ਲਓ ਰਾਜਸਥਾਨ, ਹਿਮਾਚਲ ਜਾਂਦੇ, ਕਿੱਥੋਂ ਦੇ ਦੱਸਾਂਗੇ, ਕਿਉਂਕਿ ਪਿੰਡ ਦਾ ਨਾਮ ਨਹੀਂ ਕੋਈ ਜਾਣਦਾ, ਸ਼ਹਿਰ ਦਾ ਨਾਮ ਜਾਣਦਾ ਹੁੰਦਾ। ਉੱਥੇ ਕਹਿੰਦੇ ਅਸੀਂ ਅੰਮ੍ਰਿਤਸਰ ਦੀ ਨਗਰੀ ਤੋਂ ਹਾਂ, ਅਤੇ ਅਗਲਾ ਪਤਾ ਕੀ ਕਹਿੰਦਾ, ਕਹਿੰਦੇ ਤੁਸੀਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਏ ਹੋ। ਗੁਰੂ ਰਾਮਦਾਸ ਦੀ ਨਗਰੀ। ਸਾਨੂੰ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਣਾ ਚਾਹੀਦਾ ਕਿ ਜਦੋਂ ਇਸ ਜ਼ਿਲ੍ਹੇ ਦਾ ਨਾਮ ਆਉਂਦਾ ਅਤੇ ਉਦੋਂ ਉਹਨਾਂ ਦਾ ਸੀਸ ਝੁਕਦਾ ਹੈ ਕਿ ਤੁਸੀਂ ਉਹਨਾਂ ਦੇ ਅੰਦਰ ਸਤਿਕਾਰ ਪੈਦਾ ਹੋ ਜਾਂਦਾ ਤੁਹਾਡੇ ਵਾਸਤੇ ਕਿ ਤੁਸੀਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਏ ਹੋ। ਕਿਉਂਕਿ ਇਹ ਜਿਹੜੀ ਅੰਮ੍ਰਿਤਸਰ ਦੀ ਧਰਤੀ ਹੈ, ਇਹ ਗੁਰੂ ਰਾਮਦਾਸ ਦੀ ਧਰਤੀ ਕਰਕੇ ਜਾਣੀ ਜਾਂਦੀ ਹੈ, ਇਹ ਉਹਦਾ ਇਲਾਕਾ ਕਰਕੇ ਜਾਣਿਆ ਜਾਂਦਾ। ਔਰ ਸਾਨੂੰ ਜਿੱਥੇ ਮਾਣ ਹੋਣਾ ਚਾਹੀਦਾ, ਉੱਥੇ ਸਾਡੇ ਬੱਚੇ ਨੂੰ ਗੁਰੂ ਰਾਮਦਾਸ ਜੀ ਪਾਤਸ਼ਾਹ ਦੀ ਹਿਸਟਰੀ ਤੋਂ, ਉਹਦੀ ਵਿਚਾਰਧਾਰਾ ਤੋਂ, ਉਹਦੀ ਬਾਣੀ ਤੋਂ, ਉਹਦੇ ਇੱਕ ਇੱਕ ਪਹਿਲੂ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਕਿ ਸਾਡਾ ਗੁਰੂ ਰਾਮਦਾਸ ਐਸਾ ਹੈ। ਸਾਡਾ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿੰਦੇ ਉਹ ਇਹੋ ਜਿਹਾ ਹੈ। ਉਹ ਇਹ ਕੇਵਲ ਉਹਨਾਂ ਲੋਕਾਂ ਨੂੰ ਇਹ ਨਾ ਲੱਗੇ ਗੁਰੂ ਰਾਮਦਾਸ ਦੀ ਨਗਰੀ ਵਿੱਚੋਂ ਆਏ ਹੋ ਤੁਸੀਂ, ਇੱਦਾਂ ਇਸ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਵਿਚਰੇ ਹੋਈਏ ਵੀ ਅਗਲਾ ਇਹ ਦੇਖ ਕੇ ਕਹਿ ਦੇਵੇ ਕਿ ਲੱਗਦਾ ਹੈ ਕਿ ਤੂੰ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਹੈ। ਇਹਦੇ ਵਿੱਚ ਵੀ ਬੜਾ ਫਰਕ ਹੈ ਵੀ ਤੂੰ ਉਸ ਵਿਚਾਰਧਾਰਾ ਦਾ ਧਾਰਨੀ ਹੈ, ਤੁਸੀਂ ਦੱਸਿਆ ਨਹੀਂ, ਪਰ ਅਗਲੇ ਨੇ ਮਹਿਸੂਸ ਕੀਤਾ, ਮੈਨੂੰ ਲੱਗਦਾ ਤੂੰ ਗੁਰੂ ਦੀ ਨਗਰੀ ਤੋਂ ਆਇਆ ਹੈ ਭਾਈ, ਤੇਰੇ ਅੰਦਰ ਗੁਰੂ ਵਸਿਆ ਹੋਇਆ ਹੈ।
ਤੇਰੇ ਅੰਦਰ ਉਹ ਵਿਚਾਰਧਾਰਾ ਵਸੀ ਹੋਈ ਹੈ, ਤੇਰੇ ਅੰਦਰ ਉਹ ਖਿਆਲਾਤ ਵਸੇ ਨੇ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ। ਤੂੰ ਲੱਗਦਾ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਹੈ। ਸਤਿਗੁਰੂ ਕਿਰਪਾ ਕਰੇ ਕਿ ਅਸੀਂ ਉਹ ਜਿਹੜੀਆਂ ਵਿਚਾਰਧਾਰਾ ਨੇ ਉਹਨਾਂ ਦੇ ਅਸੀਂ ਧਾਰਨੀ ਬਣ ਕੇ ਇੰਨੇ ਉੱਚੇ ਪੱਧਰ ਦੇ ਉੱਤੇ ਆਪਣੇ ਬੱਚਿਆਂ ਨੂੰ, ਆਪਣੀ ਸਿੱਖਿਆ ਨੂੰ, ਆਪਣੀ ਸੋਚ ਨੂੰ ਲਿਜਾਈਏ, ਤਾਂ ਕਿ ਦੁਨੀਆ ਦੇ ਲੋਕ ਸਾਨੂੰ ਕਹਿ ਸਕਣ ਤੁਸੀਂ ਗੁਰੂ ਕੀ ਨਗਰੀ ਦੇ ਰਹਿਣ ਵਾਲੇ ਹੋ, ਗੁਰੂਆਂ ਦੀ ਧਰਤੀ 'ਤੇ ਰਹਿਣ ਵਾਲੇ ਹੋ, ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਨਗਰੀ 'ਤੇ ਰਹਿਣ ਵਾਲੇ ਹੋ। ਸੋ ਅਸੀਂ ਸਮੁੱਚੇ ਨਗਰ ਵੱਲੋਂ ਅੱਜ ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਕੋ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿੰਨਾ ਫਿਰ ਮੈਂ ਕਹਾਂਗਾ ਰੁਝੇਵੇ ਬੜੇ ਨੇ, ਸਮਾਂ ਬੜਾ ਕੀਮਤੀ ਹੈ ਅਤੇ ਕਈ ਥਾਵਾਂ 'ਤੇ ਉਹਨਾਂ ਨੂੰ ਜਾਣਾ ਪੈਂਦਾ, ਫਿਰ ਵੀ ਸਮਾਂ ਕੱਢ ਕੇ ਸਾਡੇ ਕੋਲ ਚੱਲ ਕੇ ਆਏ ਨੇ। ਅੱਜ ਸਮੁੱਚੇ ਹੀ ਨਗਰ ਵੱਲੋਂ, ਸਮੁੱਚੀ ਇਸ ਐਜੂਕੇਸ਼ਨ ਸੰਸਥਾ ਵੱਲੋਂ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਔਰ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਕੋਲ ਮੌਜੂਦ ਨੇ। ਸਾਡੇ ਇਲਾਕੇ ਦੇ SGPC ਮੈਂਬਰ ਸਰਦਾਰ ਅਮਰਜੀਤ ਸਿੰਘ ਜੀ, ਜੋ ਇਹ ਵੀ ਇਲਾਕੇ ਦੇ ਵਿੱਚ ਬੱਚਿਆਂ ਨੂੰ ਕੀਰਤਨ ਦੇ ਨਾਲ ਜੋੜਨ ਦੇ ਵਾਸਤੇ ਬੜੀਆਂ ਅਕੈਡਮੀਆਂ ਚਲਾ ਰਹੇ ਨੇ, ਬਹੁਤ ਉਪਰਾਲੇ ਕਰਦੇ ਨੇ। ਇਹ ਇੱਕ ਬਹੁਤ ਵੱਡੀ ਵਿਚਾਰਧਾਰਾ ਹੈ। ਔਰ ਨੈਸ਼ਨਲ ਅਵਾਰਡ ਪ੍ਰਾਪਤ ਪ੍ਰਿੰਸੀਪਲ ਗੁਲਵਿੰਦਰ ਸਿੰਘ ਜੀ, ਉਹ ਬਹੁਤ ਮਾਣ ਸਨਮਾਨਯੋਗ ਸ਼ਖਸੀਅਤ ਨੇ। ਔਰ ਐਜੂਕੇਸ਼ਨ ਅਦਾਰੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ। ਬੜਾ ਉਹਨਾਂ ਨੇ ਯੋਗਦਾਨ ਦਿੱਤਾ ਇਸ ਐਜੂਕੇਸ਼ਨ ਅਦਾਰੇ ਦੇ ਵਿੱਚ। ਸੋ ਨਾਲ ਹੀ ਸਰਦਾਰ ਸਤਪਾਲ ਸਿੰਘ ਜੀ ਪ੍ਰਿੰਸੀਪਲ ਫੋਰੈਸਟ ਸਕੂਲ ਤੋਂ, ਉਹ ਵੀ ਇੱਥੇ ਪਹੁੰਚੇ। ਉਹਨਾਂ ਨੂੰ ਵੀ ਜੀਓ ਆਇਆ ਆਖਿਆ ਜਾਂਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਚੱਲ ਕੇ ਆਏ। ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਸੰਸਥਾਵਾਂ ਦੇ ਜਦੋਂ ਉੱਚ ਵਿਦਿਆ ਵਾਲੇ ਲੋਕ, ਜਦੋਂ ਸੋਚ ਵਾਲੇ ਮਿਲ ਕੇ ਅਸੀਂ ਕੁਝ ਇਹੋ ਜਿਹੇ ਪ੍ਰੋਗਰਾਮ ਲਿਖਾਂਗੇ ਤਾਂ ਅਸੀਂ ਬਹੁਤ ਅੱਗੇ ਬੱਚਿਆਂ ਨੂੰ, ਆਪਣੇ ਇਲਾਕੇ ਨੂੰ ਬਹੁਤ ਅੱਗੇ ਲਿਜਾਵਾਂਗੇ। ਇਸ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਜਦੋਂ ਤੁਸੀਂ ਸਾਰੇ ਰਲ ਮਿਲ ਕੇ, ਮੈਂ ਬੇਨਤੀ ਕਰਾਂਗਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਡਾਕਟਰ ਸਾਹਿਬ ਦੇ ਕੋਲ ਟਾਈਮ ਵੀ ਲਵਾਂਗੇ, ਮੰਗ ਵੀ ਕਰਾਂਗੇ ਕਿ ਅਸੀਂ ਹੋਰ ਐਸੇ ਪ੍ਰੋਗਰਾਮ ਜਿਵੇਂ ਅੱਜ ਇੱਥੇ ਉਹ ਲਿਖ ਕੇ ਆ, ਕੱਲ੍ਹ ਨੂੰ ਹੋਰ ਕਿਸੇ ਐਜੂਕੇਸ਼ਨ ਅਦਾਰੇ ਦੇ ਵਿੱਚ ਅਸੀਂ ਪ੍ਰੋਗਰਾਮ ਲਿਖ ਸਕੀਏ। ਅਸੀਂ ਇੱਕ ਇਹੋ ਜਿਹੀ ਚੇਨ ਬਣਾਈਏ ਕਿ ਪ੍ਰੋਗਰਾਮ ਜਿਹੜੇ ਨੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਚੱਲਦੇ ਰਹਿਣ, ਕਿਉਂਕਿ ਸਾਡਾ ਇੱਕ ਮਾਈਂਡ ਸੈੱਟ ਹੁੰਦਾ, ਥੋੜ੍ਹੇ ਸਮੇਂ ਬਾਅਦ ਅਸੀਂ ਭੁੱਲ ਜਾਂਦੇ ਹਾਂ। ਇਹ ਸਾਡੀ ਕੁਦਰਤੀ ਤੌਰ 'ਤੇ ਇੱਕ ਮਨੁੱਖ ਦੀ ਹੈਗੀ ਹੈ ਕਿ ਉਹ ਕੁਝ ਸਮੇਂ ਬਾਅਦ ਕਿਸੇ ਚੀਜ਼ ਨੂੰ ਭੁੱਲ ਜਾਂਦਾ, ਪਰ ਜੇ ਚੱਲਦੀ ਰਹੇ ਤਾਂ ਹੌਲੀ ਹੌਲੀ ਚੀਜ਼ਾਂ ਉਹਦੇ ਅੰਦਰ ਘਰ ਕਰ ਜਾਂਦੀਆਂ ਨੇ ਅਤੇ ਉਹ ਸੁਭਾਅ ਫਿਰ ਉਹੋ ਜਿਹਾ ਬਣਨ ਲੱਗ ਪੈਂਦਾ। ਖੈਰ, ਔਰ ਬਹੁਤ ਸਤਿਕਾਰਯੋਗ ਵੀਰ ਜੀ ਜੁਝਾਰ ਸਿੰਘ ਜੀ ਸਰਪੰਚ ਨੇ ਮੌਜੂਦਾ, ਉਹ ਵੀ ਚੱਲ ਕੇ ਆਏ, ਉਹਨਾਂ ਦਾ ਬਹੁਤ ਧੰਨਵਾਦ ਹੈ। ਸਰਦਾਰ ਹਰਭਜਨ ਸਿੰਘ ਜੀ ਕੰਨ, ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਇਹ ਵੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ, ਵਿਦਿਆ ਸੰਸਥਾਵਾਂ ਦੇ ਵਿੱਚ ਨਾਲ ਗੁਰੂ ਘਰ ਜਿੱਥੇ ਸੇਵਾ ਨਿਭਾ ਰਹੇ ਨੇ। ਬਹੁਤ ਸਾਰੇ ਬੱਚਿਆਂ ਨੂੰ ਪਾਠ ਗੁਰਬਾਣੀ ਦੇ ਨਾਲ ਜੋੜ ਰਹੇ ਨੇ, ਇਹ ਵੀ ਅੱਜ ਸਾਡੇ ਕੋਲ ਚੱਲ ਕੇ ਆਏ ਨੇ। ਵੀਰ ਪ੍ਰਗਟ ਸਿੰਘ ਜੀ ਵੀ ਜਿੱਥੇ ਕੀਰਤਨ ਵੀ ਕਰਾਉਂਦੇ ਨੇ ਬੱਚਿਆਂ ਨੂੰ। ਔਰ ਇਹਨਾਂ ਦੇ ਪਿੱਛੇ ਕਵਿਤਾ ਇੱਕ ਜਿਹੜੀ ਹੈ ਕਿਤਾਬ ਜਿਹੜੀ ਬੱਚਿਆਂ ਨੂੰ ਪੜ੍ਹਾਈ ਜਾਣੀ, ਉਹਨਾਂ ਦੇ ਵਿੱਚ ਛਪੀ ਹੈ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਹੋਰ ਚੜ੍ਹਦੀ ਕਲਾ। ਦੇਖੋ ਬਹੁਤ ਡਾਕਟਰ ਸਾਹਿਬ ਸਾਡੇ ਵਿੱਚ ਮੌਜੂਦ ਨੇ ਜਿਹੜੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸਰਕਾਰ ਵੱਲੋਂ, ਉਹ ਇਹ ਸਾਡੇ ਵੀਰ ਦੇ ਉਹਦੇ ਵਿੱਚ ਇੱਕ ਕਵਿਤਾ ਜਿਹੜੀ ਹੈ ਕਿ ਛਪ ਕੇ ਆਈ ਹੈ। ਸਾਨੂੰ ਬੜਾ ਇਹਨਾਂ ਦੇ ਉੱਤੇ ਮਾਣ। ਗੁਰੂ ਮਹਾਰਾਜ ਹੋਰ ਇਹਨਾਂ ਨੂੰ ਤਰੱਕੀਆਂ ਬਖਸ਼ਿਸ਼ ਕਰੇ। ਔਰ ਜਿਤਨੇ ਵੀ ਬਾਕੀ ਵੀ ਆਪ ਜੀ ਚੱਲ ਕੇ ਆਏ, ਸਾਰੇ ਸਤਿਕਾਰਯੋਗ ਔਰ ਸਨਮਾਨਯੋਗ ਆਪ ਜੀ ਹੋ, ਕਿਉਂਕਿ ਇਸ ਪਾਸੇ ਨੂੰ ਆਉਣਾ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ। ਔਰ ਵੀਰ ਰਾਜਵੀਰ ਸਿੰਘ ਨੇ ਬੜੇ ਉਦਮ ਕੀਤਾ, ਇਕੱਲੇ ਕੋਲ ਜਾ ਕੇ ਘਰ ਦੇ ਵਿੱਚ ਜਾ ਕੇ ਬੈਠ ਕੇ ਬੇਨਤੀ ਕੀਤੀ ਵੀ ਆਪਾਂ ਇਹੋ ਜਿਹਾ ਪ੍ਰੋਗਰਾਮ ਲਿਖੀਏ। ਤੁਸੀਂ ਸਾਰਿਆਂ ਨੇ ਸਤਿਕਾਰ ਬੜਾ ਸਾਥ ਦਿੱਤਾ, ਬਹੁਤ ਜ਼ਿਆਦਾ। ਸੋ ਇਹ ਬੜੀ ਵੱਡੀ ਗੱਲ ਹੈ। ਸਾਡੇ ਸਾਬਕਾ ਸਰਪੰਚ ਸੁੱਖੇਵਾਲ ਤੋਂ ਵੀਰ ਦਲਜੀਤ ਸਿੰਘ ਜੀ ਹੋਣੀ, ਰਣਜੀਤ ਸਿੰਘ ਰਾਣਾ, ਇਹ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਜਿੰਨੇ ਵੀ ਤੁਸੀਂ ਹੋ, ਸਾਰੇ ਹੀ ਮਾਣਯੋਗ ਹੋ। ਸੋ ਮੈਂ ਬੇਨਤੀ ਕਰਾਂ ਕਿ ਆਪਾਂ ਹੋਰ ਰਲ ਮਿਲ ਕੇ ਇਹੋ ਜਿਹੀ ਸੋਚ ਨੂੰ ਬਣਾਉਂਦਿਆਂ ਹੋਇਆਂ ਫਿਰ ਇੱਕ ਕੋਈ ਇਹੋ ਜਿਹੀ ਮੀਟਿੰਗ ਰੱਖੀਏ ਜਿਹਦੇ ਵਿੱਚ ਅਗਲੇ ਪ੍ਰੋਗਰਾਮਾਂ ਨੂੰ ਉਲੀਕਣ ਦੀ ਕੋਸ਼ਿਸ਼ ਕਰੀਏ। ਇਹ ਨਾ ਹੋਵੇ ਵੀ ਆਪਾਂ ਹੋ ਗਿਆ ਜੀ, ਕਰ ਛੱਡਿਆ, ਬਸ ਖਤਮ ਕਹਾਣੀ। ਇਹ ਜੇ ਆਪਾਂ ਸ਼ੁਰੂ ਕੀਤਾ ਹੈ ਅਤੇ ਇਹਨੂੰ ਅੱਗੇ ਦੀ ਅੱਗੇ ਲਿਜਾਣ ਵਾਸਤੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜੀਏ। ਅਸੀਂ ਸੋਚੀਏ ਕਿ ਸਾਡੇ ਸਮਾਜ, ਸਾਡੀਆਂ ਪੀੜ੍ਹੀਆਂ ਨੂੰ ਅਸੀਂ ਕਿਹੋ ਜਿਹਾ ਵਾਤਾਵਰਨ ਦੇਣਾ
ਕਿਹੋ ਜਿਹੇ ਮਾਹੌਲ ਵਿੱਚ ਰੱਖਣਾ ਹੈ, ਕਿਹੋ ਜਿਹਾ ਬਣਾਉਣਾ ਹੈ, ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਬੱਚਿਆਂ ਨੂੰ ਅੱਗੇ ਜਾ ਕੇ ਆਉਂਦੀਆਂ ਨੇ। ਕਈ ਜਿਹੜੇ ਨੇ +2 ਤੋਂ ਬਾਅਦ ਕਈ ਬੱਚੇ ਪਤਿਤ ਹੋ ਜਾਂਦੇ ਨੇ, ਗੁਰੂ ਨਾਲ ਟੁੱਟ ਜਾਂਦੇ ਨੇ, ਹੋਰ ਪਾਸੇ ਕੋਈ ਨਸ਼ਿਆਂ ਵਾਲੇ ਪਾਸੇ ਚਲਾ ਜਾਂਦਾ। ਜੇ ਅਸੀਂ ਇਹੋ ਜਿਹੇ ਪ੍ਰੋਗਰਾਮ ਉਲੀਕਦੇ ਰਹਾਂਗੇ ਔਰ ਇਹੋ ਜਿਹੇ ਵਿਦਵਾਨ ਸੱਜਣਾਂ ਨੂੰ ਸੱਦਦੇ ਰਹਾਂਗੇ, ਬੱਚਿਆਂ ਨੂੰ ਕੋਈ ਗੱਲਬਾਤ ਸੁਣਨ ਵਾਸਤੇ ਮਿਲਦੀ ਰਹੇਗੀ, ਅਤੇ ਫਿਰ ਜਿਹੜਾ ਹੈ ਕਿ ਉਹ ਚੀਜ਼ਾਂ ਪਤਿਤਪੁਣਾ, ਨਸ਼ਾਖੋਰੀ ਆਦਿਕ ਜਿਹੜਾ ਅਸੀਂ ਉਹਨੂੰ ਠੱਲ ਵੀ ਪਾ ਸਕਦੇ ਵੱਡੇ ਪੱਧਰ 'ਤੇ। ਕਿਉਂਕਿ ਇੱਕੋ ਇੱਕ ਤਰੀਕਾ ਇਹੀ ਹੈ ਕਿ ਬੱਚਿਆਂ ਨੂੰ ਐਜੂਕੇਟ ਕਰਨਾ ਬੜਾ ਜ਼ਰੂਰੀ ਹੈ। ਸੋ ਸਭਨਾਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਔਰ ਸਭ ਵੱਲੋਂ ਮੈਂ ਇਹ ਵੀ ਜ਼ਰੂਰੀ ਸਮਝਾਂਗਾ ਕਿ ਵੀਰ ਰਾਜਵੀਰ ਸਿੰਘ ਜੀ ਹੋਣਾ ਦਾ ਵੀ ਧੰਨਵਾਦ ਕਰਾਂਗੇ, ਕਿਉਂਕਿ ਇਹਨਾਂ ਦਾ ਕਰਕੇ ਸਾਨੂੰ ਇਹੋ ਜਿਹੇ ਮਾਹੌਲ ਵਿੱਚ ਗੱਲਾਂ ਸੁਣਨ ਵਾਸਤੇ ਮਿਲੀਆਂ ਨੇ। ਮੈਂ ਇਹ ਵੀ ਕਹਾਂਗਾ ਕਿ ਇਹਨਾਂ ਦਾ ਵੀ ਸਭ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਮੈਂ ਆਮ ਤੌਰ 'ਤੇ ਨਾ ਕਿਸੇ ਜਗ੍ਹਾ 'ਤੇ ਪ੍ਰੋਗਰਾਮ ਹੋਵੇ ਅਤੇ ਉੱਥੇ ਘਰ ਵਾਲਿਆਂ ਵੱਲੋਂ ਗੁਰੂ ਦੀ ਹਜ਼ੂਰੀ ਵਿੱਚ ਧੰਨਵਾਦ ਕੀਤਾ ਜਾਂਦਾ ਹੁੰਦਾ, ਪਰ ਮੈਂ ਸੰਗਤ ਨੂੰ ਨਾਲ ਕਹਿੰਦਾ ਹੁੰਦਾ ਵੀ ਤੁਹਾਨੂੰ ਦੇਖੋ ਵੀ ਆ ਕੇ ਬਹਾਨੇ ਨਾਲ ਬੁਲਾਇਆ, ਕੀਰਤਨ ਸੁਣਨ ਵਾਸਤੇ ਮਿਲਿਆ, ਕੋਈ ਗੱਲਬਾਤ ਸੁਣਨ ਵਾਸਤੇ ਮਿਲੀ, ਇਹਨਾਂ ਦਾ ਵੀ ਧੰਨਵਾਦ ਕਰੋ ਘਰ ਵਾਲਿਆਂ ਦਾ। ਭਾਈ ਜੇ ਨਾ ਪ੍ਰੋਗਰਾਮ ਹੁੰਦਾ, ਨਾ ਆਪਾਂ ਬਹਿਣਾ ਸੀ, ਨਾ ਕੀਰਤਨ ਸੁਣਨਾ ਸੀ, ਨਾ ਗੱਲਬਾਤ ਸੁਣਨੀ ਸੀ। ਇਹ ਇਸ ਕਰਕੇ ਇਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਇਹਨਾਂ ਦਾ ਬੜਾ ਵੱਡਾ ਉਦਮ ਉਪਰਾਲਾ ਹੈ। ਇਹਨੂੰ ਵੀ ਆਪਾਂ ਜਦੋਂ ਇਹ ਗੱਲਾਂ ਛੋਟੀਆਂ ਛੋਟੀਆਂ ਸਮਝਾਂਗੇ ਨਾ ਜੀ, ਫਿਰ ਸਾਨੂੰ ਇੰਝ ਨਹੀਂ ਹੋਵੇਗਾ ਵੀ ਅਸੀਂ ਆਣ ਕੇ ਇਹਨਾਂ 'ਤੇ ਕੋਈ ਅਹਿਸਾਨ ਕੀਤਾ। ਫਿਰ ਅਸੀਂ ਕਹਾਂਗੇ ਭਾਈ ਤੁਹਾਡਾ ਤੁਸੀਂ ਸਾਡੇ 'ਤੇ ਸਗੋਂ ਅਹਿਸਾਨ ਕੀਤਾ ਵੀ ਸਾਨੂੰ ਆਹ ਗੱਲਾਂ ਸੁਣਨ ਵਾਸਤੇ ਮਿਲੀਆਂ ਨੇ, ਵੀ ਇੰਨੇ ਵੱਡੇ ਕੌਮ ਦੇ ਜਿਹੜੇ ਵਿਦਵਾਨ ਨੇ ਉਹਨਾਂ ਨਾਲ ਬੈਠਣ ਦਾ, ਉਹਨਾਂ ਦੀ ਵਿਚਾਰਧਾਰਾ ਨੂੰ ਸੁਣਨ ਦਾ ਜਿਹੜਾ ਸਮਾਂ ਸਾਨੂੰ ਮਿਲਿਆ। ਸੋ ਫਿਰ ਸਭਨਾਂ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਦਾ ਸਾਰਿਆਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਹਾਂਜੀ ਵੀਰ ਜੀ। ਹਾਂਜੀ, ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸ਼ਖਸੀਅਤਾਂ ਵੱਲੋਂ। ਸਰਦਾਰ ਅਮਰਜੀਤ ਸਿੰਘ ਜੀ, ਪ੍ਰਿੰਸੀਪਲ ਸਾਹਿਬ ਗੁਲਵਿੰਦਰ ਸਿੰਘ ਜੀ, ਔਰ ਸਰਦਾਰ ਸਤਪਾਲ ਸਿੰਘ ਜੀ, ਵੀਰ ਜੀ ਜੁਝਾਰ ਸਿੰਘ ਜੀ, ਹਰਭਜਨ ਸਿੰਘ ਜੀ, ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ। ਔਰ ਮੈਂ ਬੇਨਤੀ ਕਰਾਂਗਾ ਜੋ ਮੌਜੂਦਾ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਭੈਣ ਜੀ ਉਹਨਾਂ ਨੂੰ ਕਿ ਉਹ ਵੀ ਆਉਣ, ਉਹ ਵੀ ਨਾਲ ਸ਼ਾਮਲ ਹੋਣ ਜ਼ਰੂਰ। ਹਾਂਜੀ ਆ ਜਾਓ ਭੈਣ ਜੀ, ਅੱਗੇ ਆ ਭੈਣ ਜੀ ਉਹਨਾਂ ਨੂੰ ਨਾਲ। ਬੋਲੇ ਸੋ ਨਿਹਾਲ। ਹਾਂਜੀ ਕੋਈ ਨਹੀਂ, ਮੈਂ ਇੱਥੇ ਠੀਕ ਹਾਂ। ਨਹੀਂ ਕੋਈ ਨਹੀਂ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾਨ ਦਾ, ਜੋ ਇਹਨਾਂ ਨੇ ਆ ਕੇ ਬਹੁਤ ਵਿੱਚ ਸੁੱਚੀਆਂ ਗਿਆਨ ਵਾਲੀਆਂ ਵਿਚਾਰਾਂ ਸਾਨੂੰ ਦਿੱਤੀਆਂ ਨੇ। ਸੋ ਸਾਰੇ ਹੀ ਪ੍ਰਬੰਧਕਾਂ ਵੱਲੋਂ, ਸਾਰੇ ਸਟਾਫ ਵੱਲੋਂ, ਸਾਰੇ ਹੀ ਪਿੰਡ ਵੱਲੋਂ, ਨਗਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਜਦੋਂ ਅੱਗੇ ਅਸੀਂ ਆਪ ਜੀ ਦੇ ਕੋਲ ਸਮਾਂ ਮੰਗੀਏ, ਸੋ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਸਮਾਂ ਕੱਢ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਸੋ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਜੋ ਵੀ ਵਿਸ਼ੇਸ਼ ਤੌਰ ਦੇ ਉੱਤੇ ਚਾਹ ਪਾਣੀ ਜਾਂ ਕੋਈ ਵੀ ਪ੍ਰਬੰਧ ਕੀਤਾ ਗਿਆ ਹੈ, ਸਭ ਨੇ ਛਕ ਕੇ ਜਾਣ ਦੀ ਆਪ ਜੀ ਨੇ ਕਿਰਪਾਲਤਾ ਕਰਨੀ। ਫਿਰ ਸਭਨਾਂ ਦਾ, ਸਾਰੇ ਆਇਆਂ ਹੋਇਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਦੋਏ ਹੱਥ ਜੋੜ ਕੇ ਧੰਨਵਾਦ ਆਪ ਸਭ ਦਾ ਜੋ ਕੀਮਤੀ ਸਮਾਂ ਕੱਢ ਕੇ ਆਏ ਹੋ। ਪਰ ਇੱਕ ਬੇਨਤੀ ਜ਼ਰੂਰ ਲੈ ਕੇ ਜਾਣਾ ਕਿ ਅੱਗੇ ਤੋਂ ਐਸੇ ਪ੍ਰੋਗਰਾਮ ਲਿਖਣ ਵਾਸਤੇ ਇੱਕ ਟੀਮ ਬਣਾਓ, ਆਪਾਂ ਬੈਠ ਕੇ, ਕਿਉਂਕਿ ਇਸ ਵਿਚਾਰਧਾਰਾ ਨੂੰ, ਗੁਰੂਆਂ ਦੀਆਂ ਨੂੰ ਆਪਾਂ ਅੱਗੇ ਲੈ ਕੇ ਜਾਈਏ, ਬੱਚਿਆਂ ਨੂੰ ਇਸ ਵਿਚਾਰਧਾਰਾ ਦੀ ਧਾਰਨੀ ਬਣਾਈਏ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बस स्ट्रीम एंड हो गई बंद करता बंद करते